ਇਹ ਹੈ ਅਜੀਤ ਕੌਰ ਦੀ ਆਤਮ ਕਥਾ ਕੂੜਾ ਕਬਾੜਾ ਦੀ ਆਡੀਓ ਬੁੱਕ ਦਾ 6ਵਾਂ ਹਿੱਸਾ। ਆਵਾਜ਼ ਮਨਪ੍ਰੀਤ ਸਹੋਤਾ। 63 ਇੰਨੀ ਭਿਆਨਕ ਟੁੱਟ ਭੱਜ ਵਿੱਚੋਂ, ਇੰਨੀ ਨਾਕਾਰਾ, ਬੇਕਾਰ, ਬੇਵਕੂਫ ਤੇ ਡਰੀ ਸਹਿਮੀ ਔਰਤ ਵਿੱਚੋਂ ਕਿਸ ਤਰ੍ਹਾਂ ਤੇ ਕਦੋਂ ਇੱਕ ਸਾਬਤ ਸਬੂਤ, ਨਿਡਰ ਤੇ ਬੇਖੌਫ, ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨ ਦੀ ਵੁਕਤ ਤੇ ਤੌਫੀਕ ਰੱਖਣ ਵਾਲੀ ਔਰਤ ਪੈਦਾ ਹੋ ਗਈ। ਇਸੇ ਟਰਾਂਸਫਰਮੇਸ਼ਨ ਯਾਨੀ ਕਾਇਆ ਕਲਪ ਦੀ ਦਾਸਤਾਨ ਸੁਣਾਉਣਾ ਚਾਹੁੰਦੀ ਹਾਂ ਤੁਹਾਨੂੰ। ਔਰਤ ਜਿਸ ਨੂੰ ਹਮੇਸ਼ਾ ਕੂੜਾ ਕਬਾੜਾ ਸਮਝਿਆ ਜਾਂਦਾ ਏ, ਔਰਤ ਜਿਹੜੀ ਆਪਣੇ ਆਪ ਨੂੰ ਖੁਦ ਵੀ ਕੂੜਾ ਕਬਾੜਾ ਸਮਝਦੀ ਰਹਿੰਦੀ ਏ ਤਾਉਮਰ, ਕਿਉਂਕਿ ਇਹੀ ਸਮਝ ਕੇ ਜ਼ਿੰਦਗੀ ਨਾਲ ਤੇ ਜ਼ਿੰਦਗੀ ਦੀਆਂ ਤਮਾਮ ਤਲਖੀਆਂ ਤੁਰਸ਼ੀਆਂ ਨਾਲ ਸਮਝੌਤਾ ਕੀਤਾ ਜਾ ਸਕਦਾ ਏ ਕਿ ਸਹਿਣਾ ਤੇ ਸਮਝੌਤੇ ਕਰਨਾ ਤੇ ਆਪਣਾ ਆਪ ਮਿਟਾ ਦੇਣਾ ਤੇ ਕਿਸੇ ਵੀ ਤਕਲੀਫ ਦੀ ਕੋਈ ਸ਼ਿਕਾਇਤ ਜ਼ਬਾਨ ਤੇ ਨਾ ਆਉਣ ਦੇਣੀ ਕਿ ਆਂਚਲ ਵਿੱਚ ਦੁੱਧ ਤੇ ਅੱਖਾਂ ਵਿੱਚ ਪਾਣੀ ਸਾਂਭੀ ਰੱਖਣਾ ਹੀ ਔਰਤ ਦਾ ਆਦਰਸ਼ ਮਾਡਲ ਸਮਝਿਆ ਜਾਂਦਾ ਏ ਤੇ ਇਹੀ ਹਰ ਔਰਤ ਨੂੰ ਆਦਰਸ਼ ਗੁੜਤੀ ਦਿੱਤੀ ਜਾਂਦੀ ਏ ਕਿ ਸਮਾਜ ਵਿੱਚ ਔਰਤ ਦਾ ਮਨਜ਼ੂਰਸ਼ੁਦਾ ਮਾਡਲ ਇਹੀ ਏ ਕਿ ਉਹ ਨਜ਼ਰ ਨੀਵੀਂ ਰੱਖੇ, ਹਰ ਜ਼ੁਲਮ ਚੁੱਪਚਾਪ ਬਰਦਾਸ਼ਤ ਕਰੇ, ਖਾਮੋਸ਼ ਰਵੇ, ਬੱਚੇ ਜੰਮੇ ਤੇ ਪਾਲੇ, ਮੁੰਡੇ ਜੰਮ ਕੇ ਸਹੁਰੇ ਘਰ ਦੇ ਖਾਨਦਾਨ ਦਾ ਨਾਂ ਜ਼ਿੰਦਾ ਰੱਖੇ ਤੇ ਅਗਾਂਹ ਤੋਰੇ, ਖਾਵੰਦ ਦਾ ਹਰ ਹੁਕਮ ਮੰਨੇ। ਖਾਵੰਦ ਚਾਹੇ 20 ਔਰਤਾਂ ਨਾਲ ਰਹਿ ਸੌਂ ਆਵੇ, ਉਹਦੀ ਆਪਣੀ ਔਰਤ ਯਾਨੀ ਬੀਵੀ ਘਰ ਦੇ ਤੇ ਦਿਲ ਦੇ ਦਰਵਾਜ਼ੇ ਖੋਲ੍ਹ ਕੇ ਉਹਦੇ ਵਾਪਸ ਮੁੜਨ ਦੀ ਇੰਤਜ਼ਾਰ ਕਰਦੀ ਰਵੇ ਕਿ ਜਦੋਂ ਵੀ ਉਹ ਵਾਪਸ ਮੁੜ ਆਵੇ ਉਹ ਉਹਦੇ ਚਰਨ ਧੋ ਕੇ ਪੀਵੇ ਤੇ ਕੁਰਬਾਨ ਜਾਵੇ ਉਹਦੇ ਤੋਂ, ਕਿਉਂਕਿ ਉਹ ਆਖਰ ਤਾਂ ਆਪਣੇ ਘਰ ਪਰਤ ਆਇਆ ਏ। ਔਰਤ ਜਿਹੜੀ ਪਹਿਲੋਂ ਆਪਣੇ ਮਾਂ-ਪਿਓ ਦੇ ਘਰ ਵਿੱਚ ਪਰਾਈ ਅਮਾਨਤ ਸਮਝ ਕੇ ਪਾਲੀ ਜਾਂਦੀ ਏ। ਔਰਤ ਜਿਹੜੀ ਵਿਆਹ ਤੋਂ ਮਗਰੋਂ ਖਾਵੰਦ ਦੇ ਘਰ ਦੀ ਤੇ ਸਹੁਰੇ ਘਰ ਦੀ ਧਰੋਹਰ ਯਾਨੀ ਜਾਇਦਾਦ ਹੁੰਦੀ ਏ। ਔਰਤ ਜਿਹਨੂੰ ਦਾਨ ਵਿੱਚ ਉਹਦਾ ਪਿਓ ਇੱਕ ਓਪਰੇ ਮਰਦ ਦੇ ਹਵਾਲੇ ਕਰਦਾ ਏ ਕਿ ਲੈ ਜਾ, ਇਹ ਗਾਂ ਅੱਜ ਤੋਂ ਤੇਰੀ ਏ, ਇਹਦਾ ਦੁੱਧ ਚੋਵੋ, ਵੱਛੇ ਵੱਛੀਆਂ ਪੈਦਾ ਕਰਵਾਓ, ਮਾਰੋ, ਕੁੱਟੋ, ਚਾਹੇ ਖੱਲ ਉਧੇੜ ਦਿਓ ਇਹਦੀ, ਜਾ ਪਾਲ ਪੋਸ ਕੇ ਤੈਨੂੰ ਦਾਨ ਕੀਤੀ ਆਪਣੀ ਧੀ, ਅੱਜ ਤੋਂ ਇਹ ਘਰ ਇਹਦੇ ਲਈ ਪਰਾਇਆ ਹੋਇਆ, ਤੇਰਾ ਘਰ ਹੀ ਅੱਜ ਤੋਂ ਇਹਦੇ ਸਿਰ ਲੁਕਾਉਣ ਲਈ ਠਾਹਰ ਬਣਿਆ। ਸੁੱਟ ਬੀਬੀ ਚੌਲਾਂ ਦੀ ਮੁੱਠ, ਸੁੱਟ ਸਿਰ ਦੇ ਉੱਤੋਂ ਦੀ, ਸੁੱਟ ਮਖਾਣਿਆਂ ਦੀ ਮੁੱਠ, ਪਿੱਛੋਂ ਤੇਰੇ ਵੀਰ ਸੁਖੀ ਵਸਣ ਤੇ ਸੁਖੀ ਵਸਣ ਉਹਨਾਂ ਦੀਆਂ ਸੁਆਣੀਆਂ, ਵੀਰਾਂ ਦਾ ਘਰ ਹਰਿਆ ਭਰਿਆ ਰਵੇ, ਦੁੱਧਾਂ ਪੁੱਤਰਾਂ ਨਾਲ ਭਰਿਆ ਰਵੇ। ਔਰਤ ਜਿਹਦੇ ਬਾਬਲ ਦਾ ਘਰ ਵੀ ਉਹਦੇ ਲਈ ਹਮੇਸ਼ਾ ਪਰਾਇਆ ਰਹਿੰਦਾ ਏ ਤੇ ਅੱਗੋਂ ਖਾਵੰਦ ਦਾ ਘਰ ਵੀ ਪਰਾਇਆ। ਧੀਏ ਘਰ ਜਾ ਆਪਣੇ। ਆਪਣੇ ਘਰ? ਕਿਹੜਾ ਘਰ ਹੁੰਦਾ ਏ ਉਹਦਾ ਆਪਣਾ? ਜੇ ਖਾਵੰਦ ਉਹਨੂੰ ਨਾਮਨਜ਼ੂਰ ਕਰ ਦੇਵੇ ਤਾਂ ਉਹਦਾ ਘਰ ਕੀ ਉਹਦਾ ਆਪਣਾ ਹੁੰਦਾ ਏ? ਕੋਈ ਕਾਨੂੰਨ ਹੈ ਜਿਹੜਾ ਮਰਦ ਨੂੰ ਕਵੇ ਕਿ ਜੇ ਇਹ ਔਰਤ ਤੈਨੂੰ ਚੰਗੀ ਨਹੀਂ ਲੱਗਦੀ, ਜੇ ਤੂੰ ਕਿਧਰੇ ਹੋਰ ਦਿਲ ਲਾ ਬੈਠਾ ਏ ਤੇ ਇਹ ਘਰ ਤੇਰੀ ਬੀਵੀ ਦਾ ਹੀ ਰਵੇਗਾ, ਜੇ ਜਾਣਾ ਏ ਤਾਂ ਤੂੰ ਜਾ, ਘਰ ਤੇ ਤੇਰੀ ਔਰਤ ਦਾ ਏ। ਉਹੀ ਤੇ ਚਾਬੀਆਂ ਦਾ ਗੁੱਛਾ ਪੱਲੇ ਨਾਲ ਬੰਨ੍ਹ ਕੇ ਝੁਲਾਉਂਦੀ ਰਹਿੰਦੀ ਸੀ, ਉਹੀ ਤੇ ਘਰ ਨੂੰ ਬੁਹਾਰਦੀ, ਸੁਆਰਦੀ, ਪੂੰਝਦੀ, ਲਿਸ਼ਕਾਂਦੀ ਸੀ, ਉਹਨੇ ਹੀ ਤੇ ਘਰ ਦੀ ਇੱਕ ਇੱਕ ਚੀਜ਼ ਨੂੰ ਹੱਥੀਂ ਬਣਾਇਆ ਏ, ਉਹੀ ਤੇ ਚੌਂਕੇ ਵਿੱਚ ਸਾਰਾ ਦਿਨ ਕੰਮ ਕਰਦੀ ਏ, ਉਹਨੇ ਹੀ ਤੇ ਇਸ ਘਰ ਵਿੱਚ ਬੱਚੇ ਜੰਮੇ ਨੇ ਤਾਂ ਕਿ ਖਾਵੰਦ ਦੇ ਖਾਨਦਾਨ ਦਾ ਨਾਂ ਤੁਰਦਾ ਰਵੇ। ਔਰਤ ਜਿਹੜੀ ਬੁੱਢੇ ਵਾਰੇ ਆਪਣੇ ਪੁੱਤਰਾਂ ਦੀ ਬਾਂਦੀ ਬਣ ਕੇ ਉਹਨਾਂ ਕੋਲੋਂ ਮਹਿਜ਼ ਸਿਰ ਲੁਕਾਉਣ ਲਈ ਥਾਂ ਤੇ 2 ਵੇਲੇ ਦੀ ਰੋਟੀ ਮੰਗਦੀ ਏ ਤੇ ਮੁਥਾਜ ਹੋ ਜਾਂਦੀ ਏ ਉਹਨਾਂ ਦੀ। ਅਜੇ ਉਸ ਦਿਨ ਵਰਿੰਦਾਵਨ ਵਿੱਚ ਰਹਿ ਰਹੀਆਂ ਬੇਵਾ ਔਰਤਾਂ ਦੀ ਇੱਕ ਫਿਲਮ ਵਿੱਚ ਇੱਕ ਬਜ਼ੁਰਗ ਔਰਤ ਥੱਕੀ ਹਾਰੀ ਤੇ ਹਰਾਸੀ ਹੋਈ ਆਵਾਜ਼ ਵਿੱਚ ਕਹਿ ਰਹੀ ਸੀ, ਜਿਸਕਾ ਪਤੀ ਨਹੀਂ, ਪੁੱਤਰ नहीं, उसका जीवन तो नरक है, क्यों ना उस जीवन को भगवान के चरणों में अर्पण कर दें। ਔਰਤ ਜਿਹਦਾ ਖਾਮੋਸ਼ੀ ਨਾਲ ਕਤਲ ਹੁੰਦਿਆਂ ਰਹਿਣਾ ਹੀ ਸਹੁਰੇ ਪੇਕੇ ਖਾਨਦਾਨਾਂ ਦੀ ਇੱਜ਼ਤ ਦੀ, ਖਾਨਦਾਨ ਦੀ ਕਿਸੇ ਬੇਨਾਮ, ਬੇਚਿਹਰਾ ਤੇ ਨਜ਼ਰ ਨਾ ਆਉਣ ਵਾਲੀ ਪਰ ਹਰ ਵੇਲੇ ਮੌਜੂਦ, ਹਰ ਥਾਈਂ ਮੌਜੂਦ, ਖੁਦਾ ਦੀ ਹਸਤੀ ਵਾਂਗੂ ਹਰ ਥਾਈਂ ਮੌਜੂਦ ਆਬਰੂ ਦੀ ਰਖਵਾਲੀ ਲਈ ਨੀਹਾਂ ਭਰਨ ਦਾ ਕੰਮ ਕਰਦਾ ਏ। ਖਾਨਦਾਨਾਂ ਦੀ ਇਸ ਆਬਰੂ ਦਾ ਕੋਈ ਵਜੂਦ ਨਹੀਂ, ਹਵਾ ਹੈ ਇਹ, ਮਹਿਜ਼ ਹਵਾ, ਪਰ ਇਹਦੀ ਤੁਲਨਾ ਦੇਣ ਲਈ, ਰਤਾ ਕੁ ਸਮਝਾਉਣ ਲਈ ਕਿ ਇਹ ਆਖਰ ਹੈ ਕੀ ਚੀਜ਼, ਜਿਵੇਂ ਰੱਬ ਦੀ ਹਸਤੀ ਨੂੰ ਸਮਝਾਉਣ ਲਈ ਮੁਕੱਦਸ ਕਿਤਾਬਾਂ ਨੇ, ਪੀਰ ਫਕੀਰ, ਗੁਰੂ ਔਲੀਏ, ਸ਼ੰਕਰਾਚਾਰੀਆ, ਪਾਦਰੀ ਤੇ ਪੋਪ ਨੇ, ਮੰਦਰ, ਗੁਰਦੁਆਰੇ, ਗਿਰਜੇ, ਮਸੀਤਾਂ ਨੇ, ਇਹਨੂੰ ਹਮੇਸ਼ਾ ਮਰਦ ਦੀ ਪੱਗ ਜਾਂ ਮਰਦ ਦੀ ਮੁੱਛ ਨਾਲ ਤਸ਼ਬੀਹ ਦੇ ਕੇ ਸਮਝਾਇਆ ਜਾਂਦਾ ਏ। ਜੇ ਧੀ ਨੂੰ ਖੁਦਕੁਸ਼ੀ ਵੀ ਕਰ ਲਵੇ ਤਾਂ ਵੀ ਤੁਸੀਂ ਉਹਦੇ ਘਰ ਦੀਆਂ ਕੰਧਾਂ ਨਾਲ ਕੰਨ ਲਾ ਕੇ ਸੁਣ ਸਕਦੇ ਹੋ ਕਿ ਹਾਏ ਉਹ ਧੀ ਨਹੀਂ ਸੀ, ਸਰਾਪ ਸੀ ਕੋਈ, ਪਿਛਲੇ ਜਨਮ ਦੀ ਵੈਰਨ ਸੀ, ਪਿਓ ਦੀ ਪੱਗ ਮਿੱਟੀ ਵਿੱਚ ਰੋਲ ਗਈ, ਭਰਾਵਾਂ ਦੀਆਂ ਮੁੱਛਾਂ ਨੀਵੀਆਂ ਕਰ ਗਈ, ਹਾਏ ਨੀ ਮੈਂ ਤੇਰਾ ਜੰਮਦੀ ਦਾ ਗਲ ਕਿਉਂ ਨਾ ਕੁੱਟ ਦਿੱਤਾ, ਹਾਏ ਨੀ ਤੂੰ ਜੰਮਦੀ ਕਿਉਂ ਨਾ ਮਰ ਗਈਓ। ਉਹੀ ਔਰਤ ਇੱਕ ਸਾਬਤ ਮਨੁੱਖ ਵੀ ਹੋ ਸਕਦੀ ਏ, ਮਜ਼ਬੂਤ ਰੁੱਖ ਵਾਂਗੂ ਆਪਣੇ ਪੈਰ ਧਰਤੀ ਵਿੱਚ ਗੱਡ ਕੇ ਖੜੋਤੀ, ਆਸਮਾਨ ਦੀ ਵਿਸ਼ਾਲਤਾ ਹੇਠਾਂ ਆਪਣੀ ਹੋਂਦ ਨੂੰ ਮਾਣਦੀ ਤੇ ਮਹਿਸੂਸਦੀ, ਹਰੇ ਪੱਤਿਆਂ ਦੇ ਵਿਸਥਾਰ ਵਿੱਚੋਂ ਜ਼ਿੰਦਗੀ ਦੇ ਨਗਮੇ ਸੁਣਦੀ,
ਆਪਣੀਆਂ ਬਾਹਾਂ ਵਿੱਚ ਪੰਛੀਆਂ ਦੇ ਆਲ੍ਹਣੇ ਚੁੱਕਣ ਤੇ ਲੁਕਾਉਣ ਦੀ ਸਮਰੱਥਾ ਰੱਖਦੀ, ਖੁੱਲ੍ਹੀ ਧੁੱਪ ਤੇ ਹਵਾ ਤੇ ਮੀਂਹ ਪੀਂਦੀ, ਆਪਣੀਆਂ ਹੀ ਸ਼ਰਤਾਂ ਤੇ ਸਿਰਫ ਆਪਣੇ ਹੀ ਸਨਮੁਖ ਹੋ ਕੇ ਜਿਉਂਦੀ। ਇਹੀ ਮੇਰੀ ਦਾਸਤਾਨ ਦੇ ਅੰਦਰੋਂ ਸੂਰਜ ਦੀ ਕਿਰਨ ਵਾਂਗੂ ਫੁੱਟਦੀ ਸੱਚਾਈ ਏ, ਰੌਸ਼ਨੀ ਏ, ਚਮਤਕਾਰ ਏ। 64 ਹਮਦਰਦੀ? ਨਹੀਂ ਦੋਸਤੋ, ਹਮਦਰਦੀ ਨਾਲ ਨਫ਼ਰਤ ਏ ਮੈਨੂੰ। ਖਾਨਾ ਬਦੋਸ਼ ਛੱਪਣ ਮਗਰੋਂ ਜਦੋਂ ਵੀ ਕਿਸੇ ਨੇ ਮੈਨੂੰ ਹਮਦਰਦੀ ਦੇ 2 ਬੋਲ ਆਖੇ ਜਾਂ ਲਿਖੇ, ਮੈਨੂੰ ਸ਼ਰਮਸਾਰ ਕਰ ਗਏ। ਆਪਣੇ ਆਪ ਦੇ ਸਾਹਮਣੇ ਬੌਣਾ ਹੋ ਜਾਂਦਾ ਏ ਬੰਦਾ ਕਿਸੇ ਦੀ ਹਮਦਰਦੀ ਨਾਲ। ਮੈਂ ਤੇ ਖੁਦ ਆਪਣੇ ਆਪ ਨਾਲ ਹੀ ਆਪਣੀ ਹਮਦਰਦੀ ਨਹੀਂ ਹੋਣ ਦਿੰਦੀ, ਕਿਉਂਕਿ ਉਹਦੇ ਤੋਂ ਬਾਅਦ ਬੰਦਾ ਆਪਣੇ ਆਪ ਤੇ ਤਰਸ ਖਾਣ ਲੱਗ ਪੈਂਦਾ ਏ। ਬਹੁਤ ਖਤਰਨਾਕ ਤੇ ਸ਼ਰਮਨਾਕ ਹੁੰਦੀ ਏ ਉਹ ਹਾਲਤ, ਆਪਣੇ ਆਪ ਤੇ ਖੁਦ ਹੀ ਤਰਸ ਖਾਣ ਲੱਗ ਪੈਣਾ। ਹੋਛੀ, ਕਮੀਨੀ, ਕਮਜ਼ਰਫ, ਕੀੜੀਆਂ ਮਕੌੜਿਆਂ ਨਾਲੋਂ ਵੀ ਗਈ ਗੁਜ਼ਰੀ ਹਾਲਤ ਕਿ ਐ ਹਬੀਬੋ, ਮਿਹਰਬਾਨੋ, ਕਦਰਦਾਨੋ, ਹਮਵਤਨੋ, ਹਮਦਰਦੋ, ਹਮਸਾਇਓ, ਇੱਕ ਨਜ਼ਰ ਇੱਧਰ ਵੀ, ਅੱਲਾ ਦੇ ਨਾਂ ਤੇ। ਨਾਲੇ ਮੈਨੂੰ ਪਤਾ ਏ ਕਿ ਇਸ ਮੁਲਕ ਵਿੱਚ ਮੇਰੇ ਨਾਲੋਂ ਵੀ ਜ਼ਿਆਦਾ ਦੁਖੀ, ਛਟਪਟਾਉਂਦੀਆਂ, ਕਰਾਉਂਦੀਆਂ ਔਰਤਾਂ ਮੌਜੂਦ ਨੇ। ਉਹ ਜਿਹੜੀਆਂ ਸਾਰਾ ਦਿਨ ਮਿਹਨਤ ਮਸ਼ੱਕਤ ਕਰਕੇ 4 ਪੈਸੇ ਕਮਾਉਂਦੀਆਂ ਨੇ ਤੇ ਉਹ ਪੈਸੇ ਉਹਨਾਂ ਦੇ ਖਾਵੰਦ ਖੋਹ ਕੇ ਦਾਰੂ ਪੀ ਲੈਂਦੇ ਨੇ ਤੇ ਦਾਰੂ ਪੀ ਕੇ ਉਹਨਾਂ ਨੂੰ ਹੀ ਕੁੱਟਦੇ ਨੇ। ਉਹ ਜਿਹੜੀਆਂ ਬਚਪਨ ਵਿੱਚ ਹੀ ਬੇਵਾ ਹੋ ਜਾਂਦੀਆਂ ਨੇ ਤੇ ਜਿਨ੍ਹਾਂ ਦੇ ਰੇਸ਼ਮੀ ਵਾਲਾਂ ਨੂੰ ਭੇਡਾਂ ਵਾਂਗੂ ਮੁੰਨ ਕੇ ਉਹਨਾਂ ਨੂੰ ਸਾਰੀ ਉਮਰ ਅੱਧੀਆਂ ਭੁੱਖੀਆਂ ਰੱਖ ਕੇ ਸਾਰੇ ਘਰ ਦੀ ਸੇਵਾ ਟਹਿਲ ਲਈ ਲਾ ਦਿੱਤਾ ਜਾਂਦਾ ਏ। 2 ਰੋਟੀਆਂ ਦੇ ਬਦਲੇ, ਤਨ ਢੱਕਣ ਲਈ ਬਖਸ਼ੇ ਗਏ ਬੇਰੰਗ ਬੇਢੱਬ ਕੱਪੜਿਆਂ ਦੇ ਬਦਲੇ, ਸਿਰ ਤੇ ਛੱਤ ਦੇ ਬਦਲੇ, ਭਾਵੇਂ ਉਹ ਛੱਤ ਚੋਂਦੀ ਟਪਕਦੀ ਹੀ ਹੋਵੇ। ਘਰ ਖਾਨਦਾਨ ਦੀ ਇੱਜ਼ਤ ਨੂੰ 4 ਕੰਧਾਂ ਦੇ ਅੰਦਰ ਹੀ ਕੈਦ ਰੱਖਣ ਲਈ ਖਾਨਦਾਨ ਦੀ ਇੱਜ਼ਤ ਦੇ ਨਾਂ ਤੇ ਜ਼ਬ੍ਹਾ ਕੀਤੀਆਂ ਜਾਂਦੀਆਂ ਔਰਤਾਂ। ਅੱਧੀਆਂ ਭੁੱਖੀਆਂ ਇਸ ਕਰਕੇ ਰੱਖਿਆ ਜਾਂਦਾ ਏ ਤਾਂ ਕਿ ਉਹਨਾਂ ਨੂੰ ਕਿਸੇ ਹੋਰ ਭੁੱਖ ਪਿਆਸ ਦਾ ਚੇਤਾ ਹੀ ਨਾ ਆਵੇ। ਸਫੈਦ ਕਫਨਾਂ ਵਿੱਚ ਲਿਪਟੀਆਂ ਇਹੋ ਜਿਹੀਆਂ ਔਰਤਾਂ ਤੁਸੀਂ ਤਕਰੀਬਨ ਹਰ ਦੂਜੇ ਟੱਬਰ ਵਿੱਚ ਵੇਖ ਸਕਦੇ ਹੋ। ਚੁੱਪ-ਚਾਪ ਸਬਜ਼ੀ ਕੱਟਦੀਆਂ, ਰੋਟੀ ਪਕਾਉਂਦੀਆਂ, ਫਰਸ਼ਾਂ ਧੋਂਦੀਆਂ ਰਗੜਦੀਆਂ, ਭਾਂਡੇ ਕੂਚਦੀਆਂ ਮਾਂਜਦੀਆਂ, ਸੁਹਾਗਣਾ ਭਾਗਣਾ ਭਰਜਾਈਆਂ, ਦਰਾਣੀਆਂ, ਜਠਾਣੀਆਂ ਦੇ ਜੰਮੇ ਬੱਚਿਆਂ ਦਾ ਗੂੰ ਮੂਤਰ ਹੂੰਝਦੀਆਂ ਤੇ ਰਾਤੀ ਫਰਸ਼ ਤੇ ਚਟਾਈ ਵਿਛਾ ਕੇ ਅੱਧੇ ਭੁੱਖੇ ਢਿੱਡ ਨਾਲ ਨੀਂਦਰ ਤੇ ਜਾਗ ਦੇ ਭਿਆਨਕ ਨਾਈਟਮੇਅਰਾਂ ਦੇ ਵਿਚਕਾਰ ਝੂਲਦੀਆਂ। ਦਿਨ ਵੇਲੇ ਖੂੰਖਾਰ ਨਜ਼ਰਾਂ ਨਾਲ ਤੇ ਰਾਤ ਵੇਲੇ ਖੂੰਖਾਰ ਖਾਬਾਂ ਨਾਲ ਤਰਬਕਦੀਆਂ। ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲੋਂ ਜਾਗਦੀਆਂ ਤੇ ਅੱਧੀ ਰਾਤ ਤੱਕ ਘਿਸ-ਘਿਸ ਕੰਮ ਕਰਦੀਆਂ। ਬਿਨਾਂ ਤਨਖਾਹੋਂ, ਬਿਨਾਂ ਮੁੱਲ ਚੁਕਾਇਆ, ਉਮਰ ਭਰ ਲਈ ਬੇਜ਼ੁਬਾਨ ਗੁਲਾਮ ਔਰਤਾਂ। ਤੇ ਜਾਂ ਫਿਰ ਉਹਨਾਂ ਨੂੰ ਘਰੋਂ ਕੱਢ ਕੇ ਕਿਸੇ ਅਗਲੇ ਜਨਮ ਦੇ ਸੌਰ ਜਾਣ ਦਾ ਲਾਲਚ ਦੇ ਕੇ ਵਰਿੰਦਾਵਨ ਜਿਹੀਆਂ ਥਾਵਾਂ ਤੇ ਖਦੇੜ ਦਿੱਤਾ ਜਾਂਦਾ ਏ। ਪਿਛਲੇ ਜਨਮ ਦੇ ਖੋਟੇ ਕਰਮਾਂ ਦਾ ਫਲ ਇਸ ਜਨਮ ਵਿੱਚ ਪਾ ਲਿਆ ਤੁਸੀਂ। ਸੁਹਾਗ ਗੁਆ ਲਿਆ, ਸੰਦੂਰ ਗਿਆ ਤਾਂ ਘਰ ਦੀਆਂ ਚਾਬੀਆਂ ਦਾ ਗੁੱਛਾ ਵੀ ਗਿਆ। ਕਿਸੇ ਚੀਜ਼ ਤੇ ਹੱਕ ਨਹੀਂ ਤੁਹਾਡਾ, ਸਭ ਪਿਛਲੇ ਜਨਮ ਦੇ ਮਾੜੇ ਕਰਮਾਂ ਦਾ ਫਲ। ਹੁਣ ਕਮ ਸੇ ਕਮ ਇਹ ਜਨਮ ਤਾਂ ਸੁਧਾਰ ਲਵੋ। ਵਰਿੰਦਾਵਨ ਜਾ ਕੇ ਕ੍ਰਿਸ਼ਨ ਦੀ ਭਗਤੀ ਕਰੋ, ਉਹੀ ਹੈ ਸੱਚਾ ਪਤੀ। ਛੱਡੋ ਇਹ ਮੋਹ ਮਾਇਆ ਦੇ ਜੰਜਾਲ। ਜਦੋਂ ਜ਼ਿੰਦਗੀ ਦਾ ਸਵਾਮੀ ਹੀ ਨਾ ਰਿਹਾ ਤਾਂ ਬਾਕੀ ਸਭ ਤਾਂ ਮਿੱਟੀ ਹੈ। ਘਰ ਬਾਹਰ, ਬਾਲ ਬੱਚੇ, ਨਾਤੇ ਰਿਸ਼ਤੇਦਾਰ, ਸਭ ਇਹਨਾਂ ਨਾਲ ਮੋਹ ਛੱਡੋ ਤੇ ਜਾ ਕੇ ਆਪਣਾ ਅਗਲਾ ਜਨਮ ਸਵਾਰੋ। ਫਿਕਰ ਨਾ ਕਰੋ, ਤੁਹਾਡੇ ਬੱਚਿਆਂ ਦੇ ਵੱਡੇ ਹੋਣ ਤੱਕ ਅਸੀਂ ਤੁਹਾਡਾ ਘਰ ਆਪੇ ਸਾਂਭ ਲਵਾਂਗੇ, ਤੁਹਾਡੀਆਂ ਜ਼ਮੀਨਾਂ ਆਪੇ ਵਾਹ ਲਵਾਂਗੇ, ਤੁਹਾਡੇ ਸਵਾਮੀਆਂ ਦੇ ਛੱਡੇ ਕਾਰੋਬਾਰ ਸੰਭਾਲਾਂਗੇ। ਆਖਰ ਤੁਹਾਡੇ ਬੱਚੇ ਵੀ ਤਾਂ ਸਾਡੇ ਹੀ ਖਾਨਦਾਨ ਦੇ ਚਿਰਾਗ ਨੇ। ਬੱਚਿਆਂ ਨੂੰ ਵੀ ਤੇ ਪਾਲਣਾ ਹੈ ਅਸਾਂ, ਉਹਨਾਂ ਦੇ ਸਾਰੇ ਖਰਚੇ ਵੀ ਤੇ ਅਸਾਂ ਹੀ ਕਰਨੇ ਨੇ, ਤੁਹਾਡੀਆਂ ਕੁੜੀਆਂ ਦੇ ਵਿਆਹ ਵੀ ਕਰਨੇ ਨੇ। ਇਹ ਤੇ ਅਸੀਂ ਹੀ ਹਾਂ, ਧਰਮੀ ਦਿਲਾਂ ਵਾਲੇ, ਤਰਸ ਨਾਲ ਤੇ ਹਮਦਰਦੀ ਨਾਲ ਭਰੇ ਦਿਲਾਂ ਵਾਲੇ, ਜਿਹੜੇ ਤੁਹਾਡੇ ਅਗਲੇ ਜਨਮ ਦੇ ਸੌਰਨ ਦੀ ਖਾਤਰ ਆਪਣੇ ਆਰਾਮ ਦਾ ਬਲੀਦਾਨ ਕਰ ਰਹੇ ਹਾਂ। ਤੁਹਾਡੀਆਂ ਜ਼ਮੀਨਾਂ, ਜਾਇਦਾਦਾਂ, ਕਾਰੋਬਾਰ, ਘਰ, ਬਾਲ ਬੱਚੇ ਸਾਂਭਣ ਦੀ ਮੁਸੀਬਤ ਆਪਣੇ ਗਲ ਪਾ ਰਹੇ ਹਾਂ। ਵਰਿੰਦਾਵਨ ਦੇ ਮੰਦਰ, ਜਿਨ੍ਹਾਂ ਦੇ ਖੂੰਜਿਆਂ ਵਿੱਚ ਉਹ ਪੁੰਜੇ ਸੌਂ ਕੇ, ਮੁੱਠ ਚੌਲ ਰਿੰਨ ਕੇ ਤੇ ਖਾ ਕੇ, 8-8 ਘੰਟੇ ਭਜਨ ਗਾ ਕੇ ਤੇ 8 ਘੰਟਿਆਂ ਦੀ ਮਿਹਨਤ ਦੇ ਬਦਲੇ 1 ਕੌਲੀ ਚੌਲਾਂ ਦੀ ਤੇ 2 ਰੁਪਈਏ ਝੋਲੀ ਵਿੱਚ ਪਵਾ ਕੇ ਆਪਣੇ ਆਪ ਨੂੰ ਧਨ ਸਮਝਦੀਆਂ ਨੇ। ਕ੍ਰਿਸ਼ਨ ਨਾਲ ਵਿਆਹੀਆਂ, ਸਾਰੀਆਂ ਦੀਆਂ ਸਾਰੀਆਂ, ਕੰਗਰੋੜ ਕਾਇਆ ਤੇ ਲਿਪਟੀ, ਕਸਮੈਲੀ ਚੁਰੜਾਈ ਚਮੜੀ ਦਾ ਉਛਾੜ ਤੇ ਉਹਦੇ ਉੱਤੇ ਮੈਲੀ ਧੋਤੀ, ਜਵਾਨ, ਅਧਖੜ, ਬਜ਼ੁਰਗ ਔਰਤਾਂ। ਕ੍ਰਿਸ਼ਨ ਭਲਾ ਕਿਉਂ ਵੇਖੇਗਾ ਉਹਨਾਂ ਵੱਲ? ਕ੍ਰਿਸ਼ਨ ਤਾਂ ਸੁਹੱਪਣ ਦਾ ਪੁਜਾਰੀ ਏ। ਕਿਹੜਾ ਮਰਦ ਏ ਜਿਹੜਾ ਸੁਹੱਪਣ ਦਾ ਪੁਜਾਰੀ ਨਹੀਂ? ਸਾਂਵਲੇ ਸਲੋਨੇ, ਸੁਹੱਪਣ ਦੇ ਰਸੀਏ ਕ੍ਰਿਸ਼ਨ ਦੀ ਤਾਂ ਗੱਲ ਹੀ ਛੱਡੋ, ਕਿਹੜਾ ਮਰਦ ਏ ਜਿਹੜਾ ਇਹਨਾਂ ਕੰਗਰੋੜਾਂ ਵੱਲ ਤੱਕੇਗਾ? ਹਾਂ, ਜਵਾਨ ਕੁੜੀਆਂ ਜ਼ਰੂਰ ਪੁਜਾਰੀਆਂ ਦੀਆਂ ਮਿਹਰਬਾਨੀਆਂ ਦਾ ਸ਼ਿਕਾਰ ਹੋ ਜਾਂਦੀਆਂ ਨੇ। ਵਰਿੰਦਾਵਨ ਦੇ ਮੰਦਰ, ਜਿਵੇਂ ਦੁੱਧੋਂ ਸੁੱਕੇ ਕੰਗਰੋੜ ਜਿਹੇ ਡੰਗਰਾਂ ਦੇ ਵਾੜੇ। ਗਊਸ਼ਾਲਾਵਾਂ, ਬੜਾ ਪੁੰਨ ਦਾ ਕੰਮ ਏ ਜੀ ਗਊਸ਼ਾਲਾ ਖੋਲ੍ਹਣੀਆਂ। ਧਰਮੀਓ ਧਰਮ ਕਮਾਓ, ਦਾਨੀਓ ਦਾਨ ਦਿਓ। ਤੇ ਫਿਰ ਉਹ ਔਰਤਾਂ ਜਿਨ੍ਹਾਂ ਨੂੰ ਧਤੂਰਾ ਪਿਆ ਕੇ, ਅਫੀਮ ਚਟਾ ਕੇ, ਸ਼ਿੰਗਾਰ ਕੇ, ਵਹੁਟੀਆਂ ਦੁਲਹਨਾਂ ਬਣਾ ਕੇ ਉਹਨਾਂ ਦੇ ਮੋਏ ਪਤੀਆਂ ਦੀਆਂ ਚਿਤਾਵਾਂ ਤੇ ਸਾੜ ਦਿੱਤਾ ਜਾਂਦਾ ਏ। ਜੈ ਸਤੀ ਮਾਤਾ ਦੇ ਬੌਰਾਏ ਨਾਅਰਿਆਂ ਵਿੱਚ ਤੇ ਵੱਜਦੇ ਢੋਲਾਂ ਦੀ ਧਮਕ ਵਿੱਚ ਉਹਨਾਂ ਦੀਆਂ ਧਰਤੀ ਆਸਮਾਨ ਨੂੰ ਪਾੜਨ ਵਾਲੀਆਂ ਚੀਖਾਂ ਹਟ ਜਾਂਦੀਆਂ ਨੇ। ਜਾਂ ਪ੍ਰਕਾਸ਼ ਮਾਸੀ ਵਰਗੀਆਂ ਔਰਤਾਂ
ਜਿਹੜੀਆਂ ਆਪਣੇ ਖਾਵਨ ਦੇ ਹੱਥੋਂ ਜ਼ਹਿਰ ਖਾ ਕੇ ਮਰਿਆਦਾ ਪਾਲਦੀਆਂ ਨੇ, ਧਰਮ ਨਿਭਾਉਂਦੀਆਂ ਨੇ, ਖਾਨਦਾਨਾਂ ਦੀ ਲਾਜ ਢੱਕਦੀਆਂ ਨੇ। ਬਲਾਤਕਾਰ ਦੀਆਂ ਸ਼ਿਕਾਰ ਔਰਤਾਂ। ਬਾਹਰਲੇ ਬਲਾਤਕਾਰ ਤਾਂ ਖਬਰਾਂ ਬਣ ਜਾਂਦੇ ਨੇ, ਪਰ ਘਰਾਂ ਵਿੱਚ ਹੁੰਦੇ, ਹਰ ਰੋਜ਼ ਹੁੰਦੇ ਲੱਖਾਂ ਬਲਾਤਕਾਰ, ਜਿਨ੍ਹਾਂ ਨੂੰ ਚੁੱਪ-ਚਾਪ ਸਹਿਣਾ ਔਰਤ ਦੇ ਧਰਮ ਵਿੱਚ ਸ਼ਾਮਲ ਏ। ਅਣਚਾਹਿਆ ਸੈਕਸ, ਅਣਚਾਹੇ ਬੱਚੇ, ਇਸ ਮੁਲਕ ਦੀਆਂ ਹਜ਼ਾਰਾਂ, ਲੱਖਾਂ, ਕਰੋੜਾਂ ਬੇਜ਼ੁਬਾਨ ਔਰਤਾਂ, ਬੇਜ਼ੁਬਾਨ ਗਊਆਂ। ਧਰਮੀਆਂ ਦਾ ਦੇਸ਼ ਏ ਇਹ। ਹਜ਼ਾਰਾਂ ਸਾਲ ਪੁਰਾਣੀ ਇਹਦੀ ਸੱਭਿਅਤਾ ਏ। ਸੱਭਿਅਤਾ ਦੀ ਪੁਰਾਤਨਤਾ ਦੀ ਲਾਜ ਉਹਦੀਆਂ ਪੁਰਾਤਨ ਰਵਾਇਤਾਂ ਨੂੰ ਜ਼ਿੰਦਾ ਰੱਖ ਕੇ ਹੀ ਸਾਂਭੀ ਜਾ ਸਕਦੀ ਏ। ਪੁਰਾਤਨ ਦਾ ਮਤਲਬ ਚਾਹੇ ਘੁਣ ਖਾਧੀਆਂ, ਅੰਦਰੋਂ ਖੋਖਲੀਆਂ ਹੋ ਚੁੱਕੀਆਂ ਲੱਕੜਾਂ ਹੋਣ। ਪੁਰਾਤਨ ਦਾ ਮਤਲਬ ਚਾਹੇ ਬੋ ਮਾਰਦੇ, ਕਾਈ ਜੰਮੇ, ਇੱਕੋ ਥਾਂ ਤੇ ਸਦੀਆਂ ਤੋਂ ਰੁਕੇ ਪਾਣੀ ਹੋਣ, ਜਿਨ੍ਹਾਂ ਵਿੱਚ ਕੀੜੇ ਕੁਲਬੁਲਾਉਂਦੇ ਨੇ ਤੇ ਸੱਪ ਮੇਲਦੇ ਨੇ। ਖੋਖਲੀਆਂ, ਗਲੀਆਂ ਸੜੀਆਂ, ਸੜਿਆਂਤ ਛੱਡਦੀਆਂ ਪੁਰਾਤਨ ਰਵਾਇਤਾਂ। ਤੇ ਮੈਂ ਵੀ ਬੜੀ ਫਰਮਾਬਰਦਾਰੀ ਤੇ ਬਰਖੁਰਦਾਰੀ ਨਾਲ, ਜਿਸ ਤਰ੍ਹਾਂ ਕਿ ਸ਼ਰੀਫ ਖਾਨਦਾਨਾਂ ਦੀਆਂ ਨੂੰਹਾਂ ਧੀਆਂ ਨੂੰ ਕਰਨਾ ਹੀ ਚਾਹੀਦਾ ਏ, ਇਹਨਾਂ ਰਵਾਇਤਾਂ ਦੀ ਚਿਖਾ ਵਿੱਚ ਸੜ ਰਹੀ ਸਾਂ। ਸੜਦਿਆਂ ਇੱਕ ਦਿਨ ਅਚਾਨਕ ਉੱਠੀ ਤੇ ਉਸ ਚਿਖਾ ਵਿੱਚੋਂ ਸਾਬਤ ਸਬੂਤ ਬਾਹਰ ਆ ਖਲੋਤੀ। ਬਸ ਇਹੀ ਏ ਸਾਰੇ ਕੂੜੇ ਕਬਾੜੇ ਦਾ ਇਤਿਹਾਸ ਤੇ ਜੁਗਰਾਫੀਆ। ਕਿੰਨਾ ਵੀ ਬੇਕਾਰ ਕਿਉਂ ਨਾ ਹੋਵੇ, ਮੇਰੇ ਲਈ ਇਹ ਇੱਕ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਇਸ ਉਮੀਦ ਵਿੱਚ ਕਹਿ ਰਹੀ ਹਾਂ ਇਹ ਸਭ ਕਿ ਸ਼ਾਇਦ ਕੋਈ ਹੋਰ ਵੀ ਕੂੜਾ ਕਬਾੜਾ ਸਮਝੀ ਜਾ ਰਹੀ ਔਰਤ ਇੱਕ ਦਿਨ ਇਹ ਕ੍ਰਿਸ਼ਮਾ ਕਰ ਵਿਖਾਏ ਕਿ ਜ਼ਮੀਨਦੋਜ਼ ਟਨਲ ਵਿੱਚ ਰੁਕ ਕੇ ਸਾਹ ਲੈਂਦੀ ਉਸ ਔਰਤ ਨੂੰ ਸੁਰੰਗ ਦੇ ਦੂਜੇ ਸਿਰੇ ਤੇ ਕੋਈ ਟਿਮਟਿਮਾਂਦੀ ਲੋ ਨਜ਼ਰ ਆ ਜਾਏ ਸ਼ਾਇਦ। ਉਂਝ ਹੁੰਦਾ ਇਹ ਬਹੁਤ ਮੁਸ਼ਕਿਲ ਏ, ਕਿਉਂਕਿ ਮੈਂ ਕਿਹਾ ਏ ਨਾ ਕਿ ਜਦੋਂ ਤੁਹਾਨੂੰ ਕੂੜਾ ਕਬਾੜਾ ਸਮਝਿਆ ਜਾਂਦਾ ਏ ਤਾਂ ਤੁਸੀਂ ਖੁਦ ਆਪਣੇ ਆਪ ਨੂੰ ਕੂੜਾ ਕਬਾੜਾ ਸਮਝਣ ਲੱਗ ਪੈਂਦੇ ਹੋ। ਫੇਰ ਕੋਈ ਉਮੀਦ ਬਾਕੀ ਨਹੀਂ ਬਚਦੀ। ਖੈਰ, ਫਿਲਹਾਲ ਆਪਣੀ ਦਾਸਤਾਨ ਜਾਰੀ ਰੱਖਾਂ। ਮੈਂ ਖਾਨਾ ਬਦੋਸ਼ ਵਿੱਚ ਵੀ ਕਿਹਾ ਸੀ ਕਿ ਇਹ ਅਧੂਰਾ ਸੱਚ ਏ ਕਿ ਦੁੱਖ ਦਾਰੂ ਹੁੰਦਾ ਏ ਤੇ ਸੁੱਖ ਰੋਗ ਹੁੰਦਾ ਏ। ਦੁੱਖ ਨੇ ਦਾਰੂ ਕੀ ਬਣਨਾ ਏ? ਉਹਦੀ ਵੁੱਕਤ ਹੀ ਕੀ ਏ ਦਾਰੂ ਬਣਨ ਦੀ? ਉਹ ਤਾਂ ਤੁਹਾਡੀ ਸਾਰੀ ਸੋਚ ਨੂੰ, ਸਾਰੇ ਅਹਿਸਾਸਾਂ ਨੂੰ ਪੇਂਜੇ ਵਾਂਗੂ ਪਿੰਜ ਕੇ ਤੁਹਾਡੇ ਤੂੰਬੇ ਉਡਾ ਦਿੰਦਾ ਏ। ਦੁੱਖ ਵਿੱਚ, ਗੁਰਬਤ ਵਿੱਚ ਤਾਂ ਬੰਦਾ ਮਹਿਜ਼ ਕੀੜੀ ਬਣ ਕੇ ਰਹਿ ਜਾਂਦਾ ਏ, ਆਪਣੇ ਆਪ ਨੂੰ ਹੋਰ ਛੋਟਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹ ਕਿਸੇ ਖੁੱਡ ਵਿੱਚ ਲੁਕ ਸਕੇ ਤੇ ਕਿਸੇ ਨੂੰ ਨਜ਼ਰ ਨਾ ਆਵੇ। ਕਮੀਨੀ, ਕਮਜ਼ਰਫ ਕੀੜੀ ਦਾਣਾ ਦਾਣਾ ਢੋ ਕੇ ਆਪਣੀ ਖੁੱਡ ਵੱਲ ਲਿਜਾਂਦੀ। ਗੁਰਬਤ ਦਾ ਮਾਰਿਆ ਬੰਦਾ ਤੇ ਸਗੋਂ ਕੀੜੀ ਨਾਲੋਂ ਵੀ ਗਿਆ ਗੁਜ਼ਰਿਆ ਹੁੰਦਾ ਏ, ਕਿਉਂਕਿ ਕੀੜੀ ਤਾਂ ਮੀਂਹ ਵਾਲੇ ਦਿਨਾਂ ਲਈ ਖਾਣ ਪੀਣ ਦਾ ਸਮਾਨ ਇਕੱਠਾ ਕਰਕੇ ਰੱਖਦੀ ਏ। ਮੀਂਹਾਂ, ਕੱਕਰਾਂ, ਪਾਲਿਆਂ ਦੇ ਦਿਨਾਂ ਵਿੱਚ ਉਹ ਸ਼ਾਹਣੀ ਵਾਂਗੂ ਆਪਣੇ ਘਰ ਬੈਠੀ ਹੌਲੀ-ਹੌਲੀ ਆਪਣੀਆਂ ਇਕੱਠੀਆਂ ਕੀਤੀਆਂ ਚੀਜ਼ਾਂ ਨੂੰ ਖਾਂਦੀ ਰਹਿੰਦੀ ਏ। ਪਰ ਗੁਰਬਤ ਦੇ ਮਾਰੇ ਬੰਦੇ ਲਈ ਉਹ ਧੁੱਪ ਵਾਲੇ ਦਿਨ ਹੀ ਨਹੀਂ ਆਉਂਦੇ ਜਦੋਂ ਉਹ ਮੀਂਹ ਵਾਲੇ ਦਿਨਾਂ ਲਈ ਕੁਝ ਬਚਾ ਕੇ ਰੱਖ ਸਕੇ। ਉਹਦੀ ਤਾਂ ਪੂਰੀ ਜ਼ਿੰਦਗੀ ਮੀਂਹਾਂ ਵਿੱਚ ਭਿੱਜਦਿਆਂ ਲੰਘਦੀ ਏ। ਗੁਰਬਤ ਵਿੱਚ ਬੰਦਾ ਬੇਹੱਦ ਕਮੀਨਾ ਹੋ ਜਾਂਦਾ ਏ, ਕਿਉਂਕਿ ਉਹਨੇ ਰੋਜ਼ ਖੂਹ ਪੁੱਟ ਕੇ ਰੋਜ਼ ਪਾਣੀ ਪੀਣਾ ਹੁੰਦਾ ਏ, ਰੋਜ਼ ਮੁਸ਼ੱਕਤ ਕਰਕੇ ਰਾਤੀਂ ਚੁੱਲ੍ਹਾ ਬਾਲਣਾ ਹੁੰਦਾ ਏ। ਮੈਂ ਵੀ ਰੋਜ਼ ਖੂਹ ਪੁੱਟ ਰਹੀ ਸਾਂ ਤਾਂ ਕਿ ਮੇਰੀਆਂ ਬੱਚੀਆਂ ਧਰਿਆਈਆਂ ਨਾ ਮਰ ਜਾਣ। ਰੋਜ਼ ਮੁਸ਼ੱਕਤ ਕਰ ਰਹੀ ਸਾਂ ਤਾਂ ਕਿ ਰਾਤੀਂ ਚੁੱਲ੍ਹਾ ਬਲ ਸਕੇ ਤੇ ਉਹ ਭੁੱਖੀਆਂ ਹੀ ਨਾ ਸੌਂ ਜਾਣ। ਉਸ ਘਰ ਵਿੱਚ ਜਿਸ ਵਿੱਚ ਰਾਜ ਰਾਤੀਂ ਆਪਣੇ ਕਮਰੇ ਦੀ ਅੰਦਰੋਂ ਚਿਟਕਣੀ ਲਾ ਕੇ ਅੱਧਾ ਪੌਣਾ ਘੰਟਾ ਉਸ ਦਿਨ ਦੇ ਕਮਾਏ ਨੋਟ ਗਿਣਦੇ ਰਹਿੰਦੇ, ਫਿਰ ਉਹਨਾਂ ਨੂੰ ਪਿਆਰ ਨਾਲ ਪਲੋਸ ਕੇ ਰੁਮਾਲ ਵਿੱਚ ਗੰਢ ਬੰਨ੍ਹਦੇ ਤੇ ਆਪਣੀ ਗੋਦਰੇਜ ਦੀ ਅਲਮਾਰੀ ਦੇ ਅੰਦਰਲੇ ਸੇਫ ਵਿੱਚ ਰੱਖ ਕੇ ਪਹਿਲੋਂ ਸੇਫ ਨੂੰ ਜੰਦਰਾ ਲਾਉਂਦੇ, ਫਿਰ ਅਲਮਾਰੀ ਨੂੰ ਤੇ ਚਾਬੀਆਂ ਦਾ ਗੁੱਛਾ ਬੋਝੇ ਵਿੱਚ ਪਾ ਕੇ ਬੋਝੇ ਨੂੰ ਉੱਤੋਂ ਇਸ ਤਰ੍ਹਾਂ ਥਪਥਪਾਉਂਦੇ ਜਿਸ ਤਰ੍ਹਾਂ ਲੋਕੀ ਪਾਲਤੂ ਕੁੱਤਿਆਂ ਬਿੱਲੀਆਂ ਨੂੰ ਥਪਥਪਾਉਂਦੇ ਨੇ। 66 20-21 ਦਿਨ ਤੱਕ ਹੱਥ ਇੰਨਾ ਤੰਗ ਹੋ ਜਾਂਦਾ ਕਿ ਘਰ ਵਿੱਚ ਮੱਖਣ ਤੇ ਅੰਡੇ ਲਿਆਉਣੇ ਬੰਦ ਕਰਨੇ ਪੈਂਦੇ। ਅੰਡੇ ਮੱਖਣ ਆਉਣੇ ਬੰਦ ਹੁੰਦੇ ਤਾਂ ਰਾਜ ਤਿਲ ਮਿਲਾ ਜਾਂਦੇ, ਚੀਖਦੇ, ਇਹ ਘਰ ਏ ਕਿ ਕਬਾੜਖਾਨਾ? ਕਮੀਨੀ ਔਰਤ ਨੇ ਭੁੱਖ ਨੰਗ ਵਰਤਾਈ ਹੋਈ ਏ। ਉਸ ਵੇਲੇ ਤੇ ਇਹਦੇ ਪਿਓ ਨੇ ਵੀ ਆਕੜ ਕੇ ਕਹਿ ਦਿੱਤਾ ਕਿ ਤਨਖਾਹ ਜੋ ਆਪਣੇ ਕੋਲ ਰੱਖੇਗੀ ਤੇ ਰਸੋਈ ਦਾ ਸਾਰਾ ਖਰਚ ਹੀ ਤੁਰੇਗੀ। ਤੁਰ ਰਿਹਾ ਏ ਨਾ ਰਸੋਈ ਦਾ ਖਰਚ ਹੁਣ। ਤਨਖਾਹ ਖੌਰੇ ਕਿਹੜੇ ਯਾਰਾਂ ਤੇ ਲੁਟਾ ਆਉਂਦੀ ਏ। ਘਰ ਦਾ ਬੱਚਿਆਂ ਦਾ ਖਿਆਲ ਹੋਵੇ ਤਾਈਂ ਤੇ ਤੁਰਦੇ ਨੇ ਘਰ। ਤੇ ਪਿਓ, ਜਿਸ ਦੀ ਕਮਾਈ ਦੀ ਇੱਕ ਵੀ ਗਰਾਹੀ ਮੇਰੀਆਂ ਬੱਚੀਆਂ ਨੇ ਕਦੇ ਨਹੀਂ ਖਾਧੀ, ਜਿਹਦੀ ਕਮਾਈ ਦੀ ਇੱਕ ਲੀਰ ਵੀ ਮੇਰੀਆਂ ਬੱਚੀਆਂ ਨੇ ਕਦੇ ਨਹੀਂ ਹੰਢਾਈ। ਇਸੇ ਕਰਕੇ ਉਹਨਾਂ ਦੀ ਮੌਤ ਤੋਂ ਮਗਰੋਂ ਜਦੋਂ ਮੇਰੇ ਸਹੁਰੇ ਟੱਬਰ ਦੇ ਲੋਕ ਕਾਹਲੀ ਤਰੁੰਡ ਕੇ ਹੂੰਝ ਕੇ ਸਮੇਟ ਰਹੇ ਸਨ ਸਭ ਕੁਝ, ਮੈਂ ਕਹਿ ਦਿੱਤਾ ਸੀ ਕਿ ਆਰਾਮ ਨਾਲ ਲੈ ਜਾਣਾ ਸਾਰਾ ਸਾਮਾਨ, ਮੈਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣਾ। ਮੇਰੀਆਂ ਬੱਚੀਆਂ ਨੂੰ ਜਿਹਨੇ ਜਿਉਂਦੇ ਜੀ ਰੋਟੀ ਦੀ ਇੱਕ ਗਰਾਹੀ ਲਈ ਤਰਸਾਇਆ ਏ, ਜਿਹਨੇ ਆਪਣੀ ਕਮਾਈ ਚੋਂ ਕਦੇ ਉਹਨਾਂ ਨੂੰ ਨਾ ਰੋਟੀ ਦਿੱਤੀ, ਨਾ ਕੱਪੜਾ, ਨਾ ਸਕੂਲ, ਨਾ ਕਿਤਾਬਾਂ, ਉਹਦੇ ਮਰਨ ਤੋਂ ਬਾਅਦ ਮੈਂ ਉਹਦੇ ਕਿਸੇ ਪੈਸੇ ਵੱਲ ਤੱਕਾਂਗੀ ਵੀ? ਹਰਗਿਜ਼ ਨਹੀਂ। ਸਾਰਿਆਂ ਨੇ ਕਿਹਾ ਸੀ, ਬੇਵਕੂਫ ਔਰਤ, ਹੈ ਤਾਂ ਤੇਰੀਆਂ ਕੁੜੀਆਂ ਦਾ ਹੀ ਹੱਕ, ਤੂੰ ਨਹੀਂ ਕੁਝ ਲੈਣਾ ਤਾਂ ਨਾ ਲੈ, ਕੁੜੀਆਂ ਦਾ ਹੱਕ ਕਾਹਨੂੰ ਮਾਰਨੀ ਏ? ਪਰ ਲੋਕਾਂ ਦਾ ਜਿਹੜਾ ਲੌਜਿਕ ਹੁੰਦਾ ਏ, ਕੁੱਲ ਦੁਨੀਆ ਦਾ ਜਿਹੜਾ ਲੌਜਿਕ ਹੁੰਦਾ ਏ, ਉਹਦੇ ਨਾਲ ਮਨ ਦੇ ਲੌਜਿਕ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਰੂਹ ਦੇ ਲੌਜਿਕ ਦਾ ਕੋਈ ਦੂਰ ਦੁਰਾਡਾ ਰਿਸ਼ਤਾ ਵੀ ਨਹੀਂ ਹੁੰਦਾ।
ਮੈਂ ਰਾਜ ਦਾ ਘਰ ਉਹਦੇ ਮਾਪਿਆਂ ਨੂੰ ਲੈ ਲੈਣ ਦਿੱਤਾ। ਘਰ ਦਾ ਸਾਰਾ ਸਮਾਨ ਲੈ ਲੈਣ ਦਿੱਤਾ। ਕਾਰ ਦੇ ਕਾਗਜ਼ਾਂ 'ਤੇ ਜਿਹੜੇ ਦਸਤਖਤ ਉਹਨਾਂ ਕਰਵਾਏ ਕਰ ਦਿੱਤੇ। ਇੰਸ਼ੋਰੈਂਸ ਦੇ ਕਾਗਜ਼ਾਂ 'ਤੇ, ਸ਼ੇਅਰਾਂ ਦੇ ਕਾਗਜ਼ਾਂ 'ਤੇ, ਕੋਈ 100-200 ਕਾਗਜ਼ਾਂ 'ਤੇ ਉਹਨਾਂ ਲੋਕਾਂ ਨੇ ਮੇਰੇ ਦਸਤਖਤ ਕਰਵਾਏ ਤੇ ਮੈਂ ਕਰਦੀ ਚਲੀ ਗਈ। ਮੈਂ ਗਿੱਧ ਨਹੀਂ ਸਾਂ ਬਣਨਾ ਚਾਹੁੰਦੀ ਕਿ ਕਿਸੇ ਮਰ ਚੁੱਕੇ ਬੰਦੇ ਕੋਲੋਂ ਉਹ ਸਭ ਤਰੁੰਡ ਲਵਾਂ ਜਿਹੜਾ ਉਹਨੇ ਜਿਉਂਦੇ ਜੀ ਕਦੇ ਮੇਰੇ ਨਾਲ ਸਾਂਝਾ ਨਹੀਂ ਸੀ ਕੀਤਾ। ਗੋਦਰੇਜ ਦੇ ਠੰਡੇ ਲੋਹੇ ਨੂੰ ਜਿਉਂਦੇ ਧੜਕਦੇ ਦਿਲਾਂ ਨਾਲੋਂ ਜ਼ਿਆਦਾ ਮਹਿਫੂਜ਼ ਸਮਝਿਆ ਸੀ। ਉਹਨਾਂ ਨੇ ਹਮੇਸ਼ਾ ਸਾਨੂੰ ਭੁੱਖਿਆ ਮਾਰਿਆ ਸੀ ਤੇ ਅਸੀਂ ਮਗਰੋਂ ਇਹ ਭੁੱਖ ਹੀ ਪੋਟਲੀ ਵਿੱਚ ਬੰਨ੍ਹ ਕੇ ਉਹਨਾਂ ਦੇ ਘਰੋਂ ਤੁਰ ਆਈਆਂ ਸਾਂ। ਹੁਣ ਤੇ ਖੈਰ ਪਹਿਲੀ ਵਾਰੀ ਅਸੀਂ ਰੱਜ ਕੇ ਰੋਟੀ ਖਾ ਰਹੀਆਂ ਸਾਂ। ਪਹਿਲੀ ਵਾਰੀ, ਯਾਨੀ ਉਹਨਾਂ ਦੀ ਮੌਤ ਤੋਂ ਸਿਰਫ 15 ਦਿਨ ਪਹਿਲਾਂ ਇੱਕ ਵੱਡਾ ਸਾਰਾ ਘਰ ਕਿਰਾਏ 'ਤੇ ਲਿਆ ਸੀ, ਜਿਹਦੇ ਵਿੱਚ ਜ਼ਿੰਦਗੀ ਵਿੱਚ ਪਹਿਲੀ ਵਾਰੀ ਸਾਡੇ ਤਿੰਨਾਂ ਦੇ ਆਪੋ ਆਪਣੇ ਕਮਰੇ ਸਨ ਤੇ ਕਮਰਿਆਂ ਦੇ ਸਾਹਮਣੇ ਸਾਵੀ ਹਰਿਆਲੀ ਸੀ। ਮਸਾਂ 20-21 ਤਰੀਕ ਤੱਕ ਅੰਡੇ ਮੱਖਣ ਆ ਸਕਦੇ ਸਨ। ਉਸ ਤੋਂ ਬਾਅਦ ਸਿਰਫ ਰੋਟੀ, ਚਾਹ ਤੇ ਦੁੱਧ। ਦੁੱਧ ਮੈਂ ਖੁਦ ਕਦੇ ਨਹੀਂ ਸਾਂ ਪੀਂਦੀ ਤਾਂ ਕਿ ਬੱਚਿਆਂ ਲਈ ਤੇ ਰਾਜ ਲਈ ਬਚਿਆ ਰਵੇ। 200 ਤੋਂ ਸ਼ੁਰੂ ਹੋਈ ਤਨਖਾਹ 7-8 ਸਾਲਾਂ ਮਗਰੋਂ ਮਸਾਂ 300-350 ਦੇ ਏੜ-ਗੇੜ ਵਿੱਚ ਪਹੁੰਚੀ ਸੀ। ਜੇ ਤਨਖਾਹ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਤਾਂ 15 ਦਿਨ ਵੀ ਨਾ ਲੰਘਦੇ। ਇਹ ਤੇ ਮੈਂ ਹੀ ਸਾਂ ਜਿਹਨੂੰ ਨਾ ਭੁੱਖ ਲੱਗਦੀ ਸੀ ਤੇ ਨਾ ਹੀ ਮੈਂ ਕਦੀ ਰੱਜ ਕੇ ਰੋਟੀ ਖਾਧੀ ਸੀ। ਇਸੇ ਕਰਕੇ ਨੀਂਦਰ ਵੀ ਬਹੁਤੀ ਨਹੀਂ ਸੀ ਆਉਂਦੀ। ਅੱਧੀ-ਅੱਧੀ ਰਾਤ ਤੱਕ ਬਹਿ ਕੇ ਤਰਜਮੇ ਕਰਦੀ ਰਹਿੰਦੀ। ਤਨਖਾਹ ਦੇ ਤੇ ਤਰਜਮਿਆਂ ਦੇ ਪੈਸੇ ਗੰਢ ਤਰੁੱਪ ਕੇ ਵੀ ਮਹੀਨੇ ਦੇ 30 ਦਿਨਾਂ ਨੂੰ ਜੇ ਤਰੋਪੇ ਨਹੀਂ ਸਾਂ ਲਾ ਸਕਦੀ ਤਾਂ ਕੀ ਕਰਦੀ ਮੈਂ? ਉਹਨਾਂ ਬੇਅੰਡੇ ਦਿਨਾਂ ਵਿੱਚ ਰਾਜ ਰਾਤੀਂ ਕਲੀਨਿਕ ਤੋਂ ਆਉਂਦੀ ਵਾਰੀ 2 ਅੰਡੇ ਖਰੀਦ ਲਿਆਉਂਦੇ। ਚੁੱਪ-ਚਾਪ ਬੋਝੇ ਵਿੱਚ ਪਾ ਕੇ ਰਸੋਈ ਵਿੱਚ ਚਲੇ ਜਾਂਦੇ। ਰਸੋਈ ਦਾ ਬੂਹਾ ਢੋ ਕੇ ਉਹ ਦੋਹਾਂ ਅੰਡਿਆਂ ਨੂੰ ਫਟਾਫਟ ਝਾੜੂ ਪੋਚੇ ਭਾਂਡਿਆਂ ਲਈ ਰੱਖੇ ਮੁੰਡੂ ਕੋਲੋਂ ਫਰਾਈ ਕਰਵਾਉਂਦੇ ਤੇ ਰਸੋਈ ਵਿੱਚ ਹੀ ਫਟਾਫਟ ਖਾ ਲੈਂਦੇ, ਰੋਟੀ ਤੋਂ ਵੀ ਪਹਿਲੋਂ। ਉਂਝ ਤੇ ਉਹਨਾਂ ਅੰਡਿਆਂ ਨਾਲ ਮੇਰਾ ਕੀ ਵਾਸਤਾ ਸੀ? ਉਹ ਉਹਨਾਂ ਦੀ ਆਪਣੀ ਕਮਾਈ ਦੇ ਅੰਡੇ ਸਨ ਤੇ ਇਹ ਫੈਸਲਾ ਉਹ ਬਹੁਤ ਪਹਿਲੋਂ ਕਰ ਚੁੱਕੇ ਸਨ ਕਿ ਉਹਨਾਂ ਦੀ ਕਮਾਈ ਦਾ ਘਰ ਦੇ ਖਰਚਿਆਂ ਨਾਲ ਕੋਈ ਤਾਲੁਕ ਨਹੀਂ ਸੀ। ਘਰ ਦਾ ਖਰਚ ਚਲਾਉਣਾ ਤਾਂ ਮੇਰੀ ਜ਼ਿੰਮੇਵਾਰੀ ਸੀ। ਜੇ ਮੈਂ ਮਹੀਨੇ ਦੇ ਅਖੀਰਲੇ 7-8-10 ਦਿਨ ਅੰਡੇ ਮੱਖਣ ਨਹੀਂ ਸਾਂ ਖਰੀਦ ਸਕਦੀ ਜਾਂ ਪੈਸੇ ਮੁੱਕ ਜਾਂਦੇ ਸਨ, ਜੇ ਮੇਰੀ ਤੌਫੀਕ ਹੀ ਨਹੀਂ ਸੀ ਆਪਣੇ ਬੱਚਿਆਂ ਜੋਗੇ ਅੰਡੇ ਤੇ ਮੱਖਣ ਖਰੀਦਣ ਦੀ, ਤਾਂ ਸਾਡੇ 3 ਫਟੇਹਾਲ ਗਰੀਬਾਂ ਨਾਲ ਏਡੇ ਵੱਡੇ ਡਾਕਟਰ ਸਾਹਿਬ ਕਿਉਂ ਮੁਸੀਬਤਾਂ ਝੱਲਣ? ਕਿਉਂ ਸਾਡੀਆਂ ਤਕਲੀਫਾਂ ਵਿੱਚ ਖਾਮ-ਖਾ ਭਿਆਲੀ ਕਰਨ? ਉਹਨਾਂ ਦੀ ਤੌਫੀਕ ਏ, ਜੋ ਜੀ ਕਰੇ ਖਾ ਸਕਦੇ ਨੇ। ਰੋਜ਼ ਜੂਸ ਪੀਂਦੇ ਨੇ ਕਲੀਨਿਕ ਤੇ ਹੀ। ਰੋਜ਼ ਸ਼ਾਮ ਵੇਲੇ ਕਲੀਨਿਕ ਤੇ ਤੰਦੂਰੀ ਮੁਰਗਾ ਜਾਂ ਤਲੀ ਹੋਈ ਮੱਛੀ ਵੀ ਮੰਗਵਾਉਂਦੇ ਨੇ ਤੇ ਛੋਟੇ ਜਿਹੇ ਪਰਦੇ ਓਲੇ ਪਏ ਮਰੀਜ਼ਾਂ ਨੂੰ ਲਟਾ ਕੇ ਵੇਖਣ ਵਾਲੇ ਮੇਜ਼ ਤੇ ਹੀ ਰੱਖ ਕੇ ਖਾ ਲੈਂਦੇ ਨੇ। ਆਖਰ ਨਿੱਕਿਆਂ ਹੁੰਦਿਆਂ ਤੋਂ ਹੀ ਤੇ ਉਹ ਸ਼ਿਕਾਰ ਕੀਤੀਆਂ ਬੱਤਖਾਂ ਤੇ ਤਿੱਤਰ, ਹਿਰਨ ਤੇ ਸੂਰ, ਬੱਕਰੇ ਤੇ ਕੁੱਕੜ, ਮੱਛੀਆਂ ਤੇ ਕੇਕੜੇ ਖਾਂਦੇ ਰਹੇ ਨੇ। ਹੁਣ ਕਿਉਂ ਬਦਲ ਦੇਣ ਆਪਣੀਆਂ ਆਦਤਾਂ? ਸਿਰਫ ਇਸ ਕਰਕੇ ਕਿ ਉਹ ਇੱਕ ਅਜਿਹੇ ਘਰ ਵਿੱਚ ਰਹਿਣ ਲਈ ਮਜਬੂਰ ਨੇ ਜਿਸ ਵਿੱਚ ਉਹਨਾਂ ਦੀ ਫਟੇਹਾਲ ਬੀਵੀ ਏ, ਜਿਹੜੀ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚ ਤੋਰਦੀ ਏ। ਤੇ ਖਰਚ ਏ ਕਿ 30 ਦਿਨਾਂ ਦੇ 30 ਪਹਾੜ ਪਾਰ ਕਰਦਿਆਂ ਲੱਤਾਂ ਸੁੱਕੀਆਂ ਲੱਕੜਾਂ ਵਿੱਚ ਤਬਦੀਲ ਹੋ ਜਾਂਦੀਆਂ ਨੇ। ਬੇਸ਼ੱਕ ਚੁੱਲ੍ਹੇ ਵਿੱਚ ਬਾਲਣ ਦੀ ਥਾਂ ਤੇ ਬਾਲ ਲਓ, ਜਿਹਦੀ ਸ਼ਕਲ ਤੇ ਹੀ ਲਿਖਿਆ ਏ ਫਿੱਟੇ ਮੂੰਹ। ਇਹੀ ਕਹਿੰਦੇ ਸਨ ਰਾਜ। ਹਰ ਮਾਸਟਰਿਆਣੀ ਦੇ ਮੂੰਹ ਤੇ ਇਹੀ ਲਿਖਿਆ ਹੁੰਦਾ ਏ, ਫਿੱਟੇ ਮੂੰਹ। ਦੂਰੋਂ ਤੱਕ ਹੀ ਪਛਾਣ ਲੈਣਾ ਮੈਂ ਤੇ ਕਿ ਇਹ ਟੁੱਟੇ ਛਿੱਤਰ ਘਸੀਟ ਦੀ ਗਿੱਚੀ ਉੱਤੇ ਕੱਸ ਕੇ ਬੰਨੇ ਵਾਲਾਂ ਵਾਲੀ, ਜਿਹਦੇ ਜੂੜੇ ਵਿੱਚੋਂ ਪਿੰਨ ਬਾਹਰ ਤਿਲਕ ਰਹੇ ਹੋਣ ਤੇ ਗਿੱਟਿਆਂ ਤੋਂ ਉਤਾਂਹ ਕਰਕੇ ਬੰਨੀ ਸਾੜੀ ਵਾਲੀ ਜ਼ਰੂਰ ਕੋਈ ਮਾਸਟਰਿਆਣੀ ਏ। ਤੇ ਮੇਰੇ ਵੱਲ ਤੱਕ ਕੇ ਹਿਕਾਰਤ ਨਾਲ, ਤਨਜ਼ ਨਾਲ ਹੱਸਦੇ। ਕਿਹੋ ਜਿਹੀ ਆਇਰਨੀ ਸੀ ਇਹ! ਇਹ ਮਾਸਟਰੀ ਮੈਂ ਆਪਣੀ ਮਰਜ਼ੀ ਨਾਲ ਕਰ ਰਹੀ ਸਾਂ। ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਮੈਂ ਕਿਸੇ ਨੌਕਰੀ ਦੇ ਕਾਬਲ ਹੈ ਵੀ ਸਾਂ ਜਾਂ ਨਹੀਂ। ਨੌਕਰੀ ਵੀ ਸਿਰਫ ਕੁੜੀਆਂ ਦੇ ਸਕੂਲ ਵਿੱਚ ਪੜ੍ਹਾਉਣ ਦੀ। ਇਹੀ ਹੁਕਮ ਸੀ ਰਾਜ ਦਾ। ਪੜ੍ਹਾਉਣ ਦਾ ਕੰਮ ਜ਼ਹਿਰ ਲੱਗਦਾ ਸੀ ਮੈਨੂੰ। ਇੱਕ ਤਾਂ ਮੇਰੀ ਆਵਾਜ਼ ਵਿੱਚ ਦਮ ਹੀ ਨਹੀਂ ਸੀ, ਦੂਜਾ ਮੇਰਾ ਰਾਰਾ ਬੜਾ ਕਮਜ਼ੋਰ ਸੀ। ਕਿਸੇ ਨਾਲ ਗੱਲ ਕਰਨ ਲੱਗਿਆਂ ਵੀ ਮੈਂ ਹੜਬੜਾ ਜਾਂਦੀ ਸਾਂ, ਪਸੀਨੇ ਛੁੱਟ ਜਾਂਦੇ ਸਨ ਮੇਰੇ। ਪੜ੍ਹਾਉਣਾ ਮੈਂ ਸੁਆਹ ਸੀ। ਮੈਨੂੰ ਲੱਗਦਾ ਸੀ ਲੋਕੀ ਮੈਨੂੰ ਤੁਤਲਾਉਂਦਿਆਂ ਸੁਣ ਕੇ ਹੱਸਣਗੇ। ਜੇ ਪੜ੍ਹਨ ਵਾਲੀਆਂ ਕੁੜੀਆਂ ਹੀ ਹੱਸਣਗੀਆਂ ਮੇਰੇ ਤੇ ਤਾਂ ਪੜ੍ਹਾਵਾਂਗੀ ਕੀ ਉਹਨਾਂ ਨੂੰ ਮੈਂ? ਖਾਕ? ਤੇ ਪੜ੍ਹਨਗੀਆਂ ਕੀ ਉਹ ਮੇਰੇ ਕੋਲੋਂ? ਹੱਸਦੀਆਂ ਹੀ ਰਹਿਣਗੀਆਂ ਉਹ ਤੇ। ਪਰ ਜੋ ਨਹੀਂ ਸਾਂ ਕਰਨਾ ਚਾਹੁੰਦੀ ਉਹੀ ਕਰਨ ਲਈ ਮਜਬੂਰ ਸਾਂ। 67 ਸਾਰੀ ਜ਼ਿੰਦਗੀ ਹੀ ਮੇਰੀ ਮਰਜ਼ੀ ਤੋਂ ਬਿਨਾਂ ਰੁੜਦੀ ਜਾ ਰਹੀ ਸੀ। ਜਿਹੜਾ ਪਾਣੀ ਨਦੀਆਂ ਵਿੱਚ, ਆਬਸ਼ਾਰਾਂ ਵਿੱਚ, ਦਰਿਆਵਾਂ ਵਿੱਚ ਹੱਸਦਾ, ਗਾਉਂਦਾ, ਕਲੋਲਾਂ ਕਰਦਾ, ਮਸਤੀਆਂ ਮਾਰਦਾ, ਠਰਦਾ ਤੇ ਠਾਰਦਾ, ਚੌਂ ਪਾਸੀਂ ਜ਼ਿੰਦਗੀ ਤੇ ਹਰਿਆਵਲ ਖਲੇਰਦਾ, ਪਿਆਸਾਂ ਬੁਝਾਉਂਦਾ ਤੇ ਪਿੰਡਿਆਂ ਨੂੰ ਤਾਜ਼ਗੀ ਬਖਸ਼ਦਾ ਵਹਿ ਸਕਦਾ ਸੀ, ਉਹੀ ਕਿਸੇ ਜ਼ੰਗ ਖਾਦੇ, ਬੋ ਮਾਰਦੇ, ਕੱਜੇ ਕਜਾਏ, ਭੀੜੇ ਜਿਹੇ ਪਰਨਾਲੇ ਵਿੱਚੋਂ ਆਪਣੀ ਜ਼ਿੱਲਤ ਤੇ ਮੈਲ ਤੇ ਬਦਬੂ ਛੁਪਾਉਂਦਾ ਹੋਇਆ ਆਪਣੀ ਹੀ ਹੋਂਦ ਤੋਂ ਸ਼ਰਮਸਾਰ ਵਹਿੰਦਾ ਚਲਿਆ ਜਾ ਰਿਹਾ ਸੀ। 68 30 ਦਿਨਾਂ ਉੱਤੇ ਇੱਕ ਗੋਲ ਰੋਟੀ ਫੈਲਾ ਲੈਣੀ ਸਭ ਤੋਂ ਵੱਡਾ ਕ੍ਰਿਸ਼ਮਾ ਜਾਪਦਾ ਸੀ। ਫਲ ਦੀ ਤਾਂ ਸ਼ਕਲ ਵੇਖਿਆਂ ਵੀ ਵਰੇ ਗੁਜ਼ਰ ਗਏ ਸਨ। ਤਰਸ ਆਉਂਦਾ ਸੀ ਆਪਣੀਆਂ ਬੱਚੀਆਂ ਤੇ। ਸ਼ਾਮ ਵੇਲੇ ਲੋਕਾਂ ਦੇ ਬੱਚੇ ਆਈਸਕ੍ਰੀਮਾਂ ਤੇ ਚਾਕਲੇਟ ਖਾਂਦੇ ਫਿਰਦੇ ਸਨ ਤੇ ਮੇਰੀਆਂ ਕੁੜੀਆਂ ਇੱਕ ਸੰਤਰਾ ਵੀ ਨਹੀਂ ਸਨ ਚੂਪ ਸਕਦੀਆਂ। ਹਾਂ, ਸ਼ਾਮੀ ਦਾਰਜੀ ਦੇ ਘਰ ਉਹਨਾਂ ਨੂੰ ਕੋਈ ਨਾ ਕੋਈ ਫਲ ਖਾਣ ਨੂੰ ਮਿਲ ਜਾਂਦਾ।
ਦਾਰਜੀ ਨੂੰ ਫਲਾਂ ਦਾ ਬੜਾ ਸ਼ੌਕ ਸੀ। ਆਪਣੇ ਹੱਥੀਂ ਚੁਣ ਕੇ ਫਲ ਲਿਆਉਂਦੇ, ਰੋਜ਼, ਹਰ ਮੌਸਮ ਦੇ ਫਲ, ਤੇ ਉਹਨਾਂ ਦਾ ਫਰਿੱਜ ਫਲਾਂ ਨਾਲ, ਦੁੱਧ ਨਾਲ, ਦਹੀਂ ਨਾਲ ਹਮੇਸ਼ਾ ਭਰਿਆ ਰਹਿੰਦਾ। ਕਈ ਵਾਰੀ ਮੈਨੂੰ ਲੱਗਦਾ ਕਿ ਬੀਜੀ ਦੇ ਘਰ ਜਿਹੜੀ ਮਿਹਨਤ ਮੁਸ਼ੱਕਤ ਕਰਦੀ ਸਾਂ, ਰੋਜ਼ ਸ਼ਾਮ ਨੂੰ ਜਾ ਕੇ ਉਹਨਾਂ ਦੇ ਘਰ ਦੇ ਕੰਮ ਕਰਦੀ ਸਾਂ, ਉਹਦੇ ਇਵਜ਼ ਵਿੱਚ ਮੇਰੀਆਂ ਬੱਚੀਆਂ ਨੂੰ ਫਲ ਤੇ ਲੱਸੀ ਤਾਂ ਮਿਲ ਜਾਂਦੀ ਸੀ ਕਮ ਅਜ਼ ਕਮ, ਨਹੀਂ ਤੇ ਮੇਰੀ ਤੇ ਤੌਫੀਕ ਹੀ ਨਹੀਂ ਸੀ ਉਹਨਾਂ ਲਈ ਫਲ ਖਰੀਦਣ ਦੀ। ਪਰ ਮੈਂ ਆਪ ਦਾਰਜੀ ਦੇ ਘਰ ਵੀ ਕਦੇ ਫਲ ਨੂੰ ਮੂੰਹ ਨਾ ਲਾ ਸਕਦੀ। ਉਹ ਕਹਿੰਦੇ ਰਹਿੰਦੇ, ਪਰ ਮੇਰੀ ਝਿਜਕ। ਲੱਗਦਾ ਉਹਨਾਂ ਤੇ ਵਾਧੂ ਭਾਰ ਪਾਉਣ ਦਾ ਮੇਰਾ ਕੋਈ ਹੱਕ ਨਹੀਂ ਸੀ। ਸਾਰਾ ਬਚਪਨ ਬਾਪੂ ਜੀ ਦੇ ਬਾਗਾਂ ਦੇ ਸੂਹੇ ਮਾਲਟੇ ਜਿਹੜੇ ਮੈਂ ਚੂਪੇ ਸਨ, ਮਾਲਟਿਆਂ ਦੇ ਜੂਸ ਦੇ ਜਿਹੜੇ ਗਲਾਸ ਮੈਂ ਗਟਾਗਟ ਪੀਤੇ ਸਨ, ਕਾਬਲੀ ਸਰਦੇ ਤੇ ਅਨਾਰ, ਨਾਖਾਂ ਤੇ ਬੱਗੂ ਗੋਸ਼ੇ, ਲੀਚੀਆਂ ਤੇ ਲੁਗਾਟ ਜਿਹੜੇ ਮੈਂ ਖਾਧੇ ਸਨ, ਉਹ ਮੇਰੀ ਬਾਕੀ ਦੀ ਜ਼ਿੰਦਗੀ ਲਈ ਕਾਫੀ ਸਨ। ਨਾਲੇ ਮੈਨੂੰ ਭੁੱਖ ਹੀ ਬਹੁਤ ਘੱਟ ਲੱਗਦੀ ਸੀ। ਹੌਲੀ-ਹੌਲੀ ਭੁੱਖਿਆਂ ਰਹਿ ਕੇ ਮੇਰਾ ਢਿੱਡ ਹੀ ਜਿਵੇਂ ਸੁੰਗੜ ਗਿਆ ਹੋਇਆ ਸੀ। ਜੇ ਕਦੇ ਇੱਕ ਰੋਟੀ ਤੋਂ ਵੱਧ ਖਾ ਲੈਂਦੀ, ਅਚਵੀ ਜਿਹੀ ਹੋਣ ਲੱਗਦੀ। ਦੁੱਧ, ਦਹੀਂ, ਲੱਸੀ, ਮੱਖਣ ਸਭਨਾਂ ਨਾਲ ਦੁਸ਼ਮਣੀ ਹੋ ਗਈ ਸੀ ਮੇਰੀ। ਜਿਹੜੀ ਚੀਜ਼ ਬਹੁਤਾ ਚਿਰ ਨਾ ਖਾਧੀ ਜਾਵੇ, ਉਹ ਫਿਰ ਖਾਧੀ ਹੀ ਨਹੀਂ ਜਾਂਦੀ। ਖਾ ਲਵੋ ਤਾਂ ਪਚਦੀ ਹੀ ਨਹੀਂ। ਹੁਣ ਤੱਕ ਇਹੀ ਹਾਲ ਏ। 69 ਇੰਨੇ ਸਾਲ ਇਹੀ ਸੋਚਦਿਆਂ ਲੰਘਾ ਦਿੱਤੇ ਕਿ ਮੇਰੇ ਤਿਆਗ ਤੇ ਤਪੱਸਿਆ ਨਾਲ, ਮੇਰੀ ਵਫਾਦਾਰੀ ਤੇ ਫਰਮਾਬਰਦਾਰੀ ਨਾਲ, ਮੇਰੀ ਖਾਮੋਸ਼ੀ ਨਾਲ ਤੇ ਸਭ ਕੁਝ ਚੁੱਪ-ਚਾਪ ਸਹਿ ਜਾਣ ਨਾਲ ਇੱਕ ਨਾ ਇੱਕ ਦਿਨ ਸਭ ਕੁਝ ਬਦਲ ਜਾਵੇਗਾ। ਇਹੀ ਤਾਂ ਸਿਖਾਉਂਦਾ ਹੈ ਸਾਡਾ ਇਤਿਹਾਸ, ਸਾਡਾ ਮਿਥਿਹਾਸ, ਸਾਡੇ ਧਰਮ ਗ੍ਰੰਥ, ਸਾਡੇ ਸਾਹਮਣੇ ਸਦੀਆਂ ਤੋਂ ਪਰੋਸੇ ਗਏ ਆਦਰਸ਼ ਤੇ ਰਵਾਇਤਾਂ, ਸਾਡੀਆਂ ਮਾਵਾਂ ਦੀਆਂ ਗੁੜਤੀਆਂ, ਸਾਡਾ ਸਾਹਿਤ, ਸਾਡੀਆਂ ਫਿਲਮਾਂ, ਕਿ ਖਾਵੰਦ ਦਾ ਸਾਰਾ ਜ਼ੁਲਮ, ਸਾਰੀ ਮਾਰਕੁੱਟ, ਸਾਰੀ ਬੇਵਫਾਈ, ਦੂਜੀ, ਤੀਜੀ, 10ਵੀਂ, 20ਵੀਂ, 100ਵੀਂ ਔਰਤ ਜਿਹਦੇ ਨਾਲ ਉਹ ਸਮੇਂ ਕੋਠਿਆਂ ਤੇ ਜਾ ਕੇ ਗਾਣੇ ਸੁਣੇ ਤੇ ਯਾਨੀ ਜੋ ਵੀ ਉਹ ਕਰਦਾ ਫਿਰੇ, ਅੰਤ ਵਿੱਚ ਜਿੱਤ ਬੀਵੀ ਦੀ ਹੀ ਹੁੰਦੀ ਏ। ਇਹ ਜਿੱਤ ਚਾਹੇ ਉਦੋਂ ਹੋਵੇ ਜਦੋਂ ਬੁੱਢੇ ਵਾਰੇ ਉਹ ਖਾਵੰਦ ਦਰ-ਦਰ ਦੀਆਂ ਠੋਕਰਾਂ ਖਾਣ ਮਗਰੋਂ, ਸਾਰੇ ਪੈਸੇ ਤੇ ਜਾਇਦਾਦ ਲੁਟਾ ਆਉਣ ਮਗਰੋਂ ਉਸ ਔਰਤ ਕੋਲ ਚਲਿਆ ਆਉਂਦਾ ਏ ਜਿਹੜੀ ਉਹਨੂੰ ਪਤਾ ਏ ਅਗਲੇ ਜਨਮ ਵੀ ਉਹਦਾ ਹੀ ਇੰਤਜ਼ਾਰ ਕਰ ਰਹੀ ਹੋਵੇਗੀ। ਇਹ ਜਿੱਤ ਚਾਹੇ ਉਦੋਂ ਹੋਵੇ ਜਦੋਂ ਉਹ ਬਿਮਾਰ ਹੋ ਕੇ ਮਰਨ ਵੇਲੇ ਆਪਣੇ ਗੁਨਾਹ ਦੇ ਅਹਿਸਾਸ ਨੂੰ ਧੋਣ ਲਈ ਉਸ ਔਰਤ ਕੋਲੋਂ ਇਹ ਸੁਣ ਕੇ ਇਤਮੀਨਾਨ ਨਾਲ ਮਰਨਾ ਚਾਹੁੰਦਾ ਹੋਵੇ ਕਿ ਨਹੀਂ, ਮੇਰੇ ਦਿਲ ਵਿੱਚ ਤੁਹਾਡੇ ਲਈ ਕੋਈ ਸ਼ਿਕਾਇਤ ਨਹੀਂ, ਮਾਫੀ ਕਿਉਂ ਮੰਗਦੇ ਹੋ ਜੀ, ਮੇਰੇ ਸਿਰ ਤੇ ਪਾਪ ਨਾ ਚੜਾਓ। ਮੁਆਫੀ ਤੇ ਮੈਨੂੰ ਮੰਗਣੀ ਚਾਹੀਦੀ ਏ ਕਿ ਤੁਸਾਂ ਇੰਨੇ ਵਰੇ ਮੈਨੂੰ ਆਪਣੀ ਸੇਵਾ ਦੇ ਕਾਬਲ ਨਹੀਂ ਸਮਝਿਆ। ਲੱਗਦਾ ਸੀ ਤਿਰਸਕਾਰ ਤੇ ਹਕਾਰਤ ਤੇ ਨਫ਼ਰਤ ਬਰਦਾਸ਼ਤ ਕਰੀ ਜਾਣ ਨਾਲ, ਘਰ ਦੀ ਗੱਲ ਬਾਹਰ ਨਾ ਉਬਾਸਰਨ ਨਾਲ, ਹਰ ਜ਼ੁਲਮ ਬਰਦਾਸ਼ਤ ਕਰਕੇ ਫਿਰ ਵੀ ਉਸੇ ਆਦਮੀ ਨੂੰ ਆਪਣੀ ਆਖਰੀ ਤਕਦੀਰ ਮੰਨੀ ਜਾਣ ਨਾਲ ਜਿਹਦੇ ਲੜ ਰੱਬ ਦੀ ਹਜ਼ੂਰੀ ਵਿੱਚ ਮਾਪਿਆਂ ਨੇ ਲਾਇਆ ਸੀ, ਉਹ ਇੱਕ ਨਾ ਇੱਕ ਦਿਨ ਜ਼ਰੂਰ ਮੋਮ ਵਾਂਗੂ ਪਿਘਲ ਕੇ ਮੇਰੇ ਵੱਲ ਵਹਿ ਆਵੇਗਾ। 7-8 ਵਰੇ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਇਹੀ ਸੀ, ਰਾਜ ਨੂੰ ਇੱਕ ਨਾ ਇੱਕ ਦਿਨ ਮੋਮ ਵਾਂਗੂ ਪਿਘਲਾ ਕੇ ਆਪਣੇ ਕੋਲ ਲੈ ਆਉਣਾ ਤੇ ਉਹਦੀਆਂ ਬਾਹਾਂ ਵਿੱਚ ਲਿਪਟ ਕੇ 8 ਸਾਲਾਂ ਦੇ ਜੰਮੇ ਗਲੇਸ਼ੀਅਰ ਨੂੰ ਪਿਘਲਾ ਸੁੱਟਣਾ, ਰੋਈ ਜਾਣਾ ਤੇ ਆਖਰ ਥੱਕ ਕੇ, ਹਵਾ ਵਾਂਗੂ ਖਾਲੀ ਹੋ ਕੇ, ਤਮਾਮ ਜੰਮੇ ਅਥਰੂਆਂ ਦੇ ਗਲੇਸ਼ੀਅਰ ਛਾਤੀ ਤੋਂ ਸਰਕਾ ਕੇ, ਪਿਘਲਾ ਕੇ ਉਹਦੀ ਹਿੱਕ ਤੇ ਸਿਰ ਰੱਖ ਕੇ ਸੌਂ ਜਾਣਾ। 100, 200, 1000 ਸਾਲ। ਇੱਕ ਪਾਸੇ ਡੌਲੀ ਨੂੰ ਬਾਂਹ ਵਿੱਚ ਵਲ ਕੇ, ਦੂਜੇ ਪਾਸੇ ਕੈਂਡੀ ਨੂੰ ਬਾਂਹ ਵਿੱਚ ਲਪੇਟ ਕੇ ਹਮੇਸ਼ਾ ਇਹੀ ਸੁਪਨਾ ਲੈਂਦੀ ਸੌਂ ਜਾਂਦੀ। ਅਜੀਬ ਗੱਲ ਏ ਨਾ, ਇੰਨੇ ਤਸੀਹੇ ਮਿਲਣ ਮਗਰੋਂ ਵੀ ਔਰਤ ਫਿਰ ਉਸੇ ਮਰਦ ਦੀਆਂ ਬਾਹਾਂ ਵਿੱਚ ਲਿਪਟਣ ਲਈ ਕਿਉਂ ਤੜਪਦੀ ਏ ਜਿੰਨੇ ਉਹਨੂੰ ਸੀਖ ਕਬਾਬ ਬਣਾ ਕੇ ਬਲਦੇ ਤੰਦੂਰ ਵਿੱਚ ਲਟਕਾ ਦਿੱਤਾ ਹੁੰਦਾ ਏ। ਮਰਿਆਦਾ ਦੇ ਬੰਧਨ, ਰਾਮਕਾਰ, ਅੱਖਾਂ ਤੇ ਖੋਪੇ ਬੱਜੇ ਬੈਲ ਵਾਂਗੂ ਕੋਲੂ ਦੇ ਦੁਆਲੇ ਇੱਕੋ ਚੱਕਰ ਵਿੱਚ ਤਾਉਮਰ ਘੁੰਮਦੇ ਜਾਣ ਨਾਲ ਸਾਰੀ ਸੋਚ ਦਾ ਤੇ ਸਾਰੇ ਅਹਿਸਾਸਾਂ ਦਾ ਤੇ ਸੁਪਨਿਆਂ ਦੀ ਉਡਾਨ ਦਾ ਉਸੇ ਬੱਜੇ ਬਜਾਏ ਤੈਅਸ਼ੁਦਾ, ਮਨਜ਼ੂਰਸ਼ੁਦਾ ਘੇਰੇ ਵਿੱਚ ਹੀ ਸਿਮਟ ਕੇ ਆਉਣ ਕਰਕੇ, ਕਿ ਉਸ ਆਦਮ ਮੁੱਢ ਕਦੀਮੀ ਡਹਿਸ ਕਰਕੇ ਕਿ ਔਰਤ ਨੇ ਕਿਸੇ ਪਰਾਏ ਮਰਦ ਵੱਲ ਵੇਖਿਆ ਨਹੀਂ ਕਿ ਫਨਾਹ ਕਰ ਦਿੱਤੀ ਜਾਂਦੀ ਏ, ਕਿ ਉਸ ਕਰੂਰ ਤੇ ਕੋਝੀ ਹਕੀਕਤ ਤੇ ਡਰੋਂ ਕਿ ਜਦੋਂ ਇੱਕ ਵਿਆਹੀ ਹੋਈ ਔਰਤ ਕਿਸੇ ਹੋਰ ਮਰਦ ਨਾਲ, ਤਾਂ ਸਭ ਤੋਂ ਪਹਿਲਾਂ ਉਹੀ ਆਸ਼ਿਕ ਮਰਦ ਉਹਨੂੰ ਕੂੜਾ ਸਮਝਣ ਲੱਗ ਪੈਂਦਾ ਏ। ਅਜੀਬ ਚੱਕਰਵਿਊ ਜਿਹਦੇ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ। 70 ਅੱਧੀ ਰਾਤੀ ਮੈਂ ਸੁਪਨੇ ਆਉਂਦੀ ਰਹਿੰਦੀ ਕਿ ਰਾਜ ਪਿਘਲੇ ਸੱਜਲ ਅੱਖਾਂ ਨਾਲ, ਜਿਹੋ ਜਿਹੀਆਂ ਅੱਖਾਂ ਮੈਂ ਉਹਨਾਂ ਦੀਆਂ ਦਰਅਸਲ ਕਦੇ ਵੀ ਨਹੀਂ ਸਨ ਵੇਖੀਆਂ, ਮੇਰੇ ਕੋਲ ਚਲੇ ਆਏ ਨੇ ਤੇ ਕਹਿ ਰਹੇ ਨੇ, ਮੈਨੂੰ ਮੁਆਫ ਕਰ ਦੇ, ਮੈਂ ਤੇਰਾ ਗੁਨਾਹਗਾਰ ਹਾਂ। ਅੱਜ ਤੋਂ ਮੈਂ ਕਸਮ ਖਾਨਾ ਕਿ ਮੈਂ ਸਿਰਫ ਤੈਨੂੰ ਪਿਆਰ ਕਰਾਂਗਾ। ਤੇਰਾ ਹਰ ਦੁੱਖ ਮੇਰਾ ਦੁੱਖ ਏ ਤੇ ਮੇਰਾ ਹਰ ਸੁੱਖ ਤੇਰਾ ਸੁੱਖ ਏ। ਇੰਨੇ ਸਾਲ ਮੈਂ ਫਜ਼ੂਲ ਭਟਕਦਾ ਰਿਹਾ, ਘਰ ਵਿੱਚ ਤੂੰ ਮੇਰੀ ਇੰਤਜ਼ਾਰ ਕਰਦੀ ਰਹੀ ਤੇ ਮੈਂ ਇੱਕ ਮ੍ਰਿਗ ਤ੍ਰਿਸ਼ਨਾ ਦੇ ਪਿੱਛੇ ਦੌੜਦਾ ਰਿਹਾ। ਮੇਰੇ ਇੰਨੇ ਸਾਲ ਬਰਬਾਦ ਕਰਕੇ, ਮੇਰੀ ਫੈਮਿਲੀ ਲਾਈਫ ਵਿੱਚ ਡਾਇਨਾਮਾਈਟ ਲਗਾ ਕੇ ਉਹ ਹੁਣ ਕਿਸੇ ਹੋਰ ਮਰਦ ਨਾਲ ਵਿਆਹ ਕਰਨ ਤੁਰ ਪਈ ਏ, ਹਰਾਮੀ ਔਰਤ। ਪਰ ਰੱਬ ਜੋ ਕਰਦਾ ਏ ਸਾਡੇ ਹੀ ਭਲੇ ਲਈ ਕਰਦਾ ਏ ਸ਼ਾਇਦ। ਜੇ ਮੈਨੂੰ ਇਹ ਧੱਕਾ ਨਾ ਲੱਗਦਾ ਤਾਂ ਮੈਂ ਘਰ ਵਾਪਸ ਕਿਸ ਤਰ੍ਹਾਂ ਮੁੜਦਾ। ਸਾਡੀਆਂ ਦੋਵੇਂ ਫੁੱਲਾਂ ਵਰਗੀਆਂ ਬੱਚੀਆਂ ਸਾਡੀ ਪੂੰਜੀ ਨੇ, ਸਾਡੀ ਦੋਹਾਂ ਦੀ ਸਲਤਨਤ ਨੇ। ਇਹਨਾਂ ਨੂੰ ਪਿਆਰ ਕਰਨਾ, ਇਹਨਾਂ ਦੇ ਸਾਰੇ ਚਾਅ ਪੂਰੇ ਕਰਨੇ, ਇਹਨਾਂ ਦੀ ਪਰਵਰਿਸ਼ ਕਰਨੀ,
ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਮੇਰਾ ਸਭ ਤੋਂ ਪਹਿਲਾ ਸਭ ਤੋਂ ਮੁਕੱਦਸ ਫਰਜ਼ ਏ। ਮੇਰਾ ਯਕੀਨ ਕਰ, ਮੈਂ ਸੱਚੇ ਦਿਲੋਂ ਕਹਿ ਰਿਹਾ, ਇੱਕ ਵਾਰੀ ਇਤਬਾਰ ਕਰ ਲੈ। ਅੱਜ ਤੱਕ ਇੰਨੇ ਸਾਲ ਜੋ ਹੋ ਗਿਆ ਸਭ ਭੁੱਲ ਜਾ। ਮੈਂ ਖੁਦ ਮਿਹਨਤ ਕਰਕੇ ਭੁਲਾ ਦਿਆਂਗਾ ਸਭ, ਤੁਹਾਨੂੰ ਤਿੰਨਾਂ ਨੂੰ। ਇੰਨਾ ਪਿਆਰ ਕਰਾਂਗਾ ਤੁਹਾਨੂੰ ਕਿ ਤੁਸੀਂ ਪਿਛਲੀਆਂ ਸਾਰੀਆਂ ਖੌਫਨਾਕ ਰਾਤਾਂ ਤੇ ਸਿਆਹ ਦਿਨ ਭੁੱਲ ਜਾਓਗੀਆਂ। ਇਹ ਘਰ ਤੇਰਾ ਏ, ਸਾਡੀਆਂ ਬੱਚੀਆਂ ਦਾ ਏ। ਲਾਹਨਤ ਏ ਮੈਨੂੰ ਕਿ ਇਸ ਘਰ ਵਿੱਚ ਤੁਸੀਂ ਤਿੰਨੇ ਯਤੀਮਾਂ ਵਾਂਗੂ ਰਹਿੰਦੀਆਂ ਰਹੀਆਂ ਤੇ ਤੁਹਾਡੇ ਹੌਕਿਆਂ ਦੇ ਸੇਕ ਨੇ ਕਦੀ ਮੈਨੂੰ ਝੁਲਸਾਇਆ ਨਹੀਂ। ਇਸੇ ਘਰੋਂ ਮੈਂ ਤੁਹਾਨੂੰ ਤਿੰਨਾਂ ਨੂੰ ਠੁੱਡੇ ਮਾਰ ਕੇ ਬਾਹਰ ਕੱਢ ਦਿੰਦਾ ਰਿਹਾ ਤੇ ਤੁਸੀਂ ਚੁੱਪਚਾਪ ਸਿਰ ਸੁੱਟੀ ਲੋਕਾਂ ਦੀਆਂ ਨਜ਼ਰਾਂ ਤੋਂ ਬਚਦੀਆਂ ਚਲੀਆਂ ਜਾਂਦੀਆਂ ਰਹੀਆਂ। ਸਾਲ ਛਮਾਈ ਜਦੋਂ ਵੀ ਮੈਂ ਮੁੜ ਕੇ ਆਵਾਜ਼ ਦਿੰਦਾ, ਤੁਸੀਂ ਚੁੱਪਚਾਪ ਸਿਰ ਸੁੱਟੀ ਵਾਪਸ ਮੁੜ ਆਉਂਦੀਆਂ, ਭੇਡਾਂ ਵਾਂਗੂ ਆਪਣੇ ਵਾੜੇ ਵਿੱਚ ਵਾਪਸ। ਇੰਨੇ ਸਾਲ ਘਰ ਹੀ ਨਹੀਂ ਮਿਲਿਆ ਤੁਹਾਨੂੰ। ਇਸ ਘਰ ਨੂੰ ਮੈਂ ਤੁਹਾਡੇ ਲਈ ਮਹਿਜ਼ ਸਰਾਂ ਬਣਾਈ ਰੱਖਿਆ। ਹਜ਼ਾਰਾਂ ਰੁਪਏ ਹਰ ਮਹੀਨੇ ਮੈਂ ਕਮਾਉਂਦਾ ਰਿਹਾ ਜਿਨ੍ਹਾਂ ਤੇ ਤੁਹਾਡਾ ਹੱਕ ਸੀ, ਪਰ ਤੁਹਾਡੇ ਕੋਲੋਂ ਹੀ ਲੁਕਾ ਲੁਕਾ ਕੇ ਮੈਂ ਬੇਹੱਕੇ ਲੋਕਾਂ ਤੇ ਲੁਟਾਉਂਦਾ ਰਿਹਾ, ਬੈਂਕਾਂ ਵਿੱਚ ਜਮ੍ਹਾਂ ਕਰਦਾ ਰਿਹਾ। ਜਿਹੜੇ ਪੈਸੇ ਇਸ ਘਰ ਦੀ ਖੁਸ਼ਹਾਲੀ ਤੇ ਤੁਹਾਡੇ ਚਿਹਰਿਆਂ ਦੀ ਮੁਸਕਰਾਹਟ ਬਣ ਸਕਦੇ ਸਨ, ਜਿਹੜੇ ਪੈਸੇ ਇਸ ਸਰਾਂ ਨੂੰ ਘਰ ਬਣਾ ਸਕਦੇ ਸਨ, ਉਹ ਮਹਿਜ਼ ਬੈਂਕਾਂ ਦੇ ਕਾਗਜ਼ ਬਣ ਕੇ ਰਹਿ ਗਏ। ਤੇ ਤੂੰ ਇੱਕ ਪੈਸੇ ਲਈ ਮੁਸ਼ੱਕਤਾਂ ਕਰਦੀ ਰਹੀ, ਉਹਨਾਂ ਬੱਚੀਆਂ ਵਾਸਤੇ ਜਿਨ੍ਹਾਂ ਨੂੰ ਜੰਮਣ ਲਈ ਮੈਂ ਹੀ ਤੈਨੂੰ ਮਜਬੂਰ ਕੀਤਾ ਸੀ। ਤੁਸੀਂ ਅੱਧੀਆਂ ਭੁੱਖੀਆਂ ਅੱਧੀਆਂ ਕੱਜੀਆਂ ਰਹਿੰਦੀਆਂ ਰਹੀਆਂ ਮੇਰੀਆਂ ਹੀ ਨਜ਼ਰਾਂ ਦੇ ਸਾਹਮਣੇ, ਤੇ ਮੇਰੇ ਤੇ ਰਤਾ ਅਸਰ ਹੀ ਨਹੀਂ ਸੀ ਹੁੰਦਾ। ਕੀ ਹੋ ਗਿਆ ਸੀ ਮੈਨੂੰ? ਰੱਬਾ ਮੈਨੂੰ ਬਖਸ਼ ਲਵੀਂ। ਮੈਨੂੰ ਨਹੀਂ ਪਤਾ ਇਹ ਮੈਂ ਕਾਹਦਾ ਬਦਲਾ ਲੈ ਰਿਹਾ ਸਾਂ, ਕਿਹਦੇ ਕੋਲੋਂ ਬਦਲਾ ਲੈ ਰਿਹਾ ਸਾਂ। ਇਹ ਠੀਕ ਏ ਮੈਂ ਕਿਸੇ ਹੋਰ ਨੂੰ ਮੁਹੱਬਤ ਕੀਤੀ ਸੀ। ਤੂੰ ਤੇ ਯਕੀਨ ਵੀ ਨਹੀਂ ਕਰੇਂਗੀ ਕਿ ਮੇਰੇ ਵਰਗਾ ਬੰਦਾ ਵੀ ਕਿਸੇ ਨੂੰ ਮੁਹੱਬਤ ਕਰ ਸਕਦਾ ਏ। ਯਕੀਨ ਕਰੇ ਵੀ ਕਿਸ ਤਰ੍ਹਾਂ? ਤੂੰ ਤੇ ਹਮੇਸ਼ਾ ਮੇਰਾ ਗੁਰਰਾਂਦਾ, ਗਰਜਦਾ, ਗੁੱਸੇ ਨਾਲ ਵਲਿਆ ਸਿਖਾਂਦਾ ਖੂੰਖਾਰ ਰੂਪ ਹੀ ਵੇਖਿਆ ਏ ਨਾ। ਜਿਸ ਨਾਲ ਮੁਹੱਬਤ ਕੀਤੀ ਉਹਦੇ ਨਾਲ ਰਲ ਕੇ 4-5 ਸਾਲ ਇਕੱਠਿਆਂ ਅਸੀਂ ਇੱਕ ਘਰ ਦਾ, ਇੱਕ ਸੁਖੀ ਤੇ ਸਾਂਝੀ ਜ਼ਿੰਦਗੀ ਦਾ ਸੁਪਨਾ ਵੇਖਦੇ ਰਹੇ। ਵਿਆਹ ਜੂ ਉਸੇ ਨਾਲ ਕਰਵਾਉਣਾ ਸੀ ਮੈਂ। ਕੁੜਮਾਈ ਤੇ ਹੋ ਵੀ ਚੁੱਕੀ ਸੀ, ਤੈਨੂੰ ਦੱਸਿਆ ਤੇ ਸੀ ਵਿਆਹ ਦੀ ਪਹਿਲੀ ਰਾਤ ਹੀ। ਮੈਂ ਕੋਈ ਗੱਲ ਲੁਕਾ ਕੇ ਨਹੀਂ ਸਾਂ ਰੱਖਣੀ ਚਾਹੁੰਦਾ, ਕਿਉਂਕਿ ਕੱਲ ਨੂੰ ਤੈਨੂੰ ਲਾਈ ਬੁਝਾਈ ਕਰਨ ਵਾਲੀਆਂ ਗੁਆਂਢਣਾਂ ਨਹੀਂ ਦੱਸ ਦੇਣਾ ਸੀ। ਮੇਰੇ ਕੋਲੋਂ ਸੁਣ ਕੇ ਤੇ ਤੂੰ ਸਹਿ ਲਿਆ, ਪਰ ਦੂਜਿਆਂ ਕੋਲੋਂ ਸੁਣਨਾ ਬਹੁਤ ਮੁਸ਼ਕਿਲ ਹੁੰਦਾ ਏ। ਪਰ ਵਿਆਹ ਤੋਂ ਪਹਿਲੋਂ ਮਸਾਂ 7-8 ਦਿਨ ਪਹਿਲੋਂ ਪਤਾ ਨਹੀਂ ਕੀ ਹੋਇਆ, ਇਸੇ ਨੂੰ ਕਿਸਮਤ ਦੀ ਖੇਡ ਕਹਿੰਦੇ ਨੇ ਸ਼ਾਇਦ, ਉਹ ਰੁੱਸ ਗਈ, ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਉਸ ਬਖਲਾਹਟ ਵਿੱਚ ਤੇਰੇ ਨਾਲ ਵਿਆਹ ਹੋ ਗਿਆ। ਇੰਨੀ ਦੂਰੋਂ ਰਿਸ਼ਤੇਦਾਰ ਜੋ ਆਏ ਬੈਠੇ ਸਨ, ਮੇਲ, ਖਾਸ ਕਰਕੇ ਸਿੰਗਾਪੁਰ ਵਾਲੀ ਮਾਸੀ, ਪਰ ਫਿਰ ਉਹ ਵਾਪਸ ਚਲੀ ਆਈ ਮੇਰੀ ਜ਼ਿੰਦਗੀ ਵਿੱਚ। ਇਹਦੇ ਵਿੱਚ ਤੇਰਾ ਕੀ ਕਸੂਰ? ਪਤਾ ਨਹੀਂ ਕਿਹੋ ਜਿਹੀ ਝੁੰਝਲਾਹਟ ਸੀ, ਬੌਖਲਾਹਟ ਸੀ, ਊਟ-ਪਟਾਂਗ ਹਾਲਾਤ ਤੇ ਆਉਂਦਾ ਗੁੱਸਾ ਸੀ ਕਿ ਉਹ ਸਾਰਾ ਜ਼ਹਿਰ ਮੈਂ ਇਸ ਘਰ ਵਿੱਚ ਤੇਰੇ ਤੇ, ਤੇਰੀਆਂ ਬੱਚੀਆਂ ਤੇ ਲੁੱਦਦਾ ਰਿਹਾ ਤੇ ਸਾਰੀ ਮਿਠਾਸ ਉਹਨੂੰ ਦਿੰਦਾ ਰਿਹਾ ਜਿਹਨੂੰ ਮੈਂ ਵੱਖਰਾ ਘਰ ਲੈ ਦਿੱਤਾ ਹੋਇਆ ਏ। ਤੈਨੂੰ ਤੇ ਪਤਾ ਹੀ ਏ ਉਸ ਘਰ ਦਾ, ਤੇਰੇ ਪੇਕੇ ਘਰ ਦੇ ਨਾਲ ਵਾਲੇ ਬਲਾਕ ਵਿੱਚ ਤੇ ਹੈ। ਮੈਂ ਵੀ ਤੇ ਉਹਨੇ ਵੀ ਕਈ ਵਾਰੀ ਤੈਨੂੰ ਉਸ ਗਲੀ ਦੇ ਕੋਨੇ ਤੇ ਖੜੋ ਕੇ ਉਹਦੇ ਘਰ ਵੱਲ ਤੱਕਦਿਆਂ ਵੇਖਿਆ ਏ। ਮੈਨੂੰ ਪਤਾ ਏ ਮੈਨੂੰ ਬਹੁਤ ਮੁਸ਼ਕਿਲ ਹੁੰਦਾ ਏ ਬਰਦਾਸ਼ਤ ਕਰਨਾ ਏ। ਕੋਈ ਵੀ ਔਰਤ ਬਰਦਾਸ਼ਤ ਨਹੀਂ ਕਰ ਸਕਦੀ। ਮਰਦ ਤਾਂ ਖੈਰ ਬਿਲਕੁਲ ਹੀ ਬਰਦਾਸ਼ਤ ਨਹੀਂ ਕਰ ਸਕਦਾ ਕਿਸੇ ਹੋਰ ਨੂੰ ਆਪਣੇ ਨਾਲੋਂ ਬਿਹਤਰ ਸਮਝਿਆ ਜਾਣਾ। ਮੈਂ ਹੁਣ ਅੰਦਾਜ਼ਾ ਲਾ ਸਕਣਾ, ਪਹਿਲਾਂ ਤਾਂ ਮੈਂ ਇਹਦੇ ਬਾਰੇ ਕਦੀ ਸੋਚਿਆ ਹੀ ਨਹੀਂ ਸੀ, ਹੁਣ ਸੋਚ ਰਿਹਾ, ਮਹਿਸੂਸ ਕਰ ਰਿਹਾ, ਜਦੋਂ ਉਹ ਕਿਸੇ ਹੋਰ ਨਾਲ ਵਿਆਹ ਕਰਵਾਉਣ ਲੱਗੀ ਏ। ਕਹਿੰਦੀ ਏ ਕਿੰਨਾ ਚਿਰ ਉਹ ਇਸ ਤਰ੍ਹਾਂ ਦੀ ਚੋਰੀ ਦੀ ਜ਼ਿੰਦਗੀ ਜਿਉਂਦੀ ਜਾਵੇ ਆਖਿਰ। ਕਹਿੰਦੀ ਏ ਭਾਵੇਂ ਸਾਰੀ ਦੁਨੀਆ ਤੁਹਾਡੇ ਤੇ ਇਤਬਾਰ ਕਰ ਲੈਂਦੀ ਏ, ਕਿਉਂਕਿ ਉਹਨਾਂ ਨੂੰ ਗਰਜ਼ ਏ ਤੁਹਾਡੇ ਨਾਲ, ਡਾਕਟਰ ਹੋ ਤੁਸੀਂ ਉਹਨਾਂ ਦੇ, ਕਿ ਤੁਸੀਂ ਮੈਨੂੰ ਭੈਣ ਬਣਾਇਆ ਹੋਇਆ ਏ, ਪਰ ਕੋਈ ਤੇ ਹੋਵੇਗਾ ਜਿਹਨੂੰ ਪਤਾ ਹੋਵੇਗਾ ਕਿ ਮੈਂ ਭੈਣ ਨਹੀਂ ਰਖੇਲ ਹਾਂ ਤੁਹਾਡੀ। ਮੇਰੀ ਜ਼ਮੀਰ ਨੂੰ ਤੇ ਪਤਾ ਏ, ਉਹਨੂੰ ਵੀ ਪਤਾ ਏ ਜਿਹਦੇ ਨਾਲ ਤੁਸੀਂ ਵਿਆਹ ਕੀਤਾ ਏ। ਜੇ ਉਹ ਅੱਜ ਤੱਕ ਉਬਾਸਰੀ ਨਹੀਂ ਤਾਂ ਇਹਦੇ ਵਿੱਚ ਵੀ ਮੇਰੀ ਹਾਰ ਹੋਈ ਹੈ। ਉਹਦੇ ਇਸ ਫੈਸਲੇ ਨਾਲ ਮੈਨੂੰ ਲੱਗਦਾ ਏ ਉਹ ਮੇਰੇ ਨਾਲੋਂ ਕਿਸੇ ਹੋਰ ਨੂੰ ਅਹਿਮੀਅਤ ਦੇ ਰਹੀ ਏ। ਮੈਂ ਆਪਣੀਆਂ ਨਜ਼ਰਾਂ ਵਿੱਚ ਬੇਕਾਰ ਦਾ ਕੂੜਾ ਬਣ ਗਿਆ। ਮੇਰੀ ਆਤਮਾ, ਮੇਰਾ ਸਵੈਮਾਣ, ਮੇਰੇ ਅਹਿਸਾਸ, ਮੇਰੇ ਸੁਪਨੇ ਜਿਵੇਂ ਰੋਡ ਰੋਲਰ ਹੇਠਾਂ ਪਿਸ ਰਹੇ ਨੇ। ਤੂੰ ਹੀ ਏ ਜਿਹੜੀ ਹੁਣ ਮੈਨੂੰ ਸੰਭਾਲ ਸਕਣੀ ਏ, ਤੂੰ ਹੀ ਮੈਨੂੰ ਸਹਾਰਾ ਦੇ ਸਕਣੀ ਏ, ਤੂੰ ਹੀ ਮੈਨੂੰ ਬਚਾ ਸਕਣੀ ਏ। ਅੱਗੇ ਤੂੰ ਇੰਨੀ ਸੈਕਰੀਫਾਈਸ ਕੀਤੀ ਏ, ਸਭ ਬਰਦਾਸ਼ਤ ਕਰਦੀ ਰਹੀ ਤੂੰ, ਕਦੇ ਉਹਦੇ ਨਾਲ ਜਾ ਕੇ ਲੜੀ ਨਹੀਂ, ਕਦੇ ਆਪਣਾ ਹੱਕ ਖੋਣ ਲਈ ਝਗੜਾ ਨਹੀਂ ਕੀਤਾ। ਬਹੁਤ ਵੱਡੀ ਕੁਰਬਾਨੀ ਏ ਤੇਰੀ, ਮੈਂ ਮੰਨਣਾ। ਬਸ ਇੱਕ ਆਖਰੀ ਕੁਰਬਾਨੀ ਹੋਰ ਕਰ ਕਿ ਸਾਰੇ ਗਿਲੇ ਸ਼ਿਕਵੇ ਭੁੱਲ ਜਾ ਤੇ ਮੈਨੂੰ ਮੁਆਫ ਕਰ ਦੇ। ਮੈਂ ਇੰਨੇ ਸਾਲਾਂ ਤੋਂ ਭੁੱਲਿਆ ਭਟਕਿਆ ਤੇਰੇ ਕੋਲ ਵਾਪਸ ਆ ਗਿਆ। 71 ਸੋਚਦੀ ਸਾਂ ਇਹੀ ਹੋਵੇਗਾ ਇੱਕ ਨਾ ਇੱਕ ਦਿਨ, ਤੇ ਮੇਰੇ ਸਾਰੇ ਰਾਖ ਹੋ ਗਏ ਦਿਨ ਤੇ ਰਾਤਾਂ, ਮਹੀਨੇ ਤੇ ਸਾਲ ਫਿਰ ਜਿਉਂ ਉੱਠਣਗੇ। ਮੇਰਾ ਸਾਰਾ ਸਬਰ ਤੇ ਖਾਮੋਸ਼ੀ ਸਕਾਰਥੇ ਹੋ ਜਾਣਗੇ। ਮੇਰੀਆਂ ਬੱਚੀਆਂ ਨੂੰ ਇੱਕ ਨਾ ਇੱਕ ਦਿਨ ਆਪਣੇ ਪਿਓ ਦਾ ਪਿਆਰ ਜ਼ਰੂਰ ਮਿਲੇਗਾ। ਇੱਕ ਨਾ ਇੱਕ ਦਿਨ ਰਾਜ ਮੈਨੂੰ ਨਜ਼ਰ ਭਰ ਕੇ ਜ਼ਰੂਰ ਵੇਖਣਗੇ ਤੇ ਉਹਨਾਂ ਦੀਆਂ ਪਲਕਾਂ ਗਿੱਲੀਆਂ ਹੋ ਜਾਣਗੀਆਂ। ਇਹ ਮੇਰੇ ਮਨ ਦਾ ਹੀ ਚਰਖਾ ਸੀ ਜਿਸ ਤੇ ਮੈਂ ਆਪੇ ਕੱਤ ਲੈਂਦੀ ਸਾਂ, ਆਪੇ ਅਟੇਰ ਲੈਂਦੀ ਸਾਂ। ਫੇਰ ਸਭ ਕੁਝ ਰਾਖ ਹੋ ਜਾਂਦਾ ਸੀ। ਰੂਹ ਵਿੱਚ ਅੱਗ ਪੜਪੜਾਉਂਦੀ ਨਹੀਂ, ਧੁਖਦੀ ਏ, ਆਹਿਸਤਾ ਆਹਿਸਤਾ, ਤੇ ਓਡਾ ਹੀ ਵੱਡਾ ਢੇਰ, ਰੂਹ ਦੀ ਥਾਵੇਂ ਰਾਖ ਦਾ ਢੇਰ ਲੱਗ ਜਾਂਦਾ ਏ। ਵਕਤ ਜਿਹੜਾ ਰਾਖ ਹੋ ਜਾਂਦਾ ਏ, ਕੂੜਾ ਹੋ ਜਾਂਦਾ ਏ, ਕਦੇ ਵਾਪਸ ਨਹੀਂ ਮੁੜਦਾ। ਵਾਪਸ ਮੁੜਦਾ ਵੀ ਏ ਤੇ ਸਵਾਹ ਦਾ ਵਾਹ ਵਰੋਲਾ ਜਿਹਾ।
ਕੂੜੇ ਵਿੱਚੋਂ ਆਉਂਦੀ ਸੜਾਂਦ। 7-8 ਲੰਮੇ ਵਰ੍ਹਿਆਂ ਵਿੱਚ ਆਪਣੇ ਹੀ ਲਹੂ ਨਾਲ ਬਲਦਾ ਇਹ ਦੀਵਾ ਕਾਲਖ ਦਾ ਇੱਕ ਠੀਕਰਾ ਬਣ ਗਿਆ ਸੀ ਮਹਿਜ਼। ਕਾਲੀ, ਝੁਲਸੀ, ਤਿੜਕੀ, ਚਿਪਚਿਪਾਂਦੀ ਮਿੱਟੀ ਦਾ ਠੀਕਰਾ। 72 ਤੇ ਇੱਕ ਘੜੀ ਅਜਿਹੀ ਆਈ, ਸਾਲ ਦਰ ਸਾਲ ਇਕੱਠੀ ਹੋਈ ਭੁੱਬਲ ਵਿੱਚ ਲੁੱਕ ਕੇ ਬੈਠੀ ਸੁਆਹ ਰੰਗੇ ਪਿੰਡੇ ਦੇ ਹੇਠੋਂ ਨਿੰਮੀ ਸੁਲਗਦੀ ਮਗਦੀ ਚੰਗਾਰੀ ਵਾਂਗੂ, ਕਿ ਮੈਂ ਨਜ਼ਰ ਭਰ ਕੇ ਆਸ-ਪਾਸ ਵੇਖਿਆ। ਕੀ ਖੱਟਿਆ ਸੀ ਮੈਂ ਇੰਨੇ ਵਰ੍ਹਿਆਂ ਦੀ ਗਰੀਬੀ, ਭੁੱਖ ਨੰਗ, ਸਬਰ ਤੇ ਖਾਮੋਸ਼ੀ ਨਾਲ ਸਹੀ ਜਾਂਦੀ ਮਾਰ-ਕੁੱਟ ਤੇ ਗਾਲਾਂ ਮਿਹਣਿਆਂ ਵਿੱਚੋਂ। 7-8 ਵਰ੍ਹੇ ਮੈਂ ਜ਼ਿੰਦਗੀ ਦੀ ਚੌਖਟ ਨੂੰ ਖੁਰਚਦਿਆਂ ਬਿਤਾ ਦਿੱਤੇ ਸਨ ਤੇ ਮੇਰੇ ਨਹੁੰਆਂ ਵਿੱਚ ਉਸ ਚੌਖਟ ਦੀਆਂ ਛਿਲਤਰਾਂ ਨਾਸੂਰ ਬਣ ਗਈਆਂ ਸਨ। ਕੀ ਹਾਸਲ ਕੀਤਾ ਸੀ ਮੈਂ ਇੰਨੀ ਮਿਹਨਤ ਮੁਸ਼ੱਕਤ ਨਾਲ? ਸਮੁੰਦਰ ਭਰ ਅੱਥਰੂ ਜਿਨ੍ਹਾਂ ਵਿੱਚ ਪੂਰੀ ਦੁਨੀਆ ਗਰਕ ਹੋ ਸਕਦੀ ਸੀ, ਪਰ ਮੈਂ ਗਰਕਣੋਂ ਬਚਾਈ ਰੱਖੀ। ਜ਼ਲਜ਼ਲੇ ਲਿਆ ਦੇਣ ਵਾਲੇ ਵਾਵ ਰੋਲਿਆਂ ਵਰਗੇ ਹੌਕੇ, ਜਿਹੜੇ ਤਗੜੇ ਤੋਂ ਤਗੜੇ ਰੁੱਖਾਂ ਨੂੰ ਵੀ ਜੜੋਂ ਪੁੱਟ ਕੇ ਵਗਾਹ ਮਾਰ ਸਕਦੇ ਸਨ, ਪਰ ਜਿਨ੍ਹਾਂ ਨੂੰ ਮੈਂ ਛਾਤੀ ਦੇ ਅੰਦਰ ਹੀ ਡੱਕੀ ਰੱਖਿਆ। ਦੁਨੀਆ ਭਰ ਦੀ ਜ਼ਲਾਲਤ, ਕਿਉਂਕਿ ਰਾਜ ਦਾ ਸਭ ਤੋਂ ਵੱਡਾ ਕੰਮ ਸੀ ਹਰ ਮਰੀਜ਼ ਦੇ ਸਾਹਮਣੇ, ਹਰ ਮਿਲਣ ਗਿਲਣ ਵਾਲੇ ਦੇ ਸਾਹਮਣੇ, ਹਰ ਆਂਢੀ ਗੁਆਂਢੀ ਦੇ ਸਾਹਮਣੇ ਵਿਚਾਰਾ ਜਿਹਾ ਮੂੰਹ ਬਣਾ ਕੇ ਦੁਨੀਆ ਭਰ ਦੀਆਂ ਕਹਾਣੀਆਂ ਸੁਣਾਉਣੀਆਂ ਮੇਰੇ ਖਿਲਾਫ। ਉਹ ਜਿੰਨੀਆਂ ਕਹਾਣੀਆਂ ਘੜਦੇ ਗਏ, ਮੈਂ ਓਨੀ ਹੀ ਆਪਣੇ ਆਪ ਵਿੱਚ ਸਿਮਟਦੀ ਚਲੀ ਗਈ, ਬੌਣੀ ਹੁੰਦੀ ਚਲੀ ਗਈ। ਇਹੀ ਦਿਲ ਕਰਦਾ ਸੀ ਕਿ ਗਾਇਬ ਹੋ ਜਾਵਾਂ ਤੇ ਕਿਸੇ ਨੂੰ ਨਜ਼ਰ ਨਾ ਆਵਾਂ। ਦੋਹਾਂ ਬੱਚੀਆਂ ਦੀ ਜ਼ਿੰਦਗੀ ਮੌਤ ਦਾ ਦਾਰੋਮਦਾਰ ਮੇਰੇ ਹੀ ਹਵਾਲੇ ਸੀ। ਇਸੇ ਕਰਕੇ ਘਿਸਟਦੀ ਤੁਰੀ ਜਾਂਦੀ ਸਾਂ, ਉਣੀਂਦਰੀਆਂ ਤਪਦੀਆਂ ਰਾਤਾਂ ਦੇ ਤਪਦੇ ਮਾਰੂਥਲਾਂ ਵਿੱਚੋਂ। ਦੌੜ ਭੱਜ ਨਾਲ ਤੇ ਥਕਾਵਟ ਨਾਲ ਅੜਾਉਂਦੇ ਹੁੰਕਾਰ ਦੇ ਟੀਸਦੇ ਦਿਨਾਂ ਦੀ ਤਪਸ਼ ਵਿੱਚੋਂ, ਮਾਰਾਂ ਕੁੱਟਾਂ, ਤਿਰਸਕਾਰਾਂ ਤੇ ਨਫ਼ਰਤਾਂ ਦੀ ਜ਼ਲਾਲਤ ਵਿੱਚੋਂ। ਕਿਉਂਕਿ ਮੇਰੇ ਦੋਹੀਂ ਪਾਸੀਂ ਸਨ ਦੋ ਮਾਸੂਮ ਚਿਹਰੇ, ਹਿਰਾਸੇ, ਡਰੇ ਸਹਿਮੇ, ਕਾਤਰ ਚਿਹਰੇ, ਤੇ ਉਹਨਾਂ ਦੀ ਰੋਟੀ ਦੀ ਹਰ ਗਰਾਹੀ ਲਈ ਤੇ ਤਨ ਢੱਕਣ ਵਾਸਤੇ ਹਰ ਲੀਰ ਲਈ ਮੈਂ ਹੀ ਮੁਸ਼ੱਕਤ ਕਰਨੀ ਸੀ। ਮੈਂ ਹੀ ਸਾਂ ਉਹ ਹਨੇਰੀ ਗੁਫਾ ਜਿਹਦੇ ਵਿੱਚ ਮੈਂ ਦੋਹਾਂ ਨੂੰ ਤਮਾਮ ਹਨੇਰੀਆਂ ਝੱਖੜਾਂ ਵਿੱਚ ਲੁਕਾ ਲੈਂਦੀ ਸਾਂ। ਮੈਂ ਹੀ ਸਾਂ ਉਹ ਰੁੱਖ ਜਿਹੜਾ ਖੁਦ ਧੁੱਪੇ ਤਪਦਾ ਸੀ ਤੇ ਆਪਣਿਆਂ ਪੱਤਿਆਂ ਦੀ ਛਾਂ ਉਹਨਾਂ ਦੋ ਮਾਸੂਮ ਸਿਰਾਂ ਤੇ ਖਿਲਾਰੀ ਰੱਖਦਾ ਸੀ। ਸੋਚਦੀ ਸਾਂ, ਮਰਨਾ ਕਿੰਨਾ ਸੌਖਾ ਏ, ਪਰ ਇਹਨਾਂ ਦੋਹਾਂ ਵਿਚਾਰੀਆਂ ਨੂੰ ਭਰੀ ਦੁਨੀਆ ਵਿੱਚ ਇਕੱਲਿਆਂ ਛੱਡ ਕੇ ਮਰ ਜਾਣਾ ਬੜੀ ਸੰਗਦਿਲੀ ਸੀ, ਸੈਲਫਿਸ਼ਨੈਸ ਵੀ ਸੀ। ਜਾਂ ਤੇ ਮੈਂ ਵੀ ਪਹਿਲਾਂ ਇਹਨਾਂ ਦੋਹਾਂ ਨੂੰ ਕਤਲ ਕਰਕੇ ਮਰ ਸਕਦੀ, ਤੇ ਜਾਂ ਮੈਂ ਵੀ ਇਕੱਠਿਆਂ ਤਿੰਨਾਂ ਲਈ ਪੱਕੀ ਰੋਟੀ ਵਿੱਚ ਜ਼ਹਿਰ ਮਿਲਾਉਣ ਦਾ ਜਿਗਰਾ ਕਰ ਸਕਦੀ। ਕੁਝ ਵੀ ਨਹੀਂ ਸੀ ਹੋ ਰਿਹਾ ਮੇਰੇ ਕੋਲੋਂ, ਮੈਂ ਮਹਿਜ਼ ਘਿਸਟ ਰਹੀ ਸਾਂ। 73 ਪਟੇਲ ਨਗਰ ਸਕੂਲ ਵਿੱਚ ਜਿਹੜੀਆਂ ਦੋ ਔਰਤਾਂ ਮੈਨੂੰ ਆਪਣੇ ਨੇੜੇ ਜਾਪਦੀਆਂ ਸਨ, ਉਹਨਾਂ ਵਿੱਚੋਂ ਇੱਕ ਪ੍ਰੋਫੈਸਰ ਰਣਧੀਰ ਸਿੰਘ ਜੋਸ਼ ਦੀ ਬਹੁਤ ਹੀ ਹਸੀਨ ਬੀਵੀ ਮਹਿੰਦਰ ਸੀ ਤੇ ਦੂਸਰੀ ਗਾਰਗੀ। ਮਹਿੰਦਰ ਡਰਾਇੰਗ ਟੀਚਰ ਸੀ। ਇੱਕ ਵਾਰੀ ਕਹਿਣ ਲੱਗੀ, ਹਾਲੇ ਜਦੋਂ ਮੇਰੀ ਤੇਰੇ ਨਾਲ ਵਾਕਫੀਅਤ ਨਹੀਂ ਸੀ ਹੋਈ, ਇੱਕ ਵਾਰੀ ਤੂੰ ਤੇ ਡਾਕਟਰ ਸਾਹਿਬ ਬੱਸ ਵਿੱਚ ਸਾਡੇ ਤੋਂ ਅਗਲੀ ਸੀਟ ਤੇ ਬੈਠੇ ਸੋ। ਮੈਂ ਤੇ ਬਸ ਤੇਰੇ ਗੋਲ ਮਟੋਲ ਚਿਹਰੇ ਵੱਲ ਤੱਕਦੀ ਰਹਿ ਗਈ। ਇੰਨਾ ਗੋਰਾ ਤੇ ਗੁਲਾਬੀ ਤੇ ਗੋਲ ਚਿਹਰਾ ਸੀ ਤੇਰਾ। ਮੈਂ ਰਣਧੀਰ ਨੂੰ ਕਿਹਾ, ਐਸ ਕੁੜੀ ਨੂੰ ਸਾਹਮਣੇ ਬਿਠਾ ਕੇ ਪੇਂਟ ਕਰਨ ਤੇ ਦਿਲ ਕਰਦਾ ਏ। ਲਾਲ ਚੂੜਾ ਪਾਇਆ ਹੋਇਆ ਸੀ ਤੂੰ, ਜ਼ਾਹਰ ਏ ਕਿ ਤੇਰਾ ਨਵਾਂ ਵਿਆਹ ਹੋਇਆ ਸੀ। ਪਰ ਸਾਰਾ ਰਾਹ ਤੁਸਾਂ ਦੋਹਾਂ ਨੇ ਕੋਈ ਗੱਲ ਨਹੀਂ ਕੀਤੀ। ਉਦਾਸ ਚੁੱਪਚਾਪ ਬੈਠੀ ਰਹੀ ਤੂੰ। ਹੁਣ ਵੇਖ, ਇਹਨਾਂ 6-7 ਵਰ੍ਹਿਆਂ ਵਿੱਚ ਕੀ ਹਾਲ ਹੋ ਗਿਆ ਏ ਤੇਰਾ। ਧੁਆਂਖਿਆ ਗਿਆ ਏ ਰੰਗ ਰੂਪ। ਇੰਨੇ ਸੰਘਣੇ, ਇੰਨੇ ਭੌਰ ਕਾਲੇ, ਇੰਨੇ ਲੰਮੇ ਲਿਸ਼ਕਾਂ ਮਾਰਦੇ ਤੇਰੇ ਵਾਲ ਸਣ ਵਰਗੇ ਹੋਈ ਜਾਂਦੇ ਨੇ। ਉਂਝ ਅਜੀਤ ਤੇਰੀ ਦੋਸਤ ਤਾਂ ਇਸੇ ਕਰਕੇ ਤੈਨੂੰ ਸਲਾਹ ਦੇ ਰਹੀ ਆਂ। ਕਿਉਂ ਨਹੀਂ ਤੂੰ ਸਮਝੌਤਾ ਕਰ ਲੈਂਦੀ ਡਾਕਟਰ ਸਾਹਿਬ ਨਾਲ? ਇੰਨਾ ਕਮਾਉਂਦੇ ਨੇ, ਇੰਨੀ ਸ਼ਫਾ ਏ ਉਹਨਾਂ ਦੇ ਹੱਥਾਂ ਵਿੱਚ, ਸਾਰਾ ਪਟੇਲ ਨਗਰ ਉਹਨਾਂ ਦੀ ਇੱਜ਼ਤ ਕਰਦਾ ਏ। ਅਸੀਂ ਤੇ ਆਪ ਭੱਜ ਕੇ ਉਹਨਾਂ ਕੋਲ ਹੀ ਜਾਂਦੇ ਹਾਂ ਜਦੋਂ ਵੀ ਮੈਨੂੰ ਜਾਂ ਰਣਧੀਰ ਨੂੰ ਜਾਂ ਸਾਡੀਆਂ ਦੋਵਾਂ ਬੇਟੀਆਂ ਨੂੰ ਕੋਈ ਤਕਲੀਫ ਹੋਵੇ। ਜਦੋਂ ਵੀ ਚਾਹੀਦਾ ਏ ਵਿਚਾਰੇ ਰੋਂਦੇ ਹੀ ਰਹਿੰਦੇ ਨੇ, ਕਹਿੰਦੇ ਨੇ ਆਪਣੀ ਸਹੇਲੀ ਨੂੰ ਸਮਝਾਓ, ਘਰ ਉਜਾੜ ਕੇ ਰੱਖ ਦਿੱਤਾ ਏ ਮੇਰਾ। ਚੱਲ ਕੇ ਵੇਖੋ, ਘਰ ਏ ਕਿ ਕਬਾੜਖਾਨਾ, ਉਹਨੂੰ ਕੋਈ ਪਰਵਾਹ ਹੀ ਨਹੀਂ, ਨਾ ਘਰ ਦੀ, ਨਾ ਮੇਰੀ, ਨਾ ਮੇਰੀਆਂ ਬੱਚੀਆਂ ਦੀ। ਵਿਚਾਰੀਆਂ ਮਾਂ ਦੇ ਹੁੰਦਿਆਂ ਫਟੇ ਹਾਲ ਯਤੀਮਾਂ ਵਾਂਗੂ ਡੋਲਦੀਆਂ ਫਿਰਦੀਆਂ ਨੇ। ਕਹਿੰਦੇ ਨੇ ਪਤਾ ਨਹੀਂ ਕਿੱਥੇ ਆਵਾਰਾਗਰਦੀ ਕਰਦੀ ਰਹਿੰਦੀ ਏ। ਅਜੀਤ, ਜੇ ਉਹ ਨਹੀਂ ਚਾਹੁੰਦੇ ਤੂੰ ਘਰੋਂ ਬਾਹਰ ਜਾਵੇਂ ਤਾਂ ਨਾ ਜਾ। ਆਖਰ ਵਿਆਹ ਤੋਂ ਮਗਰੋਂ ਸਮਝੌਤਾ ਤਾਂ ਕਰਨਾ ਹੀ ਪੈਂਦਾ ਏ। ਨੌਕਰੀ ਛੱਡ ਕਿਉਂ ਨਹੀਂ ਦਿੰਦੀ? ਹੈ ਕੀ ਝੁੱਗੇ ਵਿੱਚੋਂ 200 ਤੋਂ ਸ਼ੁਰੂ ਹੋਈ ਸੀ ਤੇ ਹੁਣ ਮਸਾਂ 250-300 ਤੱਕ ਪਹੁੰਚੀ ਏ। ਉਹਨਾਂ ਦੀ ਅੰਤਾਂ ਦੀ ਕਮਾਈ ਏ, ਪੈਸੇ ਦੀ ਤੇ ਲੋੜ ਕੋਈ ਨਹੀਂ ਤੈਨੂੰ। ਛੱਡ ਪਰਾਂ ਨੌਕਰੀ ਤੇ ਘਰ ਬਹੁ ਮਹਾਰਾਣੀ ਬਣ ਕੇ, ਉਹਨਾਂ ਦੇ ਮਨ ਦੇ ਵਹਿਮ ਵੀ ਨਿਕਲ ਜਾਣਗੇ। ਇਹੀ ਕਰਦੇ ਸਨ ਰਾਜ। ਇੰਨਾ ਮਿੱਠਾ ਬੋਲਦੇ ਸਨ ਆਪਣੇ ਮਰੀਜ਼ਾਂ ਨਾਲ। ਪਹਿਲੋਂ ਜਦੋਂ ਕਰਨਾਲ ਉਹਨਾਂ ਨੇ ਆਪਣਾ ਕਲੀਨਿਕ ਖੋਲ੍ਹਿਆ ਸੀ, ਮੇਰੇ ਵਿਆਹ ਤੋਂ ਕੁਝ ਮਹੀਨੇ ਪਹਿਲੋਂ, ਕੋਈ ਮਰੀਜ਼ ਉਹਨਾਂ ਕੋਲ ਆ ਕੇ ਖੁਸ਼ੀ ਨਹੀਂ ਸੀ ਹੁੰਦਾ। ਸਾਰੇ ਕਹਿੰਦੇ ਸਨ, ਬੜੀ ਕੌੜੀ ਜ਼ਬਾਨ ਏ ਡਾਕਟਰ ਰਜਿੰਦਰ ਸਿੰਘ ਦੀ, ਐਵੇਂ ਝਈਆਂ ਪਿਆ ਲੈਂਦਾ ਏ। ਬਿਮਾਰ ਬੰਦੇ ਨੂੰ ਤੇ ਸਗੋਂ 2 ਲਫ਼ਜ਼ ਹਮਦਰਦੀ ਦੇ ਚਾਹੀਦੇ ਹੁੰਦੇ ਨੇ। ਅੱਧੀ ਬਿਮਾਰੀ ਦਵਾਈਆਂ ਨਾਲ ਠੀਕ ਹੁੰਦੀ ਏ ਤੇ ਅੱਧੀ ਡਾਕਟਰ ਵੱਲੋਂ ਦਿੱਤੇ ਹੌਸਲੇ ਤੇ ਹਮਦਰਦੀ ਨਾਲ। ਰਾਜ ਦਾ ਕਲੀਨਿਕ ਮਾਡਲ ਟਾਊਨ ਵਿੱਚ ਸੀ। ਮਾਡਲ ਟਾਊਨ ਦੇ ਮਰੀਜ਼ ਵੀ ਦੂਰ ਪੁਰਾਣੇ ਸ਼ਹਿਰ ਦੇ ਅੰਦਰਲੇ ਭੀੜੇ ਬਾਜ਼ਾਰ ਵਿੱਚ ਰਾਜ ਦੇ ਪਿਤਾ ਜੀ ਦੇ ਕਲੀਨਿਕ ਵਿੱਚ ਜਾਂਦੇ ਸਨ।
ਇਸੇ ਕਰਕੇ ਹੁਣ ਦਿੱਲੀ ਆ ਕੇ ਉਹਨਾਂ ਨੇ ਆਪਣਾ ਰਵੱਈਆ ਬਿਲਕੁਲ ਬਦਲ ਦਿੱਤਾ ਸੀ। ਹਰ ਮਰੀਜ਼ ਨੂੰ ਇਹੀ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਕਿ ਉਸ ਘੜੀ ਬਸ ਉਹੀ ਉਹਨਾਂ ਲਈ ਸਭ ਤੋਂ ਜ਼ਰੂਰੀ ਤੇ ਅਹਿਮ ਬੰਦਾ ਏ, ਉਹਨਾਂ ਦੇ ਘਰ ਦਾ ਬੰਦਾ, ਟੱਬਰ ਦਾ ਬੰਦਾ, ਕਿ ਉਹਦੀ ਤਕਲੀਫ ਨਾਲ ਉਹ ਖੁਦ ਪਰੇਸ਼ਾਨ ਨੇ, ਕਿ ਉਹ ਬਸ ਸਾਰੀ ਰਾਤ ਉਹਦੀ ਬਿਮਾਰੀ ਬਾਰੇ ਲੇਟੈਸਟ ਰਿਸਰਚ ਦੇ ਜਰਨਲ ਤੇ ਕਿਤਾਬਾਂ ਪੜ੍ਹਦੇ ਰਹੇ ਨੇ ਤੇ ਇਹ ਨਵੀਂ ਦਵਾਈ ਲੱਭੀ ਏ ਉਹਨਾਂ ਨੇ ਕਿ ਵਾਹਿਗੁਰੂ ਸ਼੍ਰੀ ਰਾਮ ਜੀ, ਅੱਲਾ, ਜੀਸਸ ਦਾ ਨਾਂ ਲੈ ਕੇ ਇਹ ਸਭ ਮਰੀਜ਼ ਦੇ ਮਜ਼ਹਬ ਦੇ ਮੁਤਾਬਕ ਬਦਲ ਲੈਂਦੇ ਹੋ। 2 ਡੋਜ਼ਾਂ ਲਵੋ, ਇਹ ਟੀਕਾ ਲਵਾਓ, ਸ਼ਾਮ ਤੱਕ ਜ਼ਰੂਰ ਫਰਕ ਪੈ ਜਾਵੇਗਾ। ਨਹੀਂ, ਉਹਦੀ ਕੋਈ ਲੋੜ ਨਹੀਂ। ਟੈਲੀਫੋਨ ਤੇ ਕਾਹਨੂੰ ਦੱਸਣੀ ਇਹ ਹਾਲਤ? ਮੈਨੂੰ ਤੇ ਖੁਦ ਫਿਕਰ ਏ। ਤੁਹਾਡੇ ਘਰ ਵੱਲੋਂ ਹੀ ਤੇ ਲੰਘਣਾ ਮੈਂ ਰੋਜ਼। ਰਾਹ ਵਿੱਚ ਹੀ ਤੇ ਹੈ ਤੁਹਾਡਾ ਘਰ, ਮੈਂ ਖੁਦ ਵੇਖ ਜਾਵਾਂਗਾ, ਤੁਸੀਂ ਫਿਕਰ ਨਾ ਕਰੋ। ਕੀ ਗੱਲਾਂ ਕਰਦੇ ਹੋ ਜੀ? ਸ਼ਾਮ ਦੀ ਵਿਜ਼ਿਟਿੰਗ ਫੀਸ? ਬਾਦਸ਼ਾਹ, ਡਾਕਟਰ ਵੀ ਤੇ ਮਨੁੱਖ ਹੀ ਹੁੰਦਾ ਏ। ਉਹਨੂੰ ਵੀ ਤੇ ਆਪਣੇ ਮਰੀਜ਼ ਦਾ ਉਨਾ ਹੀ ਫਿਕਰ ਹੁੰਦਾ ਏ ਜਿੰਨਾ ਮਰੀਜ਼ ਦੇ ਘਰਦਿਆਂ ਨੂੰ। ਮੈਂ ਕੋਈ ਤੁਹਾਡੀ ਖਾਤਰ ਥੋੜ੍ਹਾ ਆਉਣਾ ਏ, ਮੈਂ ਤੇ ਆਪਣੀ ਤਸੱਲੀ ਵਾਸਤੇ ਆਉਣਾ ਏ। ਚਾਹ? ਜ਼ਰੂਰ ਪਿਆ ਦਿਆ ਜੇ ਚਾਹ। ਮੇਰੇ ਘਰ ਤੇ ਤੁਹਾਨੂੰ ਪਤਾ ਹੀ ਏ, ਮੇਰੀ ਬੀਵੀ, ਚਾਹ ਕਿੱਥੇ ਨਸੀਬ ਹੁੰਦੀ ਏ, ਉਹ ਤੇ ਨਰਕ। ਤੇ ਫੇਰ ਸ਼ੁਰੂ ਹੋ ਜਾਂਦੇ ਸਨ ਬੀਵੀ ਦੇ ਖਿਲਾਫ ਉਹਨਾਂ ਦੇ ਅਣਗਿਣਤ ਕਿੱਸੇ। ਪਤਾ ਨਹੀਂ ਕੀ ਮਜਬੂਰੀ ਸੀ ਉਹਨਾਂ ਦੀ, ਆਪਣੇ ਗੁਨਾਹਾਂ ਤੇ, ਯਾਨੀ ਆਪਣੇ ਵਿਆਹ ਤੋਂ ਪਹਿਲਾਂ ਵਾਲੀ ਮੁਹੱਬਤ ਨੂੰ, ਜਾਂ ਖੌਰੇ ਕਿਸੇ ਨੂੰ ਰਖੇਲ ਬਣਾ ਕੇ ਰੱਖਣ ਦਾ ਜਿਹੜਾ ਗੁਨਾਹ ਦਾ ਅਹਿਸਾਸ ਸੀ ਸ਼ਾਇਦ ਉਹਨਾਂ ਦੇ ਅੰਦਰ, ਉਸ ਸਭ ਕੁਝ ਤੇ ਪਰਦਾ ਪਾਈ ਰੱਖਣ ਲਈ ਉਹ ਹਮੇਸ਼ਾ ਸਭ ਨੂੰ, ਕਲੀਨਿਕ ਤੇ ਆਉਣ ਵਾਲੇ ਹਰ ਮਰੀਜ਼ ਨੂੰ, ਆਂਢੀਆਂ ਗੁਆਂਢੀਆਂ ਨੂੰ ਇਹੀ ਦੱਸਦੇ ਰਹਿੰਦੇ ਕਿ ਉਹਨਾਂ ਦੀ ਅਯਾਸ਼, ਆਵਾਰਾ, ਯਾਰਾਂ ਨਾਲ ਘਿਰੀ ਬੀਵੀ ਨੇ ਉਹਨਾਂ ਦੀ ਜ਼ਿੰਦਗੀ ਅਜ਼ਾਬ ਕਰ ਦਿੱਤੀ ਏ, ਉਹਨਾਂ ਦੇ ਘਰ ਨੂੰ ਨਰਕ ਬਣਾ ਦਿੱਤਾ ਏ, ਉਹਨਾਂ ਦੀਆਂ ਵਿਚਾਰੀਆਂ 2 ਮਾਸੂਮ ਬਾਲੜੀਆਂ ਦੀਆਂ ਅਲੜ ਜ਼ਿੰਦਗੀਆਂ ਵਿੱਚ ਜ਼ਹਿਰ ਘੋਲ ਦਿੱਤਾ ਏ। ਉਹ ਕਿੰਨੀਆਂ ਪਰਫੈਕਟ ਤੇ ਬਾਕਮਾਲ ਕਹਾਣੀਆਂ ਘੜ-ਘੜ ਕੇ ਸੁਣਾ ਸਕਦੇ ਸਨ। ਇਹਦੀਆਂ ਹਜ਼ਾਰਾਂ ਮਿਸਾਲਾਂ ਕਿੱਲਾਂ ਵਾਂਗੂ ਮੇਰੇ ਕਲੇਜੇ ਵਿੱਚ ਠੁਕੀਆਂ ਹੋਈਆਂ ਨੇ। ਸਿਰਫ 3 ਮਿਸਾਲਾਂ ਉਸ ਆਦਮੀ ਨੂੰ ਸਮਝਣ ਲਈ ਜਾਂ ਨਾ ਸਮਝ ਆਉਣ ਕਰਕੇ ਹੈਰਾਨ ਹੋਣ ਲਈ ਕਾਫੀ ਨੇ। ਉਂਝ ਇਹ ਬਹੁਤ ਬਾਅਦ ਦੀਆਂ ਗੱਲਾਂ ਨੇ। ਬਾਅਦ ਦੀਆਂ ਗੱਲਾਂ ਪਹਿਲੋਂ ਸੁਣਾ ਦੇਣ ਵਿੱਚ ਹਰਜ਼ੀ ਕੀ ਏ? ਉਂਝ ਇਹੀ ਤਾਂ ਜ਼ਿੰਦਗੀ ਏ, ਵਕਤ ਵਿੱਚ ਵੱਜੀ ਹੋਈ ਤੁਰਦੀ ਏ, ਪਰ ਪਿੱਛੇ ਮੁੜ ਕੇ ਵੇਖੋ ਤਾਂ ਵਕਤ ਤਰਲ ਪਾਣੀ ਬਣ ਜਾਂਦਾ ਏ। ਕੋਈ ਪਿੱਛੋਂ ਉੱਠੀ ਲਹਿਰ ਅਗਾਂਹ ਆ ਕੇ ਕਿਨਾਰੇ ਦੇ ਪੱਥਰਾਂ ਨਾਲ ਟਕਰਾਂਦੀ ਏ ਤੇ ਉਸ ਟਕਰਾਹਟ ਦੀ ਬੌਖਲਾਈ ਸ਼ਿੱਦਤ ਨਾਲ ਕਿੰਨੀ ਹੀ ਪਿਛਾਂਹ ਮੁੜ ਜਾਂਦੀ ਏ। 74 ਪਹਿਲੀ ਮਿਸਾਲ, ਉਦੋਂ ਮੈਂ ਰਾਜ ਦਾ ਘਰ ਵੀ ਤੇ ਮਾਂ-ਪਿਓ ਦਾ ਘਰ ਵੀ ਛੱਡ ਕੇ ਵਰਕਿੰਗ ਗਰਲਜ਼ ਹੋਸਟਲ ਵਿੱਚ ਜਾ ਚੁੱਕੀ ਸਾਂ। ਕਿਉਂਕਿ ਉਦੋਂ ਤੱਕ ਬੀਜੀ ਜਾ ਚੁੱਕੇ ਸਨ, ਉਸ ਘਰ ਨੂੰ ਦਾਰਜੀ ਦਾ ਘਰ ਹੀ ਕਹਿਣਾ ਠੀਕ ਹੋਵੇਗਾ। ਉਂਝ ਉਸ ਘਰ ਤੇ ਮੇਰਾ ਭਰਾ ਜਸਬੀਰ ਆਪਣਾ ਪੂਰਾ ਅਧਿਕਾਰ ਤੇ ਅਖਤਿਆਰ ਸਮਝਦਾ ਸੀ, ਸਿਰਫ ਉਹਦੀ ਕੋਈ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਸੀ। ਦਾਰਜੀ ਵੀ ਉਸ ਘਰ ਤੇ ਜਸਬੀਰ ਦਾ ਹੀ ਹੱਕ ਸਮਝਦੇ ਸਨ। ਬੀਜੀ ਦੇ ਜਾਣ ਮਗਰੋਂ ਮੈਨੂੰ ਲੱਗਦਾ ਸੀ ਕਿ ਇੱਕ ਜ਼ਿੰਮੇਵਾਰੀ ਤੋਂ ਤਾਂ ਮੈਂ ਵਿਹਲੀ ਹੋ ਗਈ ਸਾਂ। ਜ਼ਿੰਮੇਵਾਰੀ ਕਿ ਬਿਮਾਰ ਮਾਂ ਨੂੰ ਹੋਰ ਦੁਖੀ ਨਹੀਂ ਕਰਨਾ, ਕਿ ਜ਼ਿੰਦਗੀ ਨੂੰ ਉਸੇ ਤਰ੍ਹਾਂ ਗੁੱਪ-ਚੁੱਪ ਘਸੀਟੀ ਤੁਰੀ ਜਾਣਾ ਏ, ਕਿਉਂਕਿ ਉਹਦੇ ਵਿੱਚ ਕੁਝ ਵੀ ਟੁੱਟ-ਭੱਜ ਹੋਵੇਗੀ ਤਾਂ ਬੀਜੀ ਦੀ ਤਕਲੀਫ ਵਧੇਗੀ। ਹਮੇਸ਼ਾ ਵਾਂਗੂ ਮੈਂ ਦਾਰਜੀ ਦੇ ਘਰ ਖਦੇੜ ਦਿੱਤੀ ਗਈ ਸਾਂ। ਹਮੇਸ਼ਾ ਵਾਂਗੂ ਵਰੇ ਕੁ ਮਗਰੋਂ ਰਾਜ ਮੈਨੂੰ ਲੈਣ ਆਏ ਸਨ। ਹਮੇਸ਼ਾ ਵਾਂਗੂ ਦਾਰਜੀ ਨੇ ਕਿਹਾ ਸੀ, ਲੈ ਜਾਓ, ਤੁਹਾਡੀ ਚੀਜ਼ ਏ। ਤੇ ਪਹਿਲੀ ਵਾਰੀ ਮੈਂ ਕਿਹਾ ਸੀ, ਹੁਣ ਮੈਂ ਕਿਧਰੇ ਨਹੀਂ ਜਾਣਾ। ਰਾਜ ਤਾਂ ਪੈਰ ਪਟਕਦੇ, ਗਾਲਾਂ ਕੱਢਦੇ, ਧਮਕੀਆਂ ਦਿੰਦੇ ਚਲੇ ਗਏ। ਦਾਰਜੀ ਵੀ ਬੜੇ ਨਾਰਾਜ਼ ਹੋਏ। ਨਹੀਂ ਜਾਣਾ ਤੇ ਕੀ ਕਰਨਾ ਏ? ਸਾਰੀ ਉਮਰ ਪੇਕੇ ਬੂਹੇ ਤੇ ਬਹਿ ਰਹਿਣਾ ਏ। ਹੁਣ ਤੇ ਤੇਰੀ ਮਾਂ ਵੀ ਨਹੀਂ ਰਹੀ, ਤੂੰ ਤੇ ਸ਼ਾਮ ਨੂੰ ਸਕੂਲ ਚਲੀ ਜਾਂਦੀ ਏ। ਪਿੱਛੋਂ ਕੁੜੀਆਂ ਦਾ ਜ਼ਿੰਮੇਵਾਰ ਕੌਣ ਏ? ਭਾਈਆ ਜੀ ਬੁੱਢੇ ਬਾਰੇ ਆਇਆਗੀਰੀ ਕਰਨਗੇ ਹੁਣ ਉਹ ਤੇਰੀਆਂ ਕੁੜੀਆਂ ਦੀ। ਭਾਈਆ ਜੀ ਯਾਨੀ ਮੇਰੇ ਦਾਦਾ ਜੀ ਜਿਉਂਦੇ ਸਨ ਅਜੇ। 100 ਦੇ ਨੇੜੇ ਉਹਨਾਂ ਦੀ ਉਮਰ ਸੀ, ਪਰ ਰੋਜ਼ ਸਵੇਰੇ ਸ਼ਾਮੀ ਗੁਰਦੁਆਰੇ ਵੀ ਜਾਂਦੇ ਸਨ, ਰੱਜ ਕੇ ਰੋਟੀ ਵੀ ਖਾਂਦੇ ਸਨ, ਦਿਨ ਵਿੱਚ 3-4 ਵਾਰੀ ਟਹਿਲਦੇ ਵੀ ਸਨ। ਮੈਂ ਸ਼ਾਮ ਦੇ ਸਕੂਲ ਵਿੱਚ ਨੌਕਰੀ ਕਰ ਰਹੀ ਸਾਂ। ਖੁਦ ਮਿੰਨਤਾਂ ਤਰਲੇ ਕਰਕੇ ਸ਼ਾਮ ਦੇ ਸਕੂਲ ਵਿੱਚ ਬਦਲੀ ਕਰਵਾਈ ਸੀ, ਕਿਉਂਕਿ ਸਵੇਰੇ ਬੱਚਿਆਂ ਨੂੰ ਵੀ ਸਕੂਲ ਭੇਜਣਾ ਹੁੰਦਾ ਸੀ, ਬੀਜੀ ਨੂੰ ਵੀ ਨਵਾਉਣਾ ਧਵਾਉਣਾ ਸਪੰਜ ਕਰਨਾ ਹੁੰਦਾ ਸੀ, ਦਾਰਜੀ, ਬੀਜੀ, ਭਾਈਆ ਜੀ ਦਾ ਨਾਸ਼ਤਾ ਤੇ ਫਿਰ ਦੁਪਹਿਰ ਦੀ ਰੋਟੀ ਪਕਾ ਕੇ ਰੱਖਣੀ ਹੁੰਦੀ ਸੀ। ਤੇ ਫਿਰ 11:30 ਘਰੋਂ ਨਿਕਲ ਕੇ ਬੱਸਾਂ ਬਦਲ ਕੇ 12:40 ਤੇ ਲਾਲ ਕਿਲੇ ਦੇ ਕੋਲ ਤੰਬੂਆਂ ਵਿੱਚ ਬਣੇ ਇੱਕ ਸਕੂਲ ਵਿੱਚ ਪਹੁੰਚਣਾ ਹੁੰਦਾ ਸੀ। ਕੁੜੀਆਂ ਦੇ 2-4 ਸਕੂਲ ਹੀ ਸਨ ਪੂਰੀ ਦਿੱਲੀ ਵਿੱਚ ਜਿਹੜੇ ਦੁਪਹਿਰ ਵੇਲੇ ਸ਼ੁਰੂ ਹੁੰਦੇ ਸਨ, ਵਰਨਾ ਹਰ ਸਰਕਾਰੀ ਸਕੂਲ ਵਿੱਚ ਸਵੇਰੇ ਕੁੜੀਆਂ ਦਾ ਸਕੂਲ ਲੱਗਦਾ ਤੇ ਦੁਪਹਿਰੇ ਮੁੰਡਿਆਂ ਦਾ। ਬੀਜੀ ਦੀ ਬਿਮਾਰੀ ਕਰਕੇ ਹੀ ਤਾਂ ਮੈਂ ਸ਼ਾਮ ਵਾਲੇ ਸਕੂਲ ਵਿੱਚ ਬਦਲੀ ਕਰਵਾਈ ਸੀ। ਹੁਣ ਬੀਜੀ ਨਹੀਂ ਸਨ ਰਹੇ ਤਾਂ ਇੰਨੀ ਛੇਤੀ ਮੇਰੀ ਬਦਲੀ ਵਾਪਸ ਕਿਸੇ ਸਵੇਰ ਵਾਲੇ ਸਕੂਲ ਵਿੱਚ ਕੌਣ ਕਰਦਾ? ਮੈਂ ਨਾ ਤੇ ਕਿਸੇ ਨੂੰ ਮਿਲਦੀ ਸਾਂ, ਨਾ ਕਿਸੇ ਨੂੰ ਜਾਣਦੀ ਸਾਂ। ਲਾਹੌਰ ਖਾਲਸਾ ਸਕੂਲ ਵਿੱਚ ਡਾਕਟਰ ਸੰਤੋਖ ਸਿੰਘ ਦੀ ਬੀਵੀ ਕਿਰਪਾਲ ਸਾਡੀ ਪ੍ਰਿੰਸੀਪਲ ਹੋਇਆ ਕਰਦੀ ਸੀ। ਹੁਣ ਉਹ ਦਿੱਲੀ ਦੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਡਿਪਟੀ ਡਾਇਰੈਕਟਰ ਸੀ। ਉਹਨਾਂ ਦੀ ਮਿਹਨਤ ਕਰਕੇ ਹੀ ਮੈਂ ਸ਼ਾਮ ਵਾਲੇ ਸਕੂਲ ਵਿੱਚ ਬਦਲੀ ਕਰਵਾਈ ਸੀ। ਸੈਸ਼ਨ ਦੇ ਵਿਚਕਾਰ ਹੁਣ ਕੌਣ ਕਰਦਾ ਮੇਰੀ ਬਦਲੀ ਕਿਸੇ ਸਵੇਰ ਵਾਲੇ ਸਕੂਲ ਵਿੱਚ? ਖੈਰ, ਦਾਰਜੀ ਨਾਰਾਜ਼, ਰਾਜ ਨਾਰਾਜ਼, ਜਸਬੀਰ ਨਾਰਾਜ਼। ਦੋਵੇਂ ਬੱਚੀਆਂ ਸ਼ਾਮੀ 4 ਵਜੇ ਸਕੂਲੋਂ ਆ ਜਾਂਦੀਆਂ। ਮੈਂ 6:30 ਤੋਂ ਪਹਿਲਾਂ ਘਰ ਵਾਪਸ ਨਹੀਂ ਸਾਂ ਪਹੁੰਚ ਸਕਦੀ, ਉਹ ਵੀ ਤਾਂ ਜੇ ਬੱਸਾਂ ਮਿਲਦੀਆਂ ਜਾਣ। 2.5-3 ਘੰਟੇ ਉਹ ਜੀ ਭਿਆਣੀਆਂ ਜਿਹੀਆਂ ਯਤੀਮਾਂ ਵਾਂਗੂ ਡੋਲਦੀਆਂ ਫਿਰਦੀਆਂ।
ਦਾਰ ਜੀ ਨੌਕਰ ਕੋਲੋਂ ਦੁੱਧ ਗਰਮ ਕਰਵਾ ਕੇ ਪਿਆ ਦਿੰਦੇ, ਬਿਸਕੁਟ ਵੀ ਦੇ ਦਿੰਦੇ ਤੇ ਮੇਰੇ ਤੇ ਗੁੱਸਾ ਵੀ ਕੱਢਦੇ ਕਿ ਇਹ ਕੋਈ ਉਹਨਾਂ ਦੀ ਉਮਰ ਸੀ ਇਹ ਸਾਰੇ ਝੰਜਟ ਕਰਨ ਦੀ। 75 ਕੀ ਚਾਹੁੰਦੇ ਸਨ ਸਾਰੇ? ਕੀ ਤਵੱਕੋ ਰੱਖਦੇ ਸਨ ਮੇਰੇ ਕੋਲੋਂ? ਮੈਨੂੰ ਕੁਝ ਪਤਾ ਨਹੀਂ ਸੀ। ਜੇ ਰਾਜ ਦੇ ਘਰ ਚਲੀ ਜਾਂਦੀ ਤਾਂ ਕੀ ਬਦਲ ਜਾਣਾ ਸੀ? ਬੱਚੀਆਂ ਨੇ 4 ਵਜੇ ਦੀ ਥਾਵੇਂ ਸ਼ਾਮੀ 6:30 ਸਕੂਲੋਂ ਪਰਤਣਾ ਸੀ। ਮੇਰੀ ਨੌਕਰੀ 6:30 ਦੀ ਥਾਵੇਂ 4 ਵਜੇ ਖਤਮ ਹੋ ਜਾਣੀ ਸੀ। ਤੇ ਜੇ ਨੌਕਰੀ ਨਾ ਕਰਾਂ ਤਾਂ ਸਾਨੂੰ ਤਿੰਨਾਂ ਨੂੰ ਰੋਟੀ ਕਿੰਨੇ ਖਵਾਉਣੀ ਸੀ? ਬੱਚੀਆਂ ਦੀ ਪੜ੍ਹਾਈ, ਕੱਪੜੇ, ਬੂਟ ਜਰਾਬਾਂ। ਮੈਨੂੰ ਲੱਗਦਾ ਸੀ ਦਾਰ ਜੀ ਵੀ ਤੇ ਮੇਰਾ ਭਰਾ ਜਸਬੀਰ ਵੀ ਇਹੀ ਚਾਹੁੰਦੇ ਸਨ ਕਿ ਮਰਾਂ ਭਾਵੇਂ ਜਿਉਵਾਂ, ਇੱਜ਼ਤ ਆਬਰੂ ਨਾਲ ਉਸੇ ਘਰ ਵਿੱਚ ਰੋਲਾਂ ਮਰਾਂ ਜਿੱਥੇ ਉਹਨਾਂ ਨੇ ਮੈਨੂੰ ਤੋਰਿਆ ਸੀ। ਮੇਰੇ ਸਾਰੇ ਝੰਜਟ ਉਹਨਾਂ ਤੋਂ ਪਰੇ ਪਰੇ ਰਹਿਣ, ਮੇਰੇ ਸਾਰੇ ਅਜ਼ਾਬ ਉਹਨਾਂ ਦੀਆਂ ਨਜ਼ਰਾਂ ਤੋਂ ਲੁਕੇ ਰਹਿਣ ਤੇ ਉਹ ਇਤਮੀਨਾਨ ਨਾਲ ਖਾ ਪੀ ਸੌਂ ਸਕਣ ਕਿ ਕੁੜੀ ਆਪਣੇ ਘਰ ਏ। ਆਂਢ ਗੁਆਂਢ ਨੂੰ, ਰਿਸ਼ਤੇਦਾਰਾਂ ਵਾਕਫਾਂ ਨੂੰ ਇਤਮੀਨਾਨ ਨਾਲ ਕਹਿ ਸਕਣ ਆਪਣੇ ਘਰ ਏ ਸੁੱਖ ਨਾਲ। ਘਰ ਹੀ ਰਹਿਣਾ ਹੋਇਆ ਧੀਆਂ ਨੇ, ਦੁੱਖ ਸੁੱਖ ਸਹਿਣੇ ਵੀ ਹੋਏ। ਸ਼ਰੀਫ ਖਾਨਦਾਨਾਂ ਦੀਆਂ ਕੁੜੀਆਂ ਨੇ ਸਹੁਰਿਆਂ ਪੇਕਿਆਂ ਦੀ ਇੱਜ਼ਤ ਆਬਰੂ ਨੂੰ ਢੱਕੀ ਰੱਖਣਾ ਹੀ ਹੋਇਆ। ਖੈਰ, ਜਿਸ ਤਰ੍ਹਾਂ ਮੈਂ ਖਾਨਾ ਬਦੋਸ਼ ਵਿੱਚ ਦੱਸ ਹੀ ਚੁੱਕੀ ਹਾਂ ਤੁਹਾਨੂੰ ਕਿ ਫੁੱਟਬਾਲ ਵਾਂਗੂ ਰਾਜ ਦੇ ਘਰੋਂ ਦਾਰ ਜੀ ਦੇ ਘਰ ਤੇ ਦਾਰ ਜੀ ਦੇ ਘਰੋਂ ਰਾਜ ਦੇ ਘਰ 7 ਵਾਰੀ ਠੁੱਡੇ ਮਾਰ ਕੇ ਮੈਨੂੰ ਲੁੜਕਾਇਆ ਜਾ ਚੁੱਕਾ ਸੀ। ਇਹ 8ਵੀਂ ਵਾਰ ਸੀ ਤੇ ਮੈਂ ਇੱਕ ਹੋਰ ਠੁੱਡਾ ਖਾ ਕੇ ਲੁੜਕਦੀ ਹੋਈ ਵਾਪਸ ਜਾਣ ਲਈ ਤਿਆਰ ਨਹੀਂ ਸਾਂ। ਹਰ ਠੁੱਡੇ ਨਾਲ ਮੇਰੇ ਵਿੱਚੋਂ ਬਾਉਂਸ ਦੀ ਥਾਵੇਂ ਪਿਚਕੀ ਹੋਈ ਫਿਸ ਦੀ ਆਵਾਜ਼ ਆਉਂਦੀ ਸੀ ਹੁਣ ਤੇ। ਇੰਨੇ ਠੇਡੇ ਖਾ ਖਾ ਕੇ ਇਸ ਫੁੱਟਬਾਲ ਦੇ ਸਾਰੇ ਟਾਂਕੇ ਉੱਧੜ ਚੁੱਕੇ ਸਨ ਤੇ ਹਰ ਠੁੱਡੇ ਤੋਂ ਮਗਰੋਂ ਹੁਣ ਇੱਕ ਮਰੀਅਲ ਜਿਹੀ ਫਟੀ ਫਟੀ ਆਵਾਜ਼ ਆਉਂਦੀ ਸੀ ਤੇ ਫੁੱਟਬਾਲ ਭੌਂਟਣੀਆਂ ਖਾਂਦਾ ਮਸਾਂ 2-4 ਗਜ਼ ਹੀ ਪਰਾਂ ਲੁੜਕ ਸਕਦਾ ਸੀ। ਮੇਰਾ ਵਾਪਸ ਨਾ ਜਾਣ ਦਾ ਫੈਸਲਾ ਨਾਕਾਬਲੇ ਮੁਆਫੀ ਜੁਰਮ ਸੀ। ਦਾਰ ਜੀ ਗੱਲ ਹੀ ਨਹੀਂ ਸਨ ਕਰ ਰਹੇ ਮੇਰੇ ਨਾਲ ਤੇ ਜਸਬੀਰ ਨੇ ਕਦੇ ਬਾਤ ਹੀ ਨਹੀਂ ਸੀ ਪੁੱਛੀ। ਬਹੁਤ ਪਹਿਲਾਂ ਉਹਨੂੰ ਰੱਖੜੀ ਬੰਨ੍ਹਣੀ ਵੀ ਬੰਦ ਹੋ ਚੁੱਕੀ ਸੀ ਕਿਉਂਕਿ ਮੈਂ ਮਹਿਸੂਸ ਕੀਤਾ ਸੀ ਕਿ ਰੱਖੜੀ ਵਾਲੇ ਦਿਨ ਉਹ ਮੈਡੀਕਲ ਇੰਸਟੀਚਿਊਟ ਤੋਂ ਖਿਜਿਆ ਆਉਂਦਾ ਸੀ ਜਿਵੇਂ ਮੈਂ ਉਹਦਾ ਵਕਤ ਜ਼ਾਇਆ ਕਰਨ ਦੀ ਜ਼ਿੰਮੇਵਾਰ ਹੋਵਾਂ। ਬੜੀ ਵਾਰੀ ਸੋਚਿਆ ਸੀ ਕਿ ਕਹਿ ਦਿਆਂ ਕਿ ਜਸਬੀਰ ਵੀਰੇ ਰੱਖੜੀਆਂ ਰੁਖੜੀਆਂ ਵਿੱਚ ਕੀ ਪਿਆ ਏ, ਐਵੇਂ ਫਾਲਤੂ ਦੀਆਂ ਰਸਮਾਂ ਨੇ, ਜੇ ਤੇਰੇ ਕੋਲ ਵਕਤ ਨਹੀਂ ਹੁੰਦਾ ਤਾਂ ਕਿਉਂ ਔਖਾ ਹੁੰਨਾ ਏ ਫਾਲਤੂ? ਰੱਖੜੀ ਤੇ ਦਿਲਾਂ ਦੀ ਹੁੰਦੀ ਏ ਤੇ ਤੇਰੇ ਦਿਲ ਵਿੱਚ ਤਾਂ ਮੇਰੇ ਵਾਸਤੇ ਤਿਲ ਜਿੰਨੀ ਵੀ ਥਾਂ ਨਹੀਂ। ਪਰ ਹਰ ਵਾਰੀ ਚੁੱਪ ਕਰ ਜਾਂਦੀ ਸਾਂ ਕਿਉਂਕਿ ਬੀਜੀ ਨੂੰ ਲੱਗਦਾ ਸੀ ਕਿ ਸੁੱਖਾਂ ਲੱਦੇ ਇੱਕੋ ਇੱਕ ਵੀਰ ਦੀ ਸੁੱਖ ਮੰਗਣ ਵਾਲੀ ਇਹ ਰਸਮ ਜ਼ਰੂਰੀ ਸੀ ਕਿ ਰੱਖੜੀ ਨਾ ਬੰਨਣੀ ਬਦਸ਼ਗਨੀ ਹੁੰਦੀ ਏ। ਇੱਕੋ ਇੱਕ ਤੇ ਹੈ ਵੇ ਦੁਨੀਆ ਭਰ ਵਿੱਚ, ਉਹ ਹੌਕਾ ਭਰ ਕੇ ਕਹਿੰਦੇ। ਤੇ ਮੈਂ ਇਸ ਬੇਮਤਲਬ ਰਸਮ ਨੂੰ ਨਿਭਾਉਂਦੀ ਹਰ ਸਾਲ ਜਸਬੀਰ ਦੀ ਖਿਝ ਝੱਲਦੀ ਆਪਣੇ ਸਾਹਮਣੇ ਖੁਦ ਹੀ ਛੋਟੀ ਹੋ ਜਾਂਦੀ ਰਹੀ ਤਾਂ ਕਿ ਬੀਜੀ ਦਾਰ ਜੀ ਦਾ ਦਿਲ ਨਾ ਦੁਖੇ। ਆਖਰ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਤੇ ਇੱਕ ਦਿਨ ਮੈਂ ਉਹਨੂੰ ਕਹਿ ਹੀ ਦਿੱਤਾ ਕਿ ਇੰਨੀ ਸਾਰੀ ਖਿਝ ਨਾਲ ਤੇ ਮੇਰੇ ਵਾਸਤੇ ਇੰਨੀ ਹਕਾਰਤ ਨਾਲ ਰੱਖੜੀ ਬਣਵਾਉਣ ਦਾ ਕੀ ਫਾਇਦਾ ਜਸਬੀਰ? ਤੂੰ ਉਦੋਂ ਹੀ ਰੱਖੜੀ ਬਣਵਾਈ ਜਦੋਂ ਤੇਰੇ ਮਨ ਵਿੱਚੋਂ ਇਸ ਰਿਸ਼ਤੇ ਲਈ ਇਹਤਰਾਮ ਜਾਗੇ। ਉਹਨੇ ਸ਼ੁਕਰ ਕੀਤਾ ਹੋਣਾ ਹੈ ਕਿ ਮੁਸੀਬਤ ਖਤਮ ਹੋਈ। ਬਸ ਉਸ ਤੋਂ ਮਗਰੋਂ ਹੁਣ ਤੇ ਖਬਰੇ 40 ਵਰ੍ਹੇ ਹੋ ਗਏ ਹੋਣੇ ਨੇ, ਨਾ ਉਹਨੂੰ ਕਦੇ ਰੱਖੜੀ ਦੀ ਲੋੜ ਪਈ ਤੇ ਨਾ ਮੈਂ ਆਪਣੀ ਫਾਲਤੂ ਰੱਖੜੀ ਉਹਦੇ ਤੇ ਲੱਦੀ। 76 ਖੈਰ, ਦਾਰ ਜੀ ਦੀ ਨਾਰਾਜ਼ਗੀ ਨਾਲ ਜਦੋਂ ਮੇਰਾ ਸਾਹ ਘੁੱਟਣ ਲੱਗਾ ਤਾਂ ਮੈਂ ਇੱਕ ਦਿਨ ਚੁੱਪਚਾਪ ਸਕੂਲੋਂ ਛੁੱਟੀ ਲਈ ਤੇ ਪੁੱਛਦੀ ਪਛਾਂਦੀ ਵਰਕਿੰਗ ਗਰਲਜ਼ ਹੌਸਟਲ ਜਾ ਪਹੁੰਚੀ। ਉਹਨਾਂ ਕਿਹਾ ਕਮਰਾ ਤਾਂ ਹੈ ਵੇ, 60 ਰੁਪਏ ਮਹੀਨੇ ਦੇ ਲੱਗਣਗੇ। ਜੇ ਰੋਟੀ ਮੈਸ ਵਿੱਚੋਂ ਖਾਣੀ ਹੋਵੇ ਤਾਂ 2-3 ਤਰ੍ਹਾਂ ਦੀ ਰੋਟੀ ਮਿਲਦੀ ਏ। ਸਭ ਤੋਂ ਸਸਤੀ ਯਾਨੀ ਸਿਰਫ ਦਾਲ ਤੇ ਫੁਲਕੇ ਜਾਂ ਚਾਵਲ 40 ਰੁਪਏ ਮਹੀਨਾ। ਬੱਚੇ ਤਾਂ ਨਹੀਂ ਰਹਿ ਸਕਦੇ ਨਾਲ, ਹੁਕਮ ਹੀ ਨਹੀਂ, ਦਸਤੂਰ ਹੀ ਨਹੀਂ, ਅੱਜ ਤੱਕ ਕਿਸੇ ਨੇ ਰੱਖੇ ਹੀ ਨਹੀਂ। ਇਹ ਤਾਂ ਸਿਰਫ ਕੰਮ ਕਰਨ ਵਾਲੀਆਂ ਕੁੜੀਆਂ ਦਾ ਹੌਸਟਲ ਏ ਤੇ ਜਿਨ੍ਹਾਂ ਕੰਮ ਕਰਨ ਵਾਲੀਆਂ ਔਰਤਾਂ ਦੇ ਬੱਚੇ ਹੋਣ ਉਹ ਕਿੱਥੇ ਜਾਣ? ਆਪਣੇ ਜੋਗਾ ਕੋਈ ਕਮਰਾ ਕਿਰਾਏ ਤੇ ਲੈ ਕੇ ਰਹਿਣ, ਕੋਈ ਬਰਸਾਤੀ। ਪਰ ਜਦੋਂ ਮੈਂ ਕੰਮ ਕਰਨ ਗਈ ਹੋਵਾਂ, ਪਿੱਛੋਂ ਜੇ ਉਹਨਾਂ ਦੋਹਾਂ ਦਾ ਕਿਸੇ ਨੇ ਗਲਾ ਘੁੱਟ ਦਿੱਤਾ, ਅਗਵਾ ਕਰ ਲਿਆ। ਇਹੀ ਧਮਕੀ ਦਿੰਦੇ ਹੁੰਦੇ ਸਨ ਰਾਜ। ਇਹ ਨਾ ਸਮਝੀ ਕਿ ਦੋਹਾਂ ਕੁੜੀਆਂ ਨੂੰ ਲੈ ਕੇ ਤੂੰ ਕਦੇ ਵੀ ਮੇਰੇ ਤੋਂ ਆਜ਼ਾਦ ਹੋ ਸਕਣੀ ਏ। ਤੇਰੇ ਵਰਗੀਆਂ ਬਦਕਾਰ ਔਰਤਾਂ ਨੂੰ ਕਾਬੂ ਕਰਨ ਵਾਸਤੇ ਹੀ ਤੇ ਉਹਨਾਂ ਦੇ ਗਲੇ ਨਾਲ ਬੱਚਿਆਂ ਦੇ ਪੱਥਰ ਬੰਨਣੇ ਪੈਂਦੇ ਨੇ। ਦੋਹਾਂ ਨੂੰ ਲੈ ਕੇ ਤੂੰ ਜਾਏਂਗੀ ਕਿੱਥੇ? ਜੇ ਜਾਏਂਗੀ ਤਾਂ ਮੈਂ ਦੋਹਾਂ ਨੂੰ ਚੁਕਵਾ ਕੇ ਸਿੰਗਾਪੁਰ ਦੇ ਕਿਸੇ ਕੋਠੇ ਤੇ ਵੇਚ ਦਿਆਂਗਾ, ਸਮਝੀ? ਪਤਾ ਨਹੀਂ ਸਿੰਗਾਪੁਰ ਦੇ ਕੋਠੇ ਤੇ ਵੇਚਣ ਦੀ ਹੀ ਗੱਲ ਕਿਉਂ ਕਰਦੇ ਸਨ ਉਹ। ਸ਼ਾਇਦ ਇਸ ਕਰਕੇ ਕਿ ਉਹਨਾਂ ਦੀ ਸਿੰਗਾਪੁਰ ਵਾਲੀ ਮਾਸੀ ਨੇ ਕਦੇ ਉਹਨਾਂ ਨੂੰ ਦੱਸਿਆ ਹੋਵੇਗਾ ਕਿ ਉਹਦਾ ਖਾਵੰਦ, ਜਾਂ ਫਿਰ ਮੇਰੇ ਵਿਚਕਾਰਲੇ ਦਿਓਰ ਨੇ ਹੀ ਦੱਸਿਆ ਹੋਵੇਗਾ ਸ਼ਾਇਦ, ਕਿਉਂਕਿ ਉਹ 2-3 ਸਾਲ ਸਿੰਗਾਪੁਰ ਵਾਲੇ ਮਾਸਟਰ ਜੀ ਕੋਲ ਨੌਕਰੀ ਕਰ ਆਇਆ ਸੀ ਤੇ ਹੁਣ ਮੁਰਗੀਆਂ ਪਾਲਣ ਦਾ ਕੰਮ ਕਰ ਰਿਹਾ ਸੀ। ਕਰਨਾਲ ਦੇ ਨੇੜੇ ਹੀ ਪੋਲਟਰੀ ਫਾਰਮ ਸੀ ਉਹਦਾ ਤੇ ਮੈਂ ਖੌਫ ਨਾਲ ਥਰ-ਥਰ ਕੰਬਦੀ ਰਹਿੰਦੀ ਸਾਂ। ਬੱਚਿਆਂ ਨੂੰ ਇੱਥੇ ਨਾਲ ਰੱਖਣ ਦੀ ਇਜਾਜ਼ਤ ਕਿੱਥੋਂ ਮਿਲ ਸਕਦੀ ਏ? ਪਤਾ ਨਹੀਂ, ਅੱਜ ਤੱਕ ਤੇ ਕਿਸੇ ਨੂੰ ਮਿਲੀ ਨਹੀਂ, ਕਿਸੇ ਨੇ ਮੰਗੀ ਨਹੀਂ ਦਰਅਸਲ ਇਹੋ ਜਿਹੀ ਇਜਾਜ਼ਤ। ਹਾਂ, ਜੇ ਤੂੰ ਕੋਸ਼ਿਸ਼ ਕਰਨੀ ਹੀ ਏ ਤਾਂ ਸਿਰਫ ਮਿਨਿਸਟਰ ਸਾਹਿਬ ਦੇ ਸਕਦੇ ਨੇ ਸਪੈਸ਼ਲ ਇਜਾਜ਼ਤ। ਮਿਨਿਸਟਰ ਸਾਹਿਬ? ਕੌਣ ਨੇ? ਕਿੱਥੇ ਰਹਿੰਦੇ ਨੇ? ਵਾਰਡਨ ਨੇ ਨਾਂ ਦੱਸਿਆ, ਮੇਹਰ ਚੰਦ ਮਹਾਜਨ। ਉਹ ਖੁਦਾਇਆ, ਉਹ ਤਾਂ ਦਾਰ ਜੀ ਦੇ ਮਰੀਜ਼ ਸਨ। ਜੇ ਮੈਂ ਉਹਨਾਂ ਨੂੰ ਆਪਣਾ ਅਤਾ ਪਤਾ ਦੱਸਿਆ ਤਾਂ ਦਾਰ ਜੀ ਕੋਲ ਖਬਰ ਪਹੁੰਚ ਜਾਏਗੀ, ਫਿਰ ਮੇਰਾ ਕੀ ਬਣੇਗਾ?
ਦਾਰ ਜੀ ਤੇ ਮੇਰਾ ਕੀਮਾ ਬਣਾ ਦੇਣਗੇ। ਕਹਿਣਗੇ, ਸਾਡੇ ਖਾਨਦਾਨ ਵਿੱਚ ਇਹੋ ਜਿਹੀ ਗੱਲ ਕਦੇ ਕਿਸੇ ਨੇ ਸੁਣੀ ਵੀ ਨਹੀਂ। ਤੂੰ ਕਿੱਥੋਂ ਜੰਮ ਪਈ? ਕਿਹੜੀ ਨੈਸ਼ ਘੜੀ ਵਿੱਚ ਕਿ ਖਾਨਦਾਨ ਦਾ ਨਾਂ ਡੋਬਣ ਤੁਰ ਪਈ ਐ? ਅੱਜ ਤੱਕ ਕੋਈ ਵਿਆਹੀ ਵਰੀ ਕੁੜੀ ਇਕੱਲੀ ਰਹੀ ਹੈ ਜਿਹੜੀ ਤੂੰ ਰਹੇਂਗੀ? ਜੇ ਤੇਰੇ ਸਿੰਘ ਨਹੀਂ ਸਮਾਂਦੇ ਇਸ ਘਰ ਤਾਂ ਜਾ ਆਪਣੇ ਘਰ, ਜੋ ਸ਼ਰੀਫਜ਼ਾਦੀਆਂ ਦਾ ਦਸਤੂਰ ਏ। ਜਾਂ ਪੇਕੇ ਰਹਿਣ ਜਾਂ ਸਹੁਰੇ, ਬਸ ਤੀਜੀ ਥਾਂ ਤੇ ਹੁੰਦੀ ਨਹੀਂ ਨਾ। ਲੈਣ ਆਏ ਸਨ ਰਾਜ ਤਾਂ ਆਕੜ ਗਈ, ਗਈ ਨਹੀਂ। ਆਕੜ ਕਾਹਦੀ ਬਈ? ਘਰੋਂ ਬਾਹਰ ਜ਼ਨਾਨੀ ਕੱਖੋਂ ਹੌਲੀ ਏ। ਦੋ ਦੋ ਕੁੜੀਆਂ ਨਾਲ ਤੂੰ ਜਾਏਂਗੀ ਕਿੱਥੇ? ਕੱਲ ਨੂੰ ਕੌਣ ਵਿਆਹੇਗਾ ਇਹਨਾਂ ਕੁੜੀਆਂ ਨੂੰ? ਬੱਚਿਆਂ ਦੀ ਖਾਤਰ ਤਾਂ ਮਾਵਾਂ ਸਾਰੀ ਉਮਰ ਧੁੱਖ ਧੁੱਖ ਕੇ ਕੱਟ ਦਿੰਦੀਆਂ ਨੇ। ਹਾਲੀ ਤੇ ਸੁੱਖ ਨਾਲ ਪਿਓ ਜਿਉਂਦਾ ਏ ਇਹਨਾਂ ਦਾ। ਜਿਨ੍ਹਾਂ ਦੇ ਮਰ ਵੀ ਜਾਂਦੇ ਨੇ ਉਹ ਵੀ ਬੱਚਿਆਂ ਦੀ ਖਾਤਰ ਘਰ ਦੀਆਂ ਦਹਲੀਜ਼ਾਂ 'ਚੋਂ ਪੈਰ ਨਹੀਂ ਬਾਹਰ ਕੱਢਦੀਆਂ। ਮਰਦੀਆਂ ਮਰ ਜਾਂਦੀਆਂ ਨੇ, ਬਾਹਰ ਧੂੰ ਨਹੀਂ ਨਿਕਲਣ ਦਿੰਦੀਆਂ। ਜੇ ਸਹੁਰੇ ਰਹੀਆਂ ਤਾਂ ਦਰਾਣੀਆਂ ਜਠਾਣੀਆਂ ਦੇ ਬਾਲਾਂ ਦਾ ਗੂੰ ਮੂਤਰ ਹੂੰਝਦੀਆਂ ਰਹੀਆਂ। ਜੇ ਪੇਕੇ ਰਹੀਆਂ ਤਾਂ ਭਰਜਾਈਆਂ ਦੇ ਬਾਲਾਂ ਨੂੰ ਸਾਂਭਦੀਆਂ ਰਹੀਆਂ। ਰੋਟੀਆਂ ਪਕਾਉਂਦੀਆਂ, ਗੁਤਾਵੇ ਕਰਦੀਆਂ, ਪਾਣੀ ਭਰਦੀਆਂ ਨੇ, ਉਮਰਾਂ ਕੱਟ ਦਿੱਤੀਆਂ। ਘਰਾਂ ਘਰਾਣਿਆਂ ਦੀਆਂ ਧੀਆਂ ਤੇ ਇਹ ਗੁੜਤੀ ਮਾਂ ਦੇ ਢਿੱਡ ਵਿੱਚੋਂ ਹੀ ਲੈ ਕੇ ਜੰਮਦੀਆਂ ਨੇ। ਧੀ ਧਿਆਣ ਦੀ ਅੱਖ ਦੀ ਸ਼ਰਮ ਵੀ ਤੇ ਕੋਈ ਚੀਜ਼ ਏ। ਉਸੇ ਨਾਲ ਖਾਨਦਾਨਾਂ ਦੀ ਇੱਜ਼ਤ ਸਾਂਭੀ ਰਹਿੰਦੀ ਏ। ਤੂੰ ਚੰਦਰੀ ਕਿਹੋ ਜਿਹੀ ਕਲੈਣੀ ਘੜੀ ਵਿੱਚ ਜੰਮ ਪਈ ਓ ਕਿ ਅੱਜ ਤੂੰ ਸਾਰਿਆਂ ਦਾ ਮੂੰਹ ਕਾਲਾ ਕਰਕੇ ਇਕੱਲੀ ਰਹਿਣ ਤੁਰ ਪਈ ਐ? ਲੱਤਾਂ ਚੀਰ ਦਿਆਂਗਾ ਜੇ ਘਰੋਂ ਪੈਰ ਬਾਹਰ ਕੱਢਿਆ ਤੇ। ਸ਼ਾਮੀ ਬੁਲਾਣਾ ਜਸਬੀਰ ਨੂੰ ਵੀ, ਵੇਖਣਾ ਤੂੰ ਕਿਸ ਤਰ੍ਹਾਂ ਆਪ ਹੁਦਰੀਆਂ ਕਰਨੀ ਏ। ਤੇ ਫੇਰ ਹਮੇਸ਼ਾ ਬੀਜੀ ਤੇ ਮੇਰੇ ਤੇ ਆਜ਼ਮਾਇਆ ਹੋਇਆ ਪੁਖਤਾ ਕਾਰਸਾਜ਼ ਨੁਸਖਾ, ਗਲੇ ਵਿੱਚ ਅੱਥਰੂਆਂ ਦੀ ਕੰਬਣੀ ਜਿਹੀ ਭਰ ਕੇ, ਸਾਨੂੰ ਜਿਉਂਦਿਆਂ ਨੂੰ ਨਾ ਮਾਰ, ਅਸੀਂ ਤੇ ਅੱਗੇ ਹੀ ਮੋਏ ਪਏ ਆ। ਕੀ ਕਸੂਰ ਕੀਤਾ ਅਸਾਂ ਤੇਰਾ? ਸਾਨੂੰ ਕਾਹਦੀ ਸਜ਼ਾ ਦੇਣੀ ਏ ਤੂੰ? ਵਗੈਰਾ। ਇਹ ਸਾਰੇ ਕਈ ਵਾਰੀ ਦੁਹਰਾਏ ਹੋਏ ਲਫ਼ਜ਼ ਮੇਰੀ ਛਾਤੀ ਦੀਆਂ ਕੰਧਾਂ ਨਾਲ ਟਕਰਾ ਰਹੇ ਸਨ। ਇਹੀ ਲਫ਼ਜ਼ ਬਾਰ-ਬਾਰ ਸੁਣੇ ਸਨ ਮੈਂ ਰਾਜ ਕੋਲੋਂ, ਦਾਰਜੀ ਕੋਲੋਂ, ਬੀਜੀ ਕੋਲੋਂ, ਤੇ ਕਦੇ-ਕਦੇ ਇਹਨਾਂ ਵਿੱਚ ਬਹੁਤ ਸਾਰੀ ਹੋਰ ਤਲਖੀ ਤੇ ਤੁਰਸ਼ੀ ਤੇ ਚਮਕਦੇ ਖੰਜਰਾਂ ਵਰਗਾ ਬੇਰਹਿਮ ਤਿੱਖਾਪਣ ਭਰ ਕੇ ਜਸਬੀਰ ਕੋਲੋਂ ਵੀ। ਮੈਨੂੰ ਉਦੋਂ ਤੱਕ ਸਮਝ ਆ ਚੁੱਕੀ ਸੀ ਕਿ ਕਿਸੇ ਨੂੰ ਮੇਰੀ ਜਾਂ ਮੇਰੀਆਂ ਬੱਚੀਆਂ ਦੀ ਫਿਕਰ ਨਹੀਂ। ਉਹਨਾਂ ਲੋਕਾਂ ਦੇ ਤਮਾਮ ਫਿਕਰਾਂ ਦੀਆਂ ਹੱਦਾਂ ਉਹਨਾਂ ਦੇ ਆਪਣੇ ਮਿੱਥੇ ਹੋਏ ਮਾਪਾਂ ਤੋਲਾਂ ਤੇ ਜਾ ਕੇ ਖਤਮ ਹੋ ਜਾਂਦੀਆਂ ਸਨ, ਤੇ ਇਹ ਸਾਰੇ ਮਾਪ ਤੋਲ ਉਹਨਾਂ ਦੀਆਂ ਆਪਣੀਆਂ ਜ਼ਿੰਦਗੀਆਂ ਨੂੰ ਸੁਰਖਰੂ ਰੱਖਣ ਲਈ ਹੀ ਸਨ। ਉਹਨਾਂ ਦੇ ਖਾਨਦਾਨ, ਉਹਨਾਂ ਦੀਆਂ ਇੱਜ਼ਤਾਂ, ਉਹਨਾਂ ਦੇ ਘਰਾਂ ਦੀਆਂ ਨੂੰਹਾਂ ਧੀਆਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਨ ਕਿ ਕਿਸੇ ਦੀ ਅੱਖ ਵਿੱਚ ਪਈਆਂ ਰੜਕਣ ਵੀ ਨਾ, ਇਹਦੇ ਬਾਰੇ ਸਦੀਆਂ ਪਹਿਲੋਂ ਬਣਾਏ ਗਏ ਮਾਪਣ ਵਾਲੇ ਫੀਤੇ ਤੇ ਤੋਲਣ ਵਾਲੇ ਵੱਟੇ, ਸਦੀਆਂ ਪਹਿਲੋਂ ਬਣਾਈਆਂ ਪਗਡੰਡੀਆਂ ਜਿਨ੍ਹਾਂ ਉੱਤੇ ਸਿਰ ਸੁੱਟ ਕੇ ਸੋਚ ਤੇ ਅਹਿਸਾਸ ਨੂੰ ਆਪਣੀ ਹੱਥੀਂ ਜ਼ਿਬਾ ਕਰਕੇ ਭੇਡਾਂ ਵਾਂਗੂ ਤੁਰਦੀਆਂ ਜਾਣ ਉਹਨਾਂ ਦੀਆਂ ਨੂੰਹਾਂ ਧੀਆਂ, ਤਾਂ ਕਿ ਉਹ ਸਿਰ ਚੁੱਕ ਕੇ, ਪੱਗਾਂ ਉੱਚੀਆਂ ਰੱਖ ਕੇ, ਇੱਜ਼ਤਾਂ ਸੁਰਖਰੂ ਰੱਖ ਕੇ ਜਿਉ ਸਕਣ। ਕੋਲੂ ਦੇ ਬੈਲ ਵਾਂਗੂ ਜਿਹਦੀਆਂ ਅੱਖਾਂ ਤੇ ਖੋਪੇ ਚੜੇ ਹੋਣ। 77। ਪਰ ਕੋਈ ਚਾਰਾ ਨਹੀਂ ਸੀ, ਸੋ ਪੁੱਛਦੀ ਪੁਛਾਂਦੀ ਬੱਸਾਂ ਵਿੱਚ ਧੱਕੇ ਖਾਂਦੀ ਪਹੁੰਚ ਗਈ ਮਿਨਿਸਟਰ ਸਾਹਿਬ ਦੇ ਘਰ। ਪੇਕੇ ਕਿੱਥੇ ਨੇ? ਸਹੁਰੇ ਕਿੱਥੇ ਨੇ? ਖਾਵੰਦ? ਸਭ ਸਵਾਲਾਂ ਦੇ ਜਵਾਬ ਦੇਂਦੀ ਗਈ, ਜਿਨ੍ਹਾਂ ਵਿੱਚੋਂ ਅਸਲੀ ਜਵਾਬ ਗੈਰ ਹਾਜ਼ਰ ਸਨ। ਝੂਠ ਬੋਲਣ ਲੱਗਿਆਂ ਜ਼ੁਬਾਨ ਥਿੜਕਦੀ ਸੀ, ਪਿੰਡਾ ਕੰਬਦਾ ਸੀ, ਕਦੇ ਬੋਲਿਆ ਹੀ ਨਹੀਂ ਸੀ ਝੂਠ। ਆਖਰ ਮੈਂ ਆਪਣੀਆਂ ਚੌਹਾਂ ਕੰਨੀਆਂ ਨੂੰ ਸਮੇਟਿਆ। ਤੁਸੀਂ ਹੀ ਦੱਸੋ, ਜਿਸ ਔਰਤ ਦਾ ਕੋਈ ਘਰ ਘਾਟ ਨਾ ਹੋਵੇ ਤੇ ਬੱਚਿਆਂ ਨੂੰ ਵੀ ਉਹਨੇ ਛਾਤੀ ਨਾਲ ਲਾ ਕੇ ਰੱਖਣਾ ਹੋਵੇ, ਮਿਹਨਤ ਮੁਸ਼ੱਕਤ ਕਰਕੇ ਪਾਲਣਾ ਹੋਵੇ, ਉਹ ਕਿੱਥੇ ਰਵੇ? ਪਤਾ ਨਹੀਂ ਕਿਸ ਵੇਲੇ ਕਿਹਦੇ ਦਿਲ ਵਿੱਚ ਇਨਸਾਨੀ ਹਮਦਰਦੀ ਦੀ ਕਿਹੜੀ ਕੋਸੀ ਜਿਹੀ ਕਣੀ ਵਸ ਪੈਂਦੀ ਏ, ਤੇ ਕਿਸ ਤਰ੍ਹਾਂ ਵਸ ਪੈਂਦੀ ਏ। ਇਹੀ ਸਭ ਤੋਂ ਵੱਡਾ ਤਿਲਿਸਮ ਏ। ਮਿਨਿਸਟਰ ਸਾਹਿਬ ਦੇ ਹੁਕਮ ਨਾਲ ਮੈਨੂੰ ਆਪਣੀਆਂ ਬੱਚੀਆਂ ਨੂੰ ਆਪਣੇ ਕੋਲ ਹੀ ਹੋਸਟਲ ਵਿੱਚ ਰੱਖਣ ਦੀ ਇਜਾਜ਼ਤ ਮਿਲ ਗਈ, ਤੇ ਇੱਕ ਦਿਨ ਮੈਂ ਇੱਕ ਟਰੰਕ ਵਿੱਚ ਆਪਣੇ ਤਿੰਨਾਂ ਦੇ ਕੱਪੜੇ ਪਾਏ, ਇੱਕ ਗੰਢੜੀ ਵਿੱਚ ਆਪਣੀ ਰਜ਼ਾਈ ਤੇ ਖੇਸ ਤੇ ਸਰਾਣਾ ਬੰਨੇ ਤੇ ਹੋਸਟਲ ਆ ਗਈ। ਦਾਰਜੀ ਉਸ ਵੇਲੇ ਘਰ ਨਹੀਂ ਸਨ, ਕਲੀਨਿਕ ਗਏ ਹੋਏ ਸਨ। ਭਾਈਆ ਜੀ ਨੂੰ ਮੈਂ ਆਪਣਾ ਪਤਾ ਲਿਖ ਕੇ ਦੇ ਦਿੱਤਾ ਤੇ ਚਲੀ ਆਈ। ਹੋਸਟਲ ਵਿੱਚ ਕਿਸ ਤਰ੍ਹਾਂ ਘੋਰ ਗਰੀਬੀ ਵੇਖੀ, ਕਿਸ ਤਰ੍ਹਾਂ ਅਸੀਂ 2 ਜਣਿਆਂ ਦੀ ਰੋਟੀ ਲੈ ਕੇ ਤਿੰਨੇ ਖਾ ਲੈਂਦੀਆਂ ਸਾਂ ਤਾਂ ਕਿ 40 ਰੁਪਏ ਬਚਾਏ ਜਾ ਸਕਣ, ਇਹ ਸਭ ਕੁਝ ਮੈਂ ਖਾਨਾ ਬਦੋਸ਼ ਵਿੱਚ ਦੱਸ ਚੁੱਕੀ ਹਾਂ। ਰਾਜ ਵੱਲੋਂ ਲਗਾਤਾਰ ਧਮਕੀਆਂ ਆ ਰਹੀਆਂ ਸਨ ਕਿ ਦੋਹਾਂ ਕੁੜੀਆਂ ਨੂੰ ਚੁਕਵਾ ਕੇ ਸਿੰਗਾਪੁਰ, ਸੋ ਦੋਹਾਂ ਨੂੰ ਸਪ੍ਰਿੰਗਡੇਲਜ਼ ਸਕੂਲ ਵਿੱਚੋਂ ਉਠਾ ਕੇ ਇਰਵਿਨ ਸਕੂਲ ਵਿੱਚ ਦਾਖਲ ਕਰਵਾ ਦਿੱਤਾ, ਜਿਹੜਾ ਹੋਸਟਲ ਤੋਂ ਬਿਲਕੁਲ ਨੇੜੇ ਸੀ। ਮੇਰੀ ਬਦਲੀ ਵੀ ਹੁਣ ਬ੍ਰਿਟਿਸ਼ ਕਾਉਂਸਲ ਦੇ ਉਸ ਮਹਿਕਮੇ ਵਿੱਚ ਹੋ ਗਈ ਹੋਈ ਸੀ ਜਿਸ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਲਈ ਟੈਲੀਵਿਜ਼ਨ ਪ੍ਰੋਗਰਾਮ ਬਣਾਏ ਜਾਂਦੇ ਸਨ। ਉਂਝ ਤੇ ਰੱਬ ਨੇ ਕਦੇ ਮਦਦ ਨਹੀਂ ਸੀ ਕੀਤੀ ਮੇਰੀ, ਪਰ ਇਹ ਬਦਲੀ ਮੈਂ ਸੋਚਦੀ ਸਾਂ ਖੁਦ ਉਹਨੇ ਹੀ ਮੇਰੀਆਂ ਬੱਚੀਆਂ ਤੇ ਤਰਸ ਖਾ ਕੇ ਕਰਵਾਈ ਸੀ, ਤਾਂ ਕਿ ਸਵੇਰੇ ਮੈਂ ਖੁਦ ਉਹਨਾਂ ਨੂੰ ਤਿਆਰ ਕਰਕੇ ਸਕੂਲ ਦੇ ਫਾਟਕ ਦੇ ਅੰਦਰ ਪਹੁੰਚਾ ਕੇ ਰਫੀ ਮਾਰਗ ਦੇ ਕੋਨੇ ਤੇ ਬਣੀ ਆਈਫੈਕਸ ਬਿਲਡਿੰਗ ਵਿੱਚ ਬ੍ਰਿਟਿਸ਼ ਕਾਉਂਸਲ ਦੇ ਦਫ਼ਤਰ ਜਾ ਸਕਾਂ। ਸ਼ਾਮ ਵੇਲੇ ਉਹਨਾਂ ਨੂੰ 4 ਵਜੇ ਛੁੱਟੀ ਹੋ ਜਾਂਦੀ ਸੀ, ਪਰ ਉਹ ਸਕੂਲ ਦੇ ਫਾਟਕ ਦੇ ਅੰਦਰ ਹੀ ਲੌਨ ਵਿੱਚ ਬੈਠੀਆਂ ਮੇਰੀ ਇੰਤਜ਼ਾਰ ਕਰਦੀਆਂ ਰਹਿੰਦੀਆਂ। ਮੈਂ ਕੋਈ 5:30 ਦੇ ਕਰੀਬ ਪਹੁੰਚ ਜਾਂਦੀ ਤੇ ਦੋਹਾਂ ਨੂੰ ਨਾਲ ਲੈ ਕੇ ਹੋਸਟਲ ਆ ਜਾਂਦੀ। ਸੜਕ ਦਾ ਉਹ ਛੋਟਾ ਜਿਹਾ ਟੁਕੜਾ ਪਾਰ ਕਰਨ ਲੱਗਿਆਂ ਵੀ ਮੈਂ ਦਹਿਸ਼ਤ-ਜ਼ਦਾ ਰਹਿੰਦੀ। ਆਪਣੇ ਵੱਲ ਤੱਕਦੇ ਕਿਸੇ ਵੀ ਚਿਹਰੇ ਵਿੱਚੋਂ ਮੈਨੂੰ ਰਾਜ ਦੇ ਭੇਜੇ ਗੁੰਡਿਆਂ ਦੇ ਚਿਹਰੇ ਨਜ਼ਰ ਆਉਂਦੇ। ਸੜਕ ਪਾਰ ਕਰਦਿਆਂ ਇਹੀ ਲੱਗਦਾ ਕਿ ਰਾਜ ਦੀ ਭੇਜੀ ਕੋਈ ਮੋਟਰ ਹੁਣੇ ਹੀ ਰੁਕੇਗੀ ਤੇ ਦੋਹਾਂ ਨੂੰ ਧਰੂ ਕੇ ਲੈ ਜਾਏਗੀ, ਜਾਂ ਕੀ ਪਤਾ ਸਾਨੂੰ ਤਿੰਨਾਂ ਨੂੰ ਕੁਚਲਦੀ ਹੋਈ ਨਿਕਲ ਜਾਵੇ। ਲਹੂ ਨਾਲ ਲੱਥ-ਪੱਥ 3 ਲਾਵਾਰਸ ਲਾਸ਼ਾਂ ਨੰਗੀ ਸੜਕ ਤੇ। ਖੌਫ ਨਾਲ ਮੇਰਾ ਸਾਹ ਸੁੱਕਿਆ ਰਹਿੰਦਾ।
78 ਸੋਚਦੀ ਸਾਂ ਇਹ ਜਿਹੜੀ ਚੀਜ਼ ਏ ਜਿਸ ਨੂੰ ਅਸੀਂ ਔਰਤ ਦੀ ਲਿਬਰੇਸ਼ਨ ਕਹਿੰਦੇ ਹਾਂ, ਇਹ ਕਿੱਥੋਂ ਸ਼ੁਰੂ ਹੁੰਦੀ ਏ ਤੇ ਕਿੱਥੇ ਖਤਮ ਹੁੰਦੀ ਏ? ਲਿਬਰੇਸ਼ਨ ਵਾਕਈ ਕਿਸੇ ਮੁਕਾਮ ਤੇ ਮਿਲ ਸਕਦੀ ਏ ਔਰਤ ਨੂੰ? ਕਿਹੜਾ ਵਸੀਲਾ ਏ ਜਿਹਦੇ ਨਾਲ ਉਹ ਇਹ ਲਿਬਰੇਸ਼ਨ ਹਾਸਲ ਕਰ ਸਕਦੀ ਏ? ਲਿਬਰੇਸ਼ਨ ਦੇ ਪੁਰਾਣੇ ਸਾਰੇ ਮਿਆਰ ਮੇਰੇ ਸਾਹਮਣੇ ਦਮ ਤੋੜ ਰਹੇ ਸਨ ਕਿ ਔਰਤ ਜੇ ਖੁਦ ਕਮਾਏ, ਆਪਣੀ ਰੋਟੀ ਲਈ ਕਿਸੇ ਦੀ ਮੁਤਾਜ ਨਾ ਰਵੇ, ਤਾਂ ਉਹ ਸਦੀਆਂ ਪੁਰਾਣੇ ਗੁਲਾਮੀ ਦੇ ਤੌਕ ਤੋੜ ਕੇ ਪਰਾਂ ਵਗਾ ਕੇ ਸੁੱਟ ਸਕਦੀ ਏ ਕਿ ਇਕਨੋਮਿਕ ਇੰਡੀਪੈਂਡੈਂਸ ਪਹਿਲੀ ਸ਼ਰਤ ਏ ਲਿਬਰੇਸ਼ਨ ਦੀ। ਬਕਵਾਸ। ਮੈਂ ਤੇ ਵਰ੍ਹਿਆਂ ਤੋਂ ਆਪਣੀ ਰੋਟੀ ਖੁਦ ਕਮਾ ਰਹੀ ਸਾਂ, ਫਿਰ ਵੀ ਇੱਕ ਬੇਚਿਹਰਾ ਦਹਿਸ਼ਤ ਵਿੱਚ ਜਕੜੀ ਹੋਈ ਸਾਂ। ਖਾਵੰਦ ਦੀਆਂ ਮਾਰਾਂ ਕੁੱਟਾਂ, ਨਫ਼ਰਤਾਂ ਤੇ ਹਿਕਾਰਤਾਂ, ਠੁੱਡੇ ਮਾਰ ਕੇ ਘਰੋਂ ਕੱਢਿਆ ਜਾਣਾ, ਸਭ ਬਰਦਾਸ਼ਤ ਕਰਦੀ ਰਹੀ ਸਾਂ, ਬਾਵਜੂਦ ਇਹਦੇ ਕਿ ਆਪਣੀ ਤੇ ਆਪਣੀਆਂ ਬੱਚੀਆਂ ਦੀ ਰੋਟੀ ਖੁਦ ਕਮਾ ਕੇ ਖਾ ਰਹੀ ਸਾਂ। ਇੰਨੇ ਸਾਲ, 13 ਲੰਮੇ ਵਰ੍ਹੇ ਮੈਂ ਆਪਣਾ ਆਪ ਰਾਖ ਕਰਦੀ ਰਹੀ ਕਿਉਂਕਿ ਮੈਂ ਬਹੁਤ ਡਰਦੀ ਸਾਂ। ਸਾਰੇ ਹੀ ਤੇ ਡਰਾਉਂਦੇ ਸਨ। ਦਾਰਜੀ, ਬੀਜੀ, ਰਾਜ, ਜਸਬੀਰ, ਖੁਦ ਮੇਰੀਆਂ ਹੀ ਸਹੇਲੀਆਂ, ਜਿਹੜੀਆਂ ਭਾਵੇਂ 2-3 ਹੀ ਸਨ, ਸਭ ਇਹੀ ਕਹਿੰਦੀਆਂ ਸਨ ਕਿ ਹੋਰ ਚਾਰਾ ਵੀ ਕੀ ਏ। ਆਂਢੀ ਗੁਆਂਢੀ, ਰਿਸ਼ਤੇਦਾਰ, ਮਾਸੀਆਂ, ਮਾਮੀਆਂ, ਮੇਰੀ ਨਾਨੀ, ਸਭ ਦੇ ਸਭ। ਤੇ ਹੁਣ ਜਦੋਂ ਮੈਂ ਉਸ ਕੈਦ ਦੇ ਸੱਤੇ ਦਰਵਾਜ਼ੇ ਤੋੜ ਕੇ ਬਾਹਰ ਆ ਖਲੋਤੀ ਸਾਂ, ਛੱਡ ਦਿੱਤੇ ਸਨ ਰਾਜ ਦੇ ਤੇ ਦਾਰਜੀ ਦੇ ਦੋਵੇਂ ਘਰ, ਇਕੱਲੀ ਖੁਦ ਮੁਖਤਿਆਰ ਹੋਸਟਲ ਵਿੱਚ ਰਹਿ ਰਹੀ ਸਾਂ, ਖੁਦ ਕਮਾ ਰਹੀ ਸਾਂ, ਤਾਂ ਵੀ ਉਹ ਲਿਬਰੇਸ਼ਨ ਕਿੱਥੇ ਸੀ? ਮੈਂ ਤੇ ਹਾਲੀ ਵੀ ਉਸੇ ਤਰ੍ਹਾਂ ਖੌਫਜ਼ਦਾ ਸਾਂ, ਉਸੇ ਤਰ੍ਹਾਂ ਡਰੀ, ਸਹਿਮੀ, ਹਰ ਨਜ਼ਰ ਹੇਠਾਂ ਕੰਬਦੀ। ਹਰ ਸਵਾਲ ਨਾਲ ਮੇਰੀ ਆਤਮਾ ਨਾਲੋਂ ਕੁਹਾੜੀ ਨਾਲ ਛੋਡੇ ਲੱਥਦੇ ਸਨ ਜਿਵੇਂ। ਸੋ ਨਾ ਆਰਥਿਕ ਖੁਦਮੁਖਤਿਆਰੀ ਔਰਤ ਨੂੰ ਲਿਬਰੇਸ਼ਨ ਦਾ ਅਹਿਸਾਸ ਦਿੰਦੀ ਏ, ਨਾ ਸੱਤੇ ਕੈਦਾਂ ਤੋੜ ਕੇ ਖਾਵੰਦ ਦੇ ਤੇ ਪੇਕਿਆਂ ਦੇ ਘਰਾਂ ਦੇ ਬੂਹੇ ਆਪਣੇ ਪਿੱਛੇ ਠਾਹ ਕਰਕੇ ਬੰਦ ਕਰਕੇ ਬਾਹਰ ਆ ਖਲੋਣ ਨਾਲ ਲਿਬਰੇਸ਼ਨ ਦਾ ਅਹਿਸਾਸ ਹੁੰਦਾ ਏ, ਨਾ ਇਕੱਲਿਆਂ ਆਪਣੇ ਹੀ ਦਮਖਮ ਨਾਲ ਜ਼ਿੰਦਗੀ ਦੀ ਲੜਾਈ ਲੜਨ ਨਾਲ, ਤੇ ਨਾ ਪੂਰੇ ਸਮਾਜ ਦੇ ਸਦੀਆਂ ਪੁਰਾਣੇ ਨਿਜ਼ਾਮ ਦੀਆਂ ਹੱਥਕੜੀਆਂ ਬੇੜੀਆਂ ਤੋੜ ਕੇ ਇਕੱਲਿਆਂ ਰਹਿਣ ਨਾਲ। ਬਾਹਰਲੀਆਂ ਹੱਥਕੜੀਆਂ ਬੇੜੀਆਂ ਤੋੜਨ ਨਾਲ ਥੋੜ੍ਹਾ ਸਵੈ ਵਿਸ਼ਵਾਸ ਜ਼ਰੂਰ ਵੱਧਦਾ ਏ, ਆਪਣੇ ਸਵੈਮਾਨ ਨੂੰ ਬਚਾ ਲੈਣ ਦਾ ਅਹਿਸਾਸ ਵੀ ਜ਼ਰੂਰ ਹੁੰਦਾ ਏ। ਇਹ ਅਹਿਸਾਸ ਵੀ ਹੁੰਦਾ ਏ ਕਿ ਨਹੀਂ, ਮੈਂ ਮਹਿਜ਼ ਕੂੜਾ ਕਬਾੜਾ ਹੀ ਨਹੀਂ ਹਾਂ, ਮੈਂ ਕੁਝ ਹੋਰ ਵੀ ਹਾਂ। ਪੇਕੇ ਸਹੁਰੇ ਬੰਧਨਾਂ ਦੀਆਂ, ਘਰ ਬਾਹਰ ਦੀਆਂ ਤਹਿ ਦਰ ਤਹਿ ਉਸਰੀਆਂ, ਕਾਈ ਲੱਗੀਆਂ ਦੀਵਾਰਾਂ ਦੀਆਂ, ਸੱਪਾਂ ਬਿੱਛੂਆਂ ਠੂਹਿਆਂ ਨਾਲ ਕੁੱਲ ਬੁਲਾਉਂਦੀਆਂ ਕਾਲ ਕੋਠੜੀਆਂ ਦੀਆਂ ਕੰਧਾਂ ਢਾਹ ਕੇ, ਬਾਹਰ ਹਨੇਰੀਆਂ ਝੱਖੜਾਂ ਵਿੱਚ, ਮੀਂਹ ਤੇ ਕੱਕਰਾਂ ਵਿੱਚ, ਸਾੜਦੀਆਂ ਲੂੰਦੀਆਂ ਧੁੱਪਾਂ ਵਿੱਚ, ਨੰਗੇ ਆਸਮਾਨ ਦੇ ਹੇਠਾਂ ਆ ਖੜੋਣਾ ਸਿਰਫ ਆਪਣੇ ਦਮਖਮ ਨਾਲ, ਆਸਮਾਨ ਨੂੰ ਤੇ ਧਰਤੀ ਨੂੰ ਵੰਗਾਰਦਿਆਂ ਹੋਇਆਂ, ਇਹ ਕੋਈ ਛੋਟੀ ਗੱਲ ਨਹੀਂ ਸੀ ਤੇ ਮੈਨੂੰ ਫਖਰ ਸੀ ਇਹਦੇ ਤੇ। ਪਰ ਅੰਦਰੋਂ ਆਜ਼ਾਦੀ ਦਾ, ਲਿਬਰੇਸ਼ਨ ਦਾ ਅਹਿਸਾਸ ਨਹੀਂ ਸੀ ਜਾਗਦਾ। ਮੈਂ ਅਜੇ ਵੀ ਉਨੀ ਹੀ ਡਰੀ ਹੋਈ ਸਾਂ, ਉਨੀ ਹੀ ਸਹਿਮੀ ਹੋਈ ਸਾਂ। ਵਗਦੀ ਹਵਾ ਕੋਲੋਂ, ਲੰਘਦੀ ਨਜ਼ਰ ਕੋਲੋਂ, ਤੁਰਦੇ ਜਾਂਦੇ ਤੇ ਝਾਕਦੇ ਲੋਕਾਂ ਕੋਲੋਂ ਮੈਨੂੰ ਅਜੇ ਵੀ ਓਨਾ ਹੀ ਡਰ ਲੱਗਦਾ ਸੀ। 79 ਸਕੂਲ ਵਿੱਚ ਜਿੱਥੇ ਵੀ 2-4 ਟੀਚਰਾਂ ਆਪਸ ਵਿੱਚ ਕਾਨਾਫੂਸੀ ਕਰ ਰਹੀਆਂ ਹੋਣ, ਮੈਨੂੰ ਲੱਗਦਾ ਸੀ ਮੇਰੀ ਹੀ ਗੱਲ ਕਰ ਰਹੀਆਂ ਨੇ। ਲੱਗਦਾ ਸੀ ਰਾਜ ਜ਼ਰੂਰ ਮੇਰੇ ਸਕੂਲ ਦੀਆਂ ਟੀਚਰਾਂ ਕੋਲ, ਪ੍ਰਿੰਸੀਪਲ ਕੋਲ, ਮੇਰੇ ਹੋਸਟਲ ਦੀ ਵਾਰਡਨ ਕੋਲ, ਇਰਵਿਨ ਸਕੂਲ ਦੀਆਂ ਸਾਰੀਆਂ ਉਸਤਾਨੀਆਂ ਕੋਲ, ਪੰਜਾਬੀ ਲੇਖਕਾਂ ਕੋਲ ਜਾ ਕੇ ਉਸੇ ਤਰ੍ਹਾਂ ਮੇਰੇ ਖਿਲਾਫ ਗੱਲਾਂ ਕਰਦੇ ਹੋਣਗੇ ਜਿਸ ਤਰ੍ਹਾਂ ਪਟੇਲ ਨਗਰ ਦੇ ਆਪਣੇ ਮਰੀਜ਼ਾਂ ਨਾਲ, ਸਾਰੇ ਆਂਢੀਆਂ ਗੁਆਂਢੀਆਂ ਨਾਲ, ਆਪਣੇ ਕਲੀਨਿਕ ਦੇ ਆਸ-ਪਾਸ ਦੇ ਸਾਰੇ ਦੁਕਾਨਦਾਰਾਂ ਨਾਲ, ਆਪਣੇ ਕੰਪਾਊਂਡਰਾਂ ਤੇ ਨੌਕਰਾਂ ਨਾਲ ਕਰਦੇ ਸਨ। ਪਟੇਲ ਨਗਰ ਉਹ ਮੇਰੇ ਖਿਲਾਫ ਜਿੰਨੀਆਂ ਗੱਲਾਂ ਕਰਦੇ ਸਨ, ਮੈਂ ਓਨੀ ਹੀ ਸੁੰਗੜਦੀ ਜਾਂਦੀ ਸਾਂ। ਜੇ ਆਂਢ-ਗੁਆਂਢ ਦੀ ਕੋਈ ਔਰਤ ਮੈਨੂੰ ਕੁਰੇਦਣ ਦੀ ਕੋਸ਼ਿਸ਼ ਕਰਦੀ ਵੀ, ਤਾਂ ਮੈਂ ਉਹਦੀਆਂ ਨਜ਼ਰਾਂ ਸਾਹਮਣਿਓਂ ਗਾਇਬ ਹੋ ਜਾਣਾ ਚਾਹੁੰਦੀ। ਮੈਨੂੰ ਪਤਾ ਸੀ ਰਾਜ ਦੇ ਸਾਹਮਣੇ ਮੇਰੀ ਵੁਕਤ ਕੱਖਾਂ ਤੋਂ ਵੀ ਹੌਲੀ ਸੀ। ਉਹ ਡਾਕਟਰ ਸਨ। ਮਰੀਜ਼ ਨਾਲ 2 ਮਿੱਠੇ ਬੋਲ ਬੋਲੇ ਕੋਈ ਡਾਕਟਰ ਤਾਂ ਮਰੀਜ਼ ਉਹਨੂੰ ਰੱਬ ਸਮਝਣ ਲੱਗਦਾ ਏ। ਸ਼ਫਾ ਵੀ ਹੈ ਹੀ ਸੀ ਉਹਨਾਂ ਦੇ ਹੱਥ ਵਿੱਚ। ਉਹ ਕਿਸ ਤਰ੍ਹਾਂ ਨਾ ਉਹਨਾਂ ਦਾ ਇਤਬਾਰ ਕਰਦੇ। ਤੇ ਮੈਂ ਕਿਸੇ ਦਾ ਕੀ ਸਵਾਰ ਸਕਦੀ ਸਾਂ? ਕਿਸੇ ਨੂੰ ਕੁਝ ਦੱਸ ਕੇ ਮੇਰਾ ਕੀ ਸੌਰ ਜਾਣਾ ਸੀ? ਹਮਦਰਦੀ ਤੋਂ ਨਫ਼ਰਤ ਸੀ ਮੈਨੂੰ। ਨਾਲੇ ਮੈਨੂੰ ਲੱਗਦਾ ਕਿ ਮੈਨੂੰ ਕੁਰੇਦਣ ਵਾਲਾ ਮੇਰਾ ਹਮਦਰਦ ਨਹੀਂ, ਮਹਿਜ਼ ਤਮਾਸ਼ਾਈ ਏ। ਜਿਉਂ-ਜਿਉਂ ਰਾਜ ਦੇ ਡਰਾਮਿਆਂ ਨੇ ਪਟੇਲ ਨਗਰ ਦੇ ਲੋਕਾਂ ਦੇ ਮਨ ਵਿੱਚ ਮੇਰੀ ਤਸਵੀਰ ਕੁਝ ਇੰਜ ਦੀ ਬਣਾ ਦਿੱਤੀ, ਇੱਕ ਬਦਚਲਣ ਆਵਾਰਾ ਔਰਤ ਅਯਾਸ਼ੀਆਂ ਲਈ ਨੌਕਰੀ ਕਰਦੀ, ਨੌਕਰੀ ਦੇ ਬਹਾਨੇ ਸਾਰਾ ਦਿਨ ਘਰੋਂ ਗਾਇਬ ਰਹਿੰਦੀ, ਬੱਚਿਆਂ ਨਾਲ ਤੇ ਖਾਵੰਦ ਨਾਲ ਨਫ਼ਰਤ ਕਰਦੀ, ਬੱਚਿਆਂ ਨੂੰ ਰੋਲ-ਰੋਲ ਕੇ ਮਾਰਦੀ, ਖਾਵੰਦ ਨੂੰ ਗਾਲਾਂ ਕੱਢਦੀ ਤੇ ਹਿਸਟੀਰੀਆ ਦੇ ਦੌਰਿਆਂ ਵਿੱਚ ਸਭ ਨੂੰ ਕੁੱਟ ਕੱਢਦੀ, ਔਰਤ ਦੇ ਨਾਂ ਤੇ ਕਲੰਕ। ਤਿਉਂ-ਤਿਉਂ ਮੇਰੀ ਰੂਹ ਸੁੰਗੜਦੀ ਚਲੀ ਗਈ। ਤੇ ਰਾਜ ਵਿਚਾਰੇ, ਅਨਿਆਂ ਦੇ ਮਾਰੇ ਗਰੀਬ ਖਾਵੰਦ, ਆਪਣੇ ਨੇਕ ਤੇ ਇੱਜ਼ਤ ਆਬਰੂ ਵਾਲੇ ਖਾਨਦਾਨ ਦੀ ਖਾਤਰ ਇੱਕ ਚੁੜੇਲ ਡੈਣ ਨੂੰ ਬਰਦਾਸ਼ਤ ਕਰਦੇ ਕਿਉਂਕਿ ਉਹ ਉਹਨਾਂ ਦੀਆਂ 2 ਮਾਸੂਮ ਬੱਚੀਆਂ ਦੀ ਮਾਂ ਸੀ। ਬੱਚੀਆਂ ਦੀ ਖਾਤਰ, ਵਿਚਾਰੀਆਂ ਆਲੀਆਂ ਭੋਲੀਆਂ ਬੱਚੀਆਂ, ਜਿਨ੍ਹਾਂ ਤੋਂ ਬਿਨਾਂ ਉਹ ਜ਼ਿੰਦਾ ਨਹੀਂ ਸਨ ਰਹਿ ਸਕਦੇ। ਵਿਚਾਰਾ ਮੈਂ, ਵਿਚਾਰੀਆਂ ਮੇਰੀਆਂ 2 ਕੁੜੀਆਂ। ਤੇ ਅੱਖਾਂ ਨੂੰ ਰੁਮਾਲ ਨਾਲ ਪੂੰਝਦੇ, ਰੁਮਾਲ ਵਿੱਚ ਨੱਕ ਸੁਣਕਦੇ, ਤੇ ਸਾਰੇ ਕਹਿੰਦੇ, ਹਾਏ ਵਿਚਾਰਾ, ਦੇਵਤਾ ਡਾਕਟਰ, ਇੰਨਾ ਪੈਸਾ,
ਇੰਨੀ ਇੱਜ਼ਤ, ਪਰ ਇੱਕ ਕਲਹਿਣੀ ਔਰਤ ਨੇ ਤਬਾਹ ਕਰ ਦਿੱਤੀ ਵਿਚਾਰੇ ਦੀ ਜ਼ਿੰਦਗੀ। ਆਹ, ਕਿਹੋ ਜਿਹਾ ਇਨਸਾਫ ਹੈ ਰੱਬ ਦਾ ਵੀ। ਦੇਵਤੇ ਦੇ ਕਰਮਾਂ ਵਿੱਚ ਡੈਣ ਲਿਖ ਦਿੱਤੀ। ਸਭ ਪਿਛਲੇ ਜਨਮ ਦੇ ਕਰਮਾਂ ਦੀਆਂ ਖੇਡਾਂ ਨੇ ਜੀ। ਐਸ ਜਨਮ ਵਿੱਚ ਤੇ ਵਿਚਾਰੇ ਨੇ ਕੀੜੀ ਦਾ ਵੀ ਦਿਲ ਨਹੀਂ ਦੁਖਾਇਆ। ਏਡਾ ਮਿੱਠ ਬੋਲੜਾ, ਸਾਰਿਆਂ ਦੀ ਸੇਵਾ ਕਰਨ ਵਾਲਾ। ਓਹੋ, ਕਲਯੁਗ ਇਸੇ ਦਾ ਹੀ ਤੇ ਨਾ ਆਏ। ਪਟੇਲ ਨਗਰ ਵਿੱਚ ਜਿਵੇਂ ਮੈਂ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਦੀ ਫਿਰਦੀ ਸਾਂ, ਉਸੇ ਤਰ੍ਹਾਂ ਹੁਣ ਵੀ ਲੋਕਾਂ ਦੀਆਂ ਨਜ਼ਰਾਂ ਤੋਂ ਤ੍ਰਹਿੰਦੀ ਰਹਿੰਦੀ ਸਾਂ। ਲਿਬਰੇਸ਼ਨ ਕਿੱਥੇ ਸੀ? ਸਿਰਫ ਇੰਨਾ ਸੀ ਕਿ ਮਾਰ-ਕੁੱਟ ਨਹੀਂ ਸੀ, ਹਨੇਰੇ ਸਵੇਰੇ ਪੈਣ ਵਾਲੀਆਂ ਗਾਲਾਂ ਨਹੀਂ ਸਨ, ਸਫੋਕੇਸ਼ਨ ਨਹੀਂ ਸੀ। ਆਪਣੀ ਮਰਜ਼ੀ ਨਾਲ ਸੌਂ ਸਕਦੀ ਸਾਂ, ਆਪਣੀ ਮਰਜ਼ੀ ਨਾਲ ਜਾਗ ਸਕਦੀ ਸਾਂ। ਆਪਣੀਆਂ ਬੱਚੀਆਂ ਲਈ ਕਿਹੋ ਜਿਹੇ ਕੱਪੜੇ ਖਰੀਦਾਂ, ਇਹ ਫੈਸਲਾ ਕਿਸੇ ਦੀ ਇਜਾਜ਼ਤ ਦਾ ਮੁਹਤਾਜ ਨਹੀਂ ਸੀ। ਜੇ ਕੋਈ ਲਿਮਿਟ, ਕੋਈ ਰੋਕ, ਕੋਈ ਅੜਚਨ ਸੀ ਤਾਂ ਸਿਰਫ ਇਹਦੀ ਕਿ ਮੈਂ ਕਿੰਨੀ ਮਿਹਨਤ ਕਰ ਸਕਦੀ ਸਾਂ ਤੇ ਕਿੰਨੇ ਪੈਸੇ ਕਮਾ ਸਕਦੀ ਸਾਂ। ਪਰ ਅੰਦਰੋਂ ਜਾਗੀ ਤਾਜ਼ਗੀ ਤੇ ਖੁੱਲ੍ਹੀ ਹਵਾ ਦਾ ਅਹਿਸਾਸ ਕਿਧਰੇ ਨਹੀਂ ਸੀ। ਉਹ ਚੀਜ਼ ਕਿਧਰੇ ਨਹੀਂ ਸੀ ਜਿਸ ਨੂੰ ਲਿਬਰੇਸ਼ਨ ਕਹਿੰਦੇ ਨੇ, ਕਿਉਂਕਿ ਲਿਬਰੇਸ਼ਨ ਬਾਹਰ ਦੀਆਂ ਕੈਦਾਂ ਟੁੱਟਣ ਦਾ ਨਾਂ ਨਹੀਂ, ਆਪਣੇ ਹੀ ਅੰਦਰ ਬਣੀ ਕਿਸੇ ਕਾਲ ਕੋਠੜੀ ਦੀਆਂ ਕੰਧਾਂ ਦੇ ਢਹਿਣ ਦਾ ਨਾਂ ਏ। ਉਸ ਕਾਲ ਕੋਠੜੀ ਦੀਆਂ ਨੀਹਾਂ ਵਿੱਚ ਸਦੀਆਂ ਪੁਰਾਣੀਆਂ ਰਿਵਾਇਤਾਂ ਚਿਣੀਆਂ ਹੋਈਆਂ ਨੇ। ਮਾਂ ਦੀ ਮਾਂ ਦੀ ਮਾਂ ਦੀ ਮਾਂ ਦੀਆਂ ਨਸੀਹਤਾਂ। ਔਰਤ ਦੇ ਧੁਰ ਅੰਦਰ ਬੈਠਾ ਇਹ ਯਕੀਨ ਕਿ ਉਹ ਮਹਿਜ਼ ਕੂੜਾ ਕਬਾੜਾ ਏ। ਉਹਦੇ ਜੰਮਣ ਤੋਂ ਲੈ ਕੇ ਮਰਨ ਤੱਕ ਉਹਦੇ ਮਾਪੇ, ਉਹਦਾ ਖਾਵੰਦ, ਉਹਦੇ ਪੁੱਤਰ ਪੋਤਰੇ ਉਹਨੂੰ ਇਹੀ ਤੇ ਸਮਝਦੇ ਨੇ ਤਾਂ ਸੱਚਮੁੱਚ ਕੂੜਾ ਹੀ ਹੋਵੇਗਾ ਉਹ। ਉਸ ਅੰਦਰਲੀ ਕਾਲ ਕੋਠੜੀ ਦੀਆਂ ਦੀਵਾਰਾਂ ਤੇ ਸਦੀਆਂ ਪੁਰਾਣੀ ਕਾਈ ਚਿਪਕੀ ਹੋਈ ਏ। ਕਾਈ ਦੇ ਹੇਠੋਂ ਪੱਥਰਾਂ ਵਿੱਚੋਂ ਪਾਣੀ ਸਿਮਦਾ ਰਹਿੰਦਾ ਏ। ਸਦੀਆਂ ਪੁਰਾਣੇ ਪੱਥਰ ਜਿਹੜੇ ਉਹਨਾਂ ਨੀਹਾਂ ਤੇ ਪਥੱਲਾ ਮਾਰ ਕੇ ਬੈਠੇ ਹੋਏ ਨੇ। ਉਸ ਅੰਦਰਲੀ ਕਾਲ ਕੋਠੜੀ ਵਿੱਚ ਹਵਾ ਤੇ ਰੌਸ਼ਨੀ ਗਾਇਬ ਨੇ। ਹਵਾ ਕੀ ਹੁੰਦੀ ਏ, ਰੌਸ਼ਨੀ ਕੀ ਹੁੰਦੀ ਏ, ਇਹਦਾ ਪਤਾ ਉਹਨੂੰ ਹੀ ਤੇ ਹੋਵੇਗਾ ਜਿਹਨੇ ਕਦੇ ਇਹ ਤੱਕੀਆਂ ਹੋਣ। ਉਸ ਕੋਠੜੀ ਦੀਆਂ ਕੰਧਾਂ ਨੇ ਇਹ ਕਦੇ ਵੇਖੀਆਂ ਹੀ ਨਹੀਂ। ਉਸ ਅੰਦਰਲੀ ਕਾਲ ਕੋਠੜੀ ਦੀਆਂ ਛੱਤਾਂ ਨਾਲੋਂ ਸਦੀਆਂ ਪੁਰਾਣੇ ਚਮਗਾਦੜ ਲਟਕਦੇ ਰਹਿੰਦੇ ਨੇ। ਕੋਠੜੀ ਵਿੱਚ ਰਤਾ ਵੀ ਹਿਲਜੁਲ ਹੋਵੇ ਤਾਂ ਉਹ ਆਪਣੇ ਭਿਆਨਕ ਡੈਣੇ ਫੜਫੜਾਉਂਦੇ ਹੋਏ ਝਪਟਦੇ ਨੇ ਤੇ ਹਿਲਜੁਲ ਕਰਨ ਵਾਲੇ ਦੇ ਜਿਸਮ ਨਾਲ ਚੰਬੜ ਕੇ, ਉਹਦਾ ਸਾਰਾ ਲਹੂ ਚੂਸ ਕੇ, ਉਹਦੇ ਮਾਸ ਨੂੰ ਚੂੰਡ ਕੇ, ਹੱਡੀਆਂ ਨੂੰ ਚੱਟ ਕੇ ਵਾਪਸ ਛੱਤ ਨਾਲ ਜਾ ਲਟਕਦੇ ਨੇ, ਉਲਟੇ। 80 ਖੈਰ, ਜਦੋਂ ਰਾਜ ਦੀਆਂ ਧਮਕੀਆਂ ਹੋਰ ਵਧੀਆਂ ਤਾਂ ਮੈਂ ਦੋਹਾਂ ਨੂੰ ਸ਼ਿਮਲੇ ਲੈ ਗਈ ਤੇ ਆਕਲੈਂਡ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਜ਼ਾਹਰ ਏ ਕਿ 2 ਬੱਚਿਆਂ ਦਾ ਏਡੇ ਵੱਡੇ ਕਾਨਵੈਂਟ ਸਕੂਲ ਦਾ ਤੇ ਉਹਦੇ ਹੋਸਟਲ ਦਾ ਖਰਚ ਮੇਰੇ ਵਿੱਤੋਂ ਬਾਹਰ ਸੀ। ਵੇਚਣ ਜੋਗਾ ਕੁਝ ਵੀ ਨਹੀਂ ਸੀ ਮੇਰੇ ਕੋਲ, ਨਾ ਗਹਿਣੇ, ਨਾ ਕੱਪੜੇ, ਨਾ ਕੋਈ ਜਾਇਦਾਦ। ਨੰਗੇ ਆਸਮਾਨ ਦੇ ਹੇਠਾਂ ਧੁੱਪਾਂ ਨਾਲ ਝੁਲਸੀ ਜ਼ਮੀਨ ਉੱਤੇ ਮੈਂ ਇਕੱਲੀ ਖੜੋਤੀ ਸਾਂ, ਆਪਣੀਆਂ ਦੋਹਾਂ ਬੱਚੀਆਂ ਨੂੰ ਆਪਣੇ ਹੀ ਪਿੰਡੇ ਓਹਲੇ ਲੁਕਾ ਲੈਣ ਦੀ ਕੋਸ਼ਿਸ਼ ਕਰਦੀ, ਜਿਸ ਤਰ੍ਹਾਂ ਕੁਕੜੀ ਆਪਣੇ ਚੂਜ਼ਿਆਂ ਨੂੰ ਆਪਣੇ ਖੰਭਾਂ ਹੇਠ ਲੁਕਾ ਲੈਂਦੀ ਏ। ਪਰ ਮੇਰੇ ਤੇ ਖੰਭ ਵੀ ਖੋਏ ਜਾ ਚੁੱਕੇ ਸਨ। ਖੁੱਸੇ ਖੰਭਾਂ ਵਾਲਾ ਨੰਗਾ ਬੁੱਚਾ ਜਿਸਮ, ਜਿਸ ਦੇ ਗੁਲਾਬੀ ਗੋਸ਼ਤ ਵਿੱਚੋਂ ਅਜੇ ਵੀ ਲਹੂ ਦੇ ਟੇਪੇ ਚੋ ਰਹੇ ਸਨ। ਹੈਰਤ ਏ ਕਿ ਇੰਨਾ ਚਿਰ ਪਹਿਲਾਂ ਜ਼ਿਬਾ ਕੀਤਾ ਗਿਆ ਮੇਰਾ ਜਿਸਮ ਅਜੇ ਵੀ ਨਿੱਘਾ ਸੀ। ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਨਾਮ ਮਿਸ ਹਕੀਮ ਸੀ। ਕਾਫੀ ਅੰਗਰੇਜ਼ੀ ਵਜਾਕਤਾ ਦੀ ਔਰਤ, ਬਹੁਤ ਸਿਆਣੀ ਤੇ ਦਾਨਾ, ਬਜ਼ੁਰਗ, ਸ਼ਾਇਦ ਐਂਗਲੋ ਇੰਡੀਅਨ ਹੋਵੇਗੀ। ਪੂਰੀ ਉਮਰ ਉਹਨੇ ਆਕਲੈਂਡ ਸਕੂਲ ਵਿੱਚ ਹੀ ਬਿਤਾ ਦਿੱਤੀ ਸੀ, ਪਹਿਲੋਂ ਪੜ੍ਹਾਉਂਦਿਆਂ ਤੇ ਹੁਣ ਪ੍ਰਿੰਸੀਪਲੀ ਕਰਦਿਆਂ। ਮੈਂ ਉਹਨੂੰ ਸਾਰੀ ਗੱਲ ਦੱਸੀ, ਟੁੱਟੇ ਹੋਏ ਘਰ ਦੀਆਂ ਟੁੱਟੀਆਂ ਕੰਧਾਂ ਦੀਆਂ ਵਿਰਲਾਂ ਵਿੱਚੋਂ ਉੱਗੀਆਂ 2 ਮਾਸੂਮ ਕਲੀਆਂ ਦੀ ਗੱਲ, ਜਿਹੜੀਆਂ ਮੇਰੀਆਂ ਬੱਚੀਆਂ ਸਨ। ਉਹਨਾਂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਰਟੀਫਿਕੇਟ ਵਿਖਾਏ। ਦੋਵੇਂ ਆਪਣੀਆਂ ਜਮਾਤਾਂ ਵਿੱਚੋਂ ਟੌਪ ਕਰਦੀਆਂ ਰਹੀਆਂ ਸਨ ਹਮੇਸ਼ਾ। ਮਿਸ ਹਕੀਮ, ਤੁਸੀਂ ਇਹਨਾਂ ਦੇ ਟੈਸਟ ਲੈ ਲਵੋ। ਜੇ ਤੁਸੀਂ ਦਾਖਲ ਕਰੋਗੇ ਤਾਂ ਮੈਂ ਝਟਪਟ ਦਿੱਲੀ ਜਾ ਕੇ ਇਰਵਿਨ ਸਕੂਲ ਤੋਂ ਇਹਨਾਂ ਦੇ ਸਕੂਲ ਲੀਵਿੰਗ ਸਰਟੀਫਿਕੇਟ ਲੈ ਆਵਾਂਗੀ। ਹਾਲੀ ਇਸ ਕਰਕੇ ਨਹੀਂ ਲਿਆਂਦੇ ਕਿ ਕੀ ਪਤਾ ਇੱਥੇ ਦਾਖਲਾ ਮਿਲਦਾ ਏ ਕਿ ਨਹੀਂ। ਉਹਨੇ ਕਿਹਾ, ਇੰਨੇ ਵਧੀਆ ਨੰਬਰ ਲੈ ਕੇ ਪਾਸ ਹੋਣ ਵਾਲੇ ਬੱਚਿਆਂ ਦੇ ਟੈਸਟ ਕੀ ਲੈਣੇ, ਸਮਝੋ ਹੋ ਗਈਆਂ ਦਾਖਲ। ਦਿੱਲੀ ਜਾ ਕੇ ਸਕੂਲ ਲੀਵਿੰਗ ਸਰਟੀਫਿਕੇਟ ਵੀ ਲੈ ਆ ਤੇ ਇਹਨਾਂ ਦੇ ਕੱਪੜੇ ਵੀ। ਤੇ ਉਹਨੇ ਇੱਕ ਲੰਮੀ ਚੌੜੀ ਲਿਸਟ ਮੈਨੂੰ ਫੜਾ ਦਿੱਤੀ। 6 ਯੂਨੀਫਾਰਮਾਂ, 4 ਸਵੈਟਰ, 2 ਕੋਟ, 6 ਜੋੜੇ ਗਰਮ ਜਰਾਬਾਂ ਦੇ, 6 ਜੋੜੇ ਕਾਟਨ ਦੀਆਂ ਸਫੈਦ ਜਰਾਬਾਂ ਦੇ, 2 ਬੂਟ ਯੂਨੀਫਾਰਮਾਂ ਨਾਲ, ਇੱਕ ਬੂਟ ਸੈਰ ਕਰਨ ਜਾਣ ਵਾਲਾ, ਇੱਕ ਕੈਨਵਸ ਸ਼ੂ ਸਪੋਰਟਸ ਵਾਸਤੇ, 12 ਰੁਮਾਲ, 6 ਗਰਮ ਅੰਡਰਵੇਅਰ, 6 ਬਨਾਨਾ ਕੱਛੀਆਂ, ਮਾਲ ਤੇ ਜਾਂ ਸਿਨੇਮਾ ਜਾਂ ਸਕੇਟਿੰਗ ਜਾਣ ਵਾਲੀਆਂ ਘੱਟੋ ਘੱਟ 2 ਚੰਗੀਆਂ ਜੀਆਂ ਫਰਾਕਾਂ, ਇੱਕ ਡਰੈਸ ਐਨੂਅਲ ਡੇ ਨੂੰ ਪਾਉਣ ਲਈ। ਐਨੂਅਲ ਡੇ ਆਕਲੈਂਡ ਸਕੂਲ ਦਾ ਤੇ ਆਕਲੈਂਡ ਦੇ ਬ੍ਰਦਰ ਸਕੂਲ ਬਿਸ਼ਪ ਕਾਟਨ ਦਾ ਇਕੱਠਾ ਹੁੰਦਾ ਏ ਹਮੇਸ਼ਾ, ਇਸ ਕਰਕੇ। ਰਜ਼ਾਈ, ਤੁਲਾਈ, ਸਰਾਣਾ, ਚਾਦਰਾਂ ਤੇ ਖੈਰ ਹੋਣਗੀਆਂ ਹੀ। ਪਹਿਲੋਂ ਜਦੋਂ ਉਹਨੇ ਲੰਮੀ ਚੌੜੀ ਲਿਸਟ ਕੱਢੀ ਸੀ ਤਾਂ ਜ਼ਾਹਿਰ ਏ ਮੈਂ ਘਬਰਾ ਗਈ ਸਾਂ। ਉਹਨੇ ਮੇਰੇ ਮੂੰਹ ਵੱਲ ਤੱਕਿਆ ਤੇ ਕਈ ਚੀਜ਼ਾਂ ਆਪੇ ਹੀ ਕੱਟ ਦਿੱਤੀਆਂ। ਜਿੰਨਾ ਮਰਜ਼ੀ ਇਹ ਪਏ ਕਹੋ ਕਿ ਹਮਦਰਦੀ ਤੋਂ ਤੇ ਰਹਿਮ ਤੋਂ ਨਫ਼ਰਤ ਏ ਤੁਹਾਨੂੰ, ਪਰ ਕਈ ਵਾਰੀ ਇਹ ਵੀ ਚੁੱਪਚਾਪ ਬਰਦਾਸ਼ਤ ਕਰ ਲੈਣੀ ਪੈਂਦੀ ਏ। ਹੋਰ ਕੋਈ ਚਾਰਾ ਹੀ ਨਹੀਂ ਹੁੰਦਾ, ਸਿਰਫ ਮਨ ਭਿੱਜ ਆਉਂਦਾ ਏ।
ਗਰੀਬੀ ਬੰਦੇ ਨੂੰ ਬੇਹੱਦ ਕਮੀਨਾ ਤੇ ਬੇਸ਼ਰਮ ਬਣਾ ਦਿੰਦੀ ਏ। ਗਰੀਬੀ ਵਿੱਚ ਬੰਦਾ ਕਈ ਸਮਝੌਤੇ ਕਰਨ ਤੇ ਵੀ ਮਜਬੂਰ ਹੋ ਜਾਂਦਾ ਏ। 81 ਦੋਹਾਂ ਬੇਟੀਆਂ ਨੂੰ ਜਦੋਂ ਮੈਂ ਸਕੂਲ ਵਿੱਚ ਛੱਡ ਕੇ ਆਉਣ ਲੱਗੀ, ਉਹਨਾਂ ਦੇ ਚਿਹਰਿਆਂ ਤੇ ਜਲਾਵਤਨੀ ਦਾ ਦਰਦ ਸੀ, ਬੇਕਿਨਾਰ, ਧਰਤੀ ਤੋਂ ਆਸਮਾਨ ਤੱਕ ਫੈਲਿਆ ਹੋਇਆ। ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸਾਂ ਕਿ ਇਹ ਸਿਰਫ ਵਕਤੀ ਵਿਛੋੜਾ ਏ, ਕਿ ਜਦੋਂ ਉਹਨਾਂ ਦੇ ਪਿਓ ਦਾ ਗੁੱਸਾ ਠੰਡਾ ਹੋ ਗਿਆ ਤੇ ਉਹਨਾਂ ਦੀਆਂ ਧਮਕੀਆਂ ਆਉਣੀਆਂ ਬੰਦ ਹੋ ਗਈਆਂ, ਮੈਂ ਉਹਨਾਂ ਨੂੰ ਵਾਪਸ ਲੈ ਜਾਵਾਂਗੀ, ਕਿ ਇਹ ਮੁਸੀਬਤ ਸਾਡੇ ਤਿੰਨਾਂ ਤੇ ਆਈ ਏ, ਤਿੰਨਾਂ ਨੇ ਰਲ ਕੇ ਹੀ ਕੱਟਣੀ ਏ। ਬੱਚਿਆਂ ਦੇ ਖਾਮੋਸ਼ ਚਿਹਰਿਆਂ ਦੇ ਪਿੱਛੇ ਜਦੋਂ ਖਾਮੋਸ਼ ਵੇਦਨਾ ਸਿਸਕਦੀ ਏ, ਮਾਂ ਵਾਸਤੇ ਉਹ ਦੁਨੀਆ ਦੀ ਸਭ ਤੋਂ ਖੌਫਨਾਕ ਤੇ ਹੌਲਨਾਕ ਤਕਲੀਫ ਹੁੰਦੀ ਏ। ਖਾਮੋਸ਼ ਚਿਹਰਿਆਂ ਤੇ ਵੱਡੀਆਂ-ਵੱਡੀਆਂ ਆਲੀਆਂ ਭੋਲੀਆਂ ਅੱਖਾਂ ਜਦੋਂ ਲਬਾਲਬ ਭਰ ਆਉਂਦੀਆਂ ਨੇ ਤਾਂ ਮਾਂ ਨੂੰ ਲੱਗਦਾ ਏ ਉਹਨੂੰ ਕੋਈ ਸੂਲੀ ਤੇ ਚਾੜ ਕੇ ਭੁੱਲ ਗਿਆ ਏ। ਇੱਕ ਦੂਜੀ ਨੂੰ ਚੁੱਪ ਕਰਵਾਉਂਦੀਆਂ ਅਸੀਂ ਤਿੰਨੇ ਰੋ ਰਹੀਆਂ ਸਾਂ। ਸਾਡੀਆਂ ਜ਼ਿੰਦਗੀਆਂ ਦਾ ਇਹ ਵੀ ਇੱਕ ਸੰਤਾਪ ਸੀ ਜਿਹੜਾ ਅਸਾਂ ਤਿੰਨਾਂ ਨੇ ਰਲ ਕੇ ਭੋਗਣਾ ਸੀ, ਰਲ ਕੇ ਹੰਢਾਣਾ ਸੀ। 82 ਮੈਂ ਮਿਸ ਹਕੀਮ ਨੂੰ ਲਿਖ ਕੇ ਦੇ ਦਿੱਤਾ ਕਿ ਇਹਨਾਂ ਦੇ ਪਿਤਾ ਡਾਕਟਰ ਰਜਿੰਦਰ ਸਿੰਘ ਵਲਦ ਡਾਕਟਰ ਕਿਸ਼ਨ ਸਿੰਘ ਨੇ ਜਦੋਂ ਵੀ ਇਹਨਾਂ ਨੂੰ ਮਿਲਣਾ ਹੋਵੇ ਮਿਲਣ ਦਿੱਤਾ ਜਾਵੇ। ਸਿਰਫ ਉਹਨਾਂ ਨਾਲ ਬੱਚੀਆਂ ਨੂੰ ਸਕੂਲ ਤੋਂ ਬਾਹਰ ਨਾ ਭੇਜਿਆ ਜਾਵੇ। ਸਕੂਲ ਦੇ ਅੰਦਰ ਹੀ ਉਹ ਜਿੰਨਾ ਚਿਰ ਚਾਹੁਣ, ਮਿਲਣ, ਗੱਲਾਂ ਕਰਨ, ਜੋ ਦਿਲ ਕਰੇ ਕਰਨ। ਲੋਕਲ ਗਾਰਡੀਅਨ ਇੱਕ ਪੁਰਾਣੇ ਵਾਕਫ ਅਨੰਗਪਾਲ ਨੂੰ ਬਣਾਇਆ ਜਿਹੜੇ ਹਿਮਾਚਲ ਸਰਕਾਰ ਦੇ ਵੱਡੇ ਅਫਸਰ ਸਨ, ਪਰ ਜਿਨ੍ਹਾਂ ਨੇ ਖੁਦ ਜ਼ਿੰਦਗੀ ਦੀ ਇੰਨੀ ਮਾਰ ਖਾਧੀ ਸੀ ਕਿ ਉਹਨਾਂ ਦਾ ਦਿਲ ਬੜਾ ਕੋਮਲ ਹੋ ਗਿਆ ਹੋਇਆ ਸੀ, ਖਾਸ ਕਰਕੇ ਬੱਚਿਆਂ ਲਈ। ਉਹ ਆਪਣੀਆਂ 4 ਬੱਚੀਆਂ ਨੂੰ ਇਕੱਲਿਆਂ ਪਾਲ ਰਹੇ ਸਨ। ਖੁਦ ਉਹਨਾਂ ਦੇ ਕੱਪੜੇ ਧੋਂਦੇ, ਪ੍ਰੈਸ ਕਰਦੇ, ਉਹਨਾਂ ਨੂੰ ਸਕੂਲਾਂ ਲਈ ਤਿਆਰ ਕਰਦੇ, ਉਹਨਾਂ ਦੇ ਲੰਚ ਪੈਕਟ ਜਿਹੜੇ ਭਾਵੇਂ ਨੌਕਰ ਹੀ ਬਣਾਉਂਦੇ ਸਨ ਆਪਣੀ ਹੱਥੀਂ ਪੈਕ ਕਰਦੇ, ਆਪਣੀ ਮੋਟਰ ਵਿੱਚ ਖੁਦ ਉਹਨਾਂ ਨੂੰ ਸਕੂਲ ਪਹੁੰਚਾਉਂਦੇ ਤੇ ਸਕੂਲੋਂ ਲੈ ਕੇ ਆਉਂਦੇ। ਸਾਰੀ ਸ਼ਾਮ ਉਹਨਾਂ ਦਾ ਹੋਮਵਰਕ ਕਰਵਾਉਂਦੇ, ਪੜ੍ਹਾਉਂਦੇ। ਵੱਡੇ ਅਫਸਰਾਂ ਦੀ ਬੱਝੀ ਬੁਝਾਈ ਸੋਸ਼ਲ ਲਾਈਫ ਤੋਂ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਕੱਟ ਲਿਆ ਹੋਇਆ ਸੀ। ਲੋਕਲ ਗਾਰਡੀਅਨ ਬਣਨ ਲਈ ਮੈਂ ਪੁੱਛਿਆ ਤਾਂ ਹੱਸ ਕੇ ਕਹਿਣ ਲੱਗੇ, ਬਈ 4 ਧੀਆਂ ਨਾ ਸਹੀ 6 ਸਹੀ, ਪੂਰਾ ਖਿਆਲ ਰੱਖਾਂਗਾ ਮੈਂ। ਐਤਵਾਰ ਜਦੋਂ ਵੀ ਆਪਣੀਆਂ ਬੱਚੀਆਂ ਨੂੰ ਕਿਧਰੇ ਬਾਹਰ ਲੈ ਕੇ ਜਾਵਾਂਗਾ ਉਹ ਵੀ ਨਾਲ ਹੀ ਜਾਣਗੀਆਂ। ਉਹਨਾਂ ਦੀ ਬਿਮਾਰੀ ਸ਼ਮਾਰੀ ਦੀ ਵੀ ਸਾਰੀ ਜ਼ਿੰਮੇਵਾਰੀ ਮੇਰੀ, ਤੂੰ ਫਿਕਰ ਨਾ ਕਰ। ਖੈਰ, ਮੈਂ ਰਾਜ ਨੂੰ ਚਿੱਠੀ ਲਿਖ ਦਿੱਤੀ ਕਿ ਦੋਵੇਂ ਬੱਚੀਆਂ ਸ਼ਿਮਲੇ ਆਕਲੈਂਡ ਸਕੂਲ ਦੇ ਹੋਸਟਲ ਵਿੱਚ ਨੇ, ਜਦੋਂ ਜੀ ਕਰੇ ਜਾ ਕੇ ਮਿਲ ਲੈਣ। ਮਿਸ ਹਕੀਮ ਕੋਲੋਂ ਵੀ ਇੱਕ ਚਿੱਠੀ ਉਹਨਾਂ ਨੂੰ ਪਵਾ ਦਿੱਤੀ ਰਜਿਸਟਰਡ, ਕਿ ਜਦੋਂ ਚਾਹਣ ਉਹ ਆ ਕੇ ਆਪਣੀਆਂ ਬੱਚੀਆਂ ਨੂੰ ਮਿਲ ਸਕਦੇ ਨੇ। ਰਾਜ ਦੇ 2-4 ਦੋਸਤਾਂ ਦੇ ਹੱਥ ਵੀ ਸੁਨੇਹੇ ਭਿਜਵਾ ਦਿੱਤੇ ਕਿ ਮੇਰੀ ਸਜ਼ਾ ਉਹ ਮੈਨੂੰ ਹੀ ਦੇਣ। ਮਾਸੂਮ ਬੱਚੀਆਂ ਨੇ ਤਾਂ ਉਹਨਾਂ ਦਾ ਕੁਝ ਨਹੀਂ ਵਿਗਾੜਿਆ। ਜੇ ਉਹ ਉਚੇਚਾ ਕਦੀ ਸ਼ਿਮਲੇ ਜਾ ਕੇ ਉਹਨਾਂ ਨੂੰ ਪਿਆਰ ਨਾਲ ਮਿਲਣਗੇ ਤਾਂ ਉਹਨਾਂ ਦੇ ਬਚਪਨ ਦੀ ਬਹੁਤ ਸਾਰੀ ਜ਼ਹਿਰੀਲੀ ਕੁੜੱਤਣ ਖਤਮ ਹੋ ਜਾਵੇਗੀ। ਪਰ 3 ਸਾਲਾਂ ਵਿੱਚ ਉਹ ਇੱਕ ਵਾਰੀ ਵੀ ਉਹਨਾਂ ਨੂੰ ਮਿਲਣ ਨਹੀਂ ਗਏ। ਜਦੋਂ ਸਾਰੇ ਪਟੇਲ ਨਗਰ ਦੇ ਲੋਕਾਂ ਦੇ ਸਾਹਮਣੇ ਰੋ ਰਹੇ ਸਨ, ਕੁਰਲਾ ਰਹੇ ਸਨ ਕਿ ਉਹਨਾਂ ਦੀ ਬੀਵੀ ਨੇ ਪਤਾ ਨਹੀਂ ਉਹਨਾਂ ਦੀਆਂ ਵਿਚਾਰੀਆਂ ਮਾਸੂਮ ਬੱਚੀਆਂ ਨੂੰ ਕਿੱਥੇ ਲੁਕਾ ਦਿੱਤਾ ਏ, ਉਹ ਚਿੱਠੀਆਂ ਉਹਨਾਂ ਦੇ ਬੋਝੇ ਵਿੱਚ ਸਨ ਕਿ ਆਕਲੈਂਡ ਸਕੂਲ ਵਿੱਚ ਨੇ ਡੌਲੀ ਤੇ ਕੈਂਡੀ, ਤੁਸੀਂ ਜਦੋਂ ਚਾਹੋ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ। ਪੂਰੇ ਪਟੇਲ ਨਗਰ ਦੇ ਲੋਕਾਂ ਦੇ ਸਾਹਮਣੇ ਉਹ ਟਪ-ਟਪ ਅਥਰੂ ਡੇਗ ਕੇ ਰੋਂਦੇ। ਨਹੀਂ, ਸਿੰਬੋਲਿਕ ਅਥਰੂ ਨਹੀਂ, ਸੱਚਮੁੱਚ ਪਾਣੀ ਦੇ ਟੇਪੇ ਜਿਹੜੇ ਅੱਖਾਂ ਵਿੱਚੋਂ ਡਿੱਗਦੇ ਨੇ। ਸਾਰੇ ਉਹਨਾਂ ਤੇ ਤਰਸ ਖਾਂਦੇ। ਵਿਚਾਰਾ ਡਾਕਟਰ, ਬੱਚਿਆਂ ਨੂੰ ਕੌਣ ਮਾਂ ਏ ਜਿਹੜੀ ਪਿਓ ਤੋਂ ਖੋਹ ਕੇ ਛੁਪਾ ਦੇਵੇ। ਰੋ ਰਿਹਾ ਏ ਵਿਚਾਰਾ ਆਪਣੀਆਂ ਬੱਚੀਆਂ ਲਈ। ਪਿਓ ਏ ਆਖਰ, ਦਿਲ ਤੇ ਭਾਰੀ ਆਉਂਦਾ ਏ ਨਾ। ਕਿੰਨਾ ਜ਼ੁਲਮ ਏ ਵਿਚਾਰੇ ਤੇ। ਬੜੀ ਕਲੈਣੀ ਔਰਤ ਏ ਜੀ, ਬੇਰਹਿਮ। ਕਲਯੁਗ ਇਸੇ ਦਾ ਤੇ ਨਾਂ ਏ, ਹੋਰ ਕੀ। ਤੇ ਉਹ ਕਲੈਣੀ ਔਰਤ ਸਾਰਾ ਦਿਨ ਨੌਕਰੀ ਕਰਕੇ, USIS ਲਈ ਆਰਟੀਕਲ ਲਿਖ-ਲਿਖ ਕੇ, ਤਰਜਮੇ ਕਰ ਕੇ, ਖੁਦ ਭੁੱਖੀ ਰਹਿ ਕੇ ਡੌਲੀ ਕੈਂਡੀ ਦੇ ਸਕੂਲ ਦੀਆਂ ਫੀਸਾਂ ਭਰ ਰਹੀ ਸੀ। ਉਹ ਜਦੋਂ ਵੀ ਬਿਮਾਰ ਹੋ ਜਾਂਦੀਆਂ ਵਾਰਡਨ ਦੇ ਤਰਲੇ ਕਰਦੀਆਂ ਕਿ ਉਹਨਾਂ ਦੀ ਮਾਂ ਨੂੰ ਫੋਨ ਨਹੀਂ ਕਰਨਾ। ਉਹਨਾਂ ਨੂੰ ਪਤਾ ਸੀ ਕਿ ਗਰੀਬ ਮਾਂ ਲਈ ਸ਼ਿਮਲੇ ਆਉਣਾ ਜਾਣਾ ਬਹੁਤ ਮੁਸ਼ਕਿਲ ਹੋਵੇਗਾ ਤੇ ਬਿਮਾਰੀ ਦਾ ਪਤਾ ਲੱਗਾ ਤਾਂ ਉਹ ਰਹਿ ਵੀ ਨਹੀਂ ਸਕੇਗੀ, ਭੱਜੀ ਆਵੇਗੀ। 20-20 ਰੁਪਏ ਮਹੀਨੇ ਦੋਹਾਂ ਨੂੰ ਪਾਕਟ ਮਨੀ ਦਿੰਦੀ ਸਾਂ, ਬਸ ਇੰਨੇ ਹੀ ਪੈਸਿਆਂ ਦੀ ਇਜਾਜ਼ਤ ਸੀ। ਉਂਝ ਕਈ ਅਮੀਰ ਕੁੜੀਆਂ ਕੋਲ ਬਹੁਤ ਸਾਰੇ ਪੈਸੇ ਵੀ ਹੁੰਦੇ ਸਨ, ਪਰ ਮੇਰੇ ਲਈ ਇਹ 20-20 ਰੁਪਏ ਵਾਲਾ ਸਕੂਲ ਦਾ ਕਾਨੂੰਨ ਰਾਸ ਆਉਂਦਾ ਸੀ। ਇਸ ਨਾਲੋਂ ਵੱਧ ਪੈਸੇ ਮੈਂ ਦੇ ਵੀ ਨਹੀਂ ਸਾਂ ਸਕਦੀ। ਉਹ ਪੈਸੇ ਵੀ ਉਹ ਜੋੜਦੀਆਂ ਰਹਿੰਦੀਆਂ। ਇਹ ਪਾਕਟ ਮਨੀ ਐਤਵਾਰ ਸੈਰ ਕਰਨ ਜਾਣ ਲਈ ਹੁੰਦੀ ਸੀ, ਸਕੇਟਿੰਗ ਲਈ ਹੁੰਦੀ ਸੀ, ਮਹੀਨੇ ਵਿੱਚ ਇੱਕ ਪਿਕਚਰ ਵੇਖਣ ਲਈ ਹੁੰਦੀ ਸੀ, ਮਾਲ ਤੋਂ ਆਈਸਕ੍ਰੀਮ ਤੇ ਚਾਕਲੇਟ ਖਾਣ ਲਈ ਹੁੰਦੀ ਸੀ। ਪਰ ਡੌਲੀ ਤੇ ਕੈਂਡੀ ਸਕੂਲ ਦੀਆਂ ਕੁੜੀਆਂ ਨਾਲ ਸੈਰ ਕਰਨ, ਪਿਕਚਰ ਵੇਖਣ, ਸਕੇਟਿੰਗ ਕਰਨ, ਆਈਸਕ੍ਰੀਮ ਖਾਣ ਨਹੀਂ ਸਨ ਜਾਂਦੀਆਂ। ਕਦੇ ਢਿੱਡ ਪੀੜ ਦਾ ਬਹਾਨਾ, ਕਦੇ ਸਿਰ ਪੀੜ ਦਾ ਬਹਾਨਾ ਬਣਾ ਕੇ ਖਾਲੀ ਸੁੰਨੇ ਸਕੂਲ ਵਿੱਚ ਹੀ ਡੋਲਦੀਆਂ ਰਹਿੰਦੀਆਂ। ਉਹ ਪੈਸੇ ਬਚਾ ਕੇ ਉਹ ਮੇਰੇ ਵਾਸਤੇ ਜੁੱਤੀਆਂ ਤੇ ਚੱਪਲਾਂ ਖਰੀਦਦੀਆਂ। ਬੂਟ ਬਣਾਉਣ ਵਾਲੇ ਚੀਨੀ ਕੋਲੋਂ, ਜਿਹਦਾ ਨਾਂ ਤਾਤੁੰਗ ਸੀ, ਹੱਥ ਦੇ ਬਣੇ ਕੂਲੇ ਤੇ ਨਰਮ ਬੂਟ ਖਰੀਦਦੀਆਂ। ਮੇਰੀ ਗੁਰਬਤ ਦੇ ਨਾਲ ਉਹ ਵੀ ਗੁਰਬਤ ਚੱਲ ਰਹੀਆਂ ਸਨ। ਮੇਰੀ ਜੱਦੋ-ਜਹਿਦ ਦੇ ਨਾਲ-ਨਾਲ ਉਹ ਵੀ ਆਪਣੀ ਛੋਟੀ-ਛੋਟੀ ਮਾਸੂਮ ਜਿਹੀ ਜੱਦੋ-ਜਹਿਦ ਸ਼ਾਮਲ ਕਰ ਰਹੀਆਂ ਸਨ। ਮੇਰੀ ਤਕਦੀਰ ਉਹ ਵੀ ਹੰਢਾ ਰਹੀਆਂ ਸਨ। ਮੈਂ ਇੱਕ ਅਮੀਰ ਖਾਵੰਦ ਦੀ ਗਰੀਬ ਬੀਵੀ ਸਾਂ। ਮੇਰੀਆਂ ਬੱਚੀਆਂ ਇੱਕ ਅਮੀਰ ਪਿਓ ਦੀਆਂ ਗਰੀਬੜੀਆਂ ਧੀਆਂ ਸਨ। 83
ਫਿਰ ਪਤਾ ਲੱਗਾ ਕਿ ਰਾਜ ਆਪਣੀ ਭੈਣ ਤੇ ਭਣਵਈਏ ਨੂੰ ਤੇ ਭਰਾਵਾਂ ਨੂੰ ਸੈਰ ਕਰਾਉਣ ਸ਼ਿਮਲੇ ਲੈ ਗਏ ਨੇ ਤੇ ਗ੍ਰੈਂਡ ਹੋਟਲ ਵਿੱਚ ਠਹਿਰੇ ਹੋਏ ਨੇ। ਘੱਟੋ ਘੱਟ 8-10 ਦਿਨ ਉੱਥੇ ਹੀ ਰਹਿਣਗੇ। ਮੇਰਾ ਦਿਲ ਧੱਕ-ਧੱਕ ਕਰਦਾ। ਮਿਲਣ ਜਾਣਗੇ ਡੌਲੀ ਕੈਂਡੀ ਨੂੰ? ਕਿਧਰੇ ਉਹ ਵਿਚਾਰੀਆਂ ਕੋਈ ਕੌੜੀ ਗੱਲ ਹੀ ਨਾ ਕਹਿ ਦੇਣ ਉਹਨਾਂ ਨੂੰ। ਫਿਰ ਕੀ ਹੋਏਗਾ? ਸਾਰੇ ਸਕੂਲ ਦੇ ਸਾਹਮਣੇ ਕੁੱਟਣਗੇ ਉਹਨਾਂ ਨੂੰ, ਜਾਂ ਹੋਰ ਵੀ ਨਫ਼ਰਤ ਕਰਨ ਲੱਗ ਪੈਣਗੇ ਉਹਨਾਂ ਦੋਹਾਂ ਨਾਲ। ਮੈਂ ਸ਼ਿਮਲੇ ਫੋਨ ਕੀਤਾ, ਦੋਹਾਂ ਨੂੰ ਸਮਝਾਇਆ ਕਿ ਜੇ ਪਾਪਾ ਮਿਲਣ ਆਏ ਤਾਂ ਨਾਰਾਜ਼ ਨਹੀਂ ਹੋਣਾ ਉਹਨਾਂ ਨਾਲ, ਖੁਸ਼ੀ-ਖੁਸ਼ੀ ਗੱਲਬਾਤ ਕਰਨੀ ਹੈ, ਆਪਣਾ ਸਕੂਲ ਵਿਖਾਣਾ ਹੈ, ਆਪਣੀ ਕਿਸੇ ਤਕਲੀਫ ਦੀ ਕੋਈ ਗੱਲ ਨਹੀਂ ਕਰਨੀ। ਆਖਰ ਪਿਓ ਏ ਤੁਹਾਡਾ। ਸ਼ੇਰ ਚੀਤੇ ਵੀ ਆਪਣੇ ਬੱਚਿਆਂ ਨੂੰ ਨਹੀਂ ਖਾਂਦੇ, ਉਹਨਾਂ ਨੂੰ ਬਚਾ ਕੇ ਰੱਖਦੇ ਨੇ ਹਰ ਆਫਤ ਤੋਂ। ਪਿਛਲੀਆਂ ਗੱਲਾਂ ਭੁੱਲ ਜਾਓ। ਉਹ ਤੇ ਜਦੋਂ ਉਹ ਤੁਹਾਨੂੰ ਮਾਰਦੇ ਕੁੱਟਦੇ ਸਨ ਤਾਂ ਅਸਲ ਵਿੱਚ ਮੈਨੂੰ ਦੁਖੀ ਕਰਨ ਲਈ ਹੀ ਕੁੱਟਦੇ ਸਨ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹਦੇ ਨਾਲ ਮੈਨੂੰ ਕਿੰਨੀ ਤਕਲੀਫ ਹੋਏਗੀ। ਮੈਨੂੰ ਹੀ ਤਕਲੀਫ ਪਹੁੰਚਾਉਣਾ ਚਾਹੁੰਦੇ ਸਨ ਉਹ। ਮੇਰੇ ਨਾਲ ਹੀ ਪਿਛਲੇ ਜਨਮ ਦਾ ਕੋਈ ਵੈਰ ਏ ਉਹਨਾਂ ਦਾ, ਕੋਈ ਕਰਜ਼ਾ ਏ ਜਿਹੜਾ ਉਹ ਮੇਰੇ ਕੋਲੋਂ ਵਸੂਲ ਕਰਦੇ ਰਹਿੰਦੇ ਨੇ। ਤੁਹਾਡੇ ਨਾਲ ਉਹਨਾਂ ਦੀ ਕਾਹਦੀ ਦੁਸ਼ਮਣੀ? ਜੇ ਚਾਕਲੇਟ ਵਗੈਰਾ ਲਿਆਏ ਤਾਂ ਥੈਂਕ ਯੂ ਕਹਿ ਕੇ ਲੈ ਲੈਣੀ। ਜਿਹੜਾ ਬੰਦਾ ਖੁਦ ਤੁਰ ਕੇ ਮਿਲਣ ਹੀ ਆ ਗਿਆ, ਉਹਦੇ ਨਾਲ ਕਾਹਦਾ ਗਿਲਾ ਸ਼ਿਕਵਾ? ਬੀਬੀਆਂ ਬਣਿਆ ਜੇ, ਨਹੀਂ ਤੇ ਉਹ ਕਹਿਣਗੇ ਕਿ ਮਾਂ ਨੇ ਹੀ ਸਿਖਾ ਪੜ੍ਹਾ ਕੇ ਨਫ਼ਰਤ ਪੈਦਾ ਕੀਤੀ ਏ ਉਹਨਾਂ ਲਈ ਤੁਹਾਡੇ ਦਿਲਾਂ ਵਿੱਚ। ਪਲੀਜ਼ ਡੌਲੀ, ਕੈਂਡੀ, ਬੀਬੀਆਂ ਰਾਣੀਆਂ ਬਣ ਕੇ ਮਿੱਠੀ ਮਿੱਠੀ ਗੱਲ ਕਰਿਆ ਜੇ ਪਾਪਾ ਨਾਲ। ਬਸ ਸਕੂਲ ਤੋਂ ਬਾਹਰ ਨਹੀਂ ਜਾਣਾ ਉਹਨਾਂ ਨਾਲ, ਸਮਝ ਗਈਆਂ ਨਾ? ਅੰਮੀ ਲਵਜ਼ ਯੂ ਵੈਰੀ ਮੱਚ। ਹੋਰ ਕੀ ਚਾਹੀਦਾ ਹੁੰਦਾ ਹੈ ਕਿਸੇ ਬੱਚੇ ਨੂੰ, ਨਹੀਂ? ਉਹ 15 ਦਿਨ ਗ੍ਰੈਂਡ ਹੋਟਲ ਵਿੱਚ ਰਹੇ, ਪਰ ਗ੍ਰੈਂਡ ਹੋਟਲ ਦੇ ਪਿਛਲੇ ਪਾਸੇ ਅੱਧਾ ਮੀਲ ਉਤਰਾਈ ਉੱਤਰ ਕੇ ਆਕਲੈਂਡ ਸਕੂਲ ਨਹੀਂ ਗਏ। ਪਟੇਲ ਨਗਰ ਦੇ ਕਿਸੇ ਚਰਿੰਦ ਪਰਿੰਦ ਨੂੰ ਵੀ ਖਬਰ ਨਹੀਂ ਹੋਣ ਦਿੱਤੀ ਕਿ ਉਹਨਾਂ ਦੀਆਂ ਬੱਚੀਆਂ ਵੀ ਸ਼ਿਮਲੇ ਹੀ ਸਨ, ਕਿ ਉਹਨਾਂ ਨੂੰ ਇਹਦਾ ਬਖੂਬੀ ਪਤਾ ਸੀ ਕਿ ਉਹ 15 ਦਿਨ ਉਹਨਾਂ ਤੋਂ ਮਸਾਂ 2-4 ਫਰਲਾਂਗਾਂ ਦੀ ਵਿੱਥ 'ਤੇ ਰਹਿ ਕੇ, ਖਾ ਪੀ ਕੇ, ਮੌਜ ਕਰਕੇ, ਸੈਰ ਕਰਕੇ ਵਾਪਸ ਮੁੜ ਆਏ ਨੇ, ਬੱਚੀਆਂ ਨੂੰ ਮਿਲਣ ਤੋਂ ਬਿਨਾਂ ਹੀ। ਤੇ ਵਾਪਸ ਆ ਕੇ ਉਹੀ ਪੁਰਾਣਾ ਡਰਾਮਾ, ਜਿਉਂ ਦਾ ਤਿਉਂ, ਅੱਖਾਂ ਵਿੱਚੋਂ ਟੱਪ ਆਂਸੂ, ਨੱਕ 'ਤੇ ਰੱਖੇ ਰੁਮਾਲ ਵਿੱਚ ਸੁਣਕ ਕਰਦੀ ਸੁਗਬੁਗਾਹਟ ਤੇ ਲੋਕਾਂ ਦੀ ਉਹੀ ਹਮਦਰਦੀ। ਵਿਚਾਰਾ ਡਾਕਟਰ ਆਪਣੀਆਂ ਬੱਚੀਆਂ ਵਾਸਤੇ ਤੜਫਦਾ ਏ ਪਿਆ, ਤੇ ਉਹ ਜ਼ਾਲਮ ਔਰਤ। ਇਹ ਸੀ ਅਜੀਤ ਕੌਰ ਦੀ ਆਤਮ ਕਥਾ ਕੂੜਾ ਕਬਾੜਾ ਦੀ ਆਡੀਓ ਬੁੱਕ ਦਾ 6ਵਾਂ ਹਿੱਸਾ। 7ਵੇਂ ਹਿੱਸੇ ਲਈ ਚੱਲਦੇ ਹਾਂ ਅੱਗੇ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਤੁਹਾਨੂੰ ਇਹ ਕੰਮ ਪਸੰਦ ਆਇਆ ਤਾਂ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਸਾਰਿਆਂ ਨੂੰ ਦੱਸਣਾ।